ਲਓ ਜੀ, ਜਿੱਦਾਂ ਅਸੀਂ ਆ ਗਏ ਆ ਇਦਾਂ ਹੀ ਹੁਣ ਮਹੀਨਾ ਕੁ ਲੀਡਰਾਂ ਨੇ ਤੁਹਾਡੇ ਵਿਹੜੇ ਆਉਣਾ। ਕਿਸੇ ਨੇ ਕਹਿਣਾ ਵੀ ਫਲਾਨੀ ਥਾਂ ਦੇ ਲੀਡਰ ਸਾਹਿਬ ਆਏ, ਜ਼ਰੂਰ ਆਇਓ। ਕਿਸੇ ਨੇ ਕਹਿਣਾ ਵੀ ਬਸ ਆ ਬਾਹਰ ਗਲੀ 'ਚ ਨੇ ਜੀ, ਇੱਕ ਵਾਰ ਮਿਲ ਲਓ। ਅਤੇ ਇਹ ਵੀ ਹੋ ਸਕਦਾ ਵੀ ਤੁਸੀਂ ਗਲੀ 'ਚ ਤੁਰੇ ਜਾਂਦੇ ਹੋ ਅਤੇ ਜਮਾਂ ਹੀ ਅਗਲੇ ਪਾਸੇ ਸਤਿ ਸ਼੍ਰੀ ਅਕਾਲ ਬੁਲਾ ਕੇ ਕੋਈ ਗੋਡੀਆਂ ਹੱਥ ਲਾ ਦੇਵੇ ਜੀ, ਬਾਅਦ 'ਚ ਅਗਲੇ ਨਾਲ ਦੇ ਦੱਸਣੀ ਜੀ ਫਲਾਨਾ ਫਲਾਨਾ ਜੀ ਫਲਾਨਾ ਹੈ। ਫਿਰ ਕਿਸੇ ਵੇਲੇ ਮਾਤਾ ਨੂੰ ਪਤਾ ਲੱਗਦਾ ਵੀ ਹੈਗਾ ਵੀ ਹੈ ਕਿ ਨਹੀਂ ਵੀ ਹੈਗਾ। ਸੋ ਉਸੇ ਤਰ੍ਹਾਂ ਅਸੀਂ ਵੀ ਹਰ ਰੋਜ਼ ਆਪਣੇ ਸਮੇਂ ਮੁਤਾਬਕ ਹਾਜ਼ਰ ਹਾਂ ਜੀ। ਪ੍ਰੋਗਰਾਮ ਉਹੀ ਪ੍ਰਾਈਮ ਫੋਕਸ, ਪ੍ਰਾਈਮ ਏਸ਼ੀਆ TV 'ਤੇ। ਮੈਂ ਗੁਰਪ੍ਰੀਤ ਸੰਧਾਵਾਲੀਆ ਅਤੇ ਨਾਲ ਮੇਰੇ ਵੀਰ ਪਰਮਵੀਰ ਬਾਠ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਿਹਤਾਂ ਸੁਣਾਓ ਕਿੱਦਾਂ? ਸਿਹਤਾਂ ਬਿਲਕੁਲ ਠੀਕ ਆ। ਮੇਰਾ ਪਤਾ ਕੀ ਚਿੱਤ ਕਰਦਾ ਸੀ, ਚਿੱਤ ਦੇ ਕਰ ਮੈਂ ਤਾਂ ਇਹ ਪੁੱਛਿਆ ਵੀ ਸਿਹਤ ਠੀਕ ਹੈ, ਕਿਉਂਕਿ ਕਿਸੇ ਵੇਲੇ ਹੁੰਦਾ ਨਾ ਬਿਮਾਰ ਬੰਦੇ ਦਾ ਕੋਈ ਪਤਾ ਹੁੰਦਾ, ਸਿਆਲ 'ਚ ਸੰਤਰੇ ਦਾ ਜੂਸ ਮੰਗੀ ਜਾਣਾ ਹੁੰਦਾ ਮੁੜ ਕੇ। ਨਹੀਂ ਇੱਦਾਂ ਹੀ ਆ। ਦੇਖੋ ਜਿੱਦਾਂ ਦੀ ਤੁਹਾਨੂੰ ਕਸਰ ਰਹਿੰਦੀ ਆ ਨਾ, ਫਿਰ ਨਾਲ ਬੰਦੇ ਨੇ ਜਦ ਰਹਿਣਾ ਇੱਕੋ ਥਾਂ ਇੱਕੋ ਬੱਸੇ ਜਾਣਾ, ਇੱਕੋ ਬੱਸੇ ਆਉਣਾ, ਤਾਂ ਨਾਲ ਦਿਨ ਤਾਂ ਕੁਛ ਨਾ ਕੁਛ ਹੋਊਗਾ ਹੀ। ਨਹੀਂ ਕਿਸੇ ਵੇਲੇ ਦਾ ਜੀ ਹੈ ਨਾ, ਅੱਜ ਸੰਤਰੇ ਵਾਲਾ ਜੂਸ ਪੀਣਾ, ਖੱਟਾ। ਅੱਛਾ ਸੰਧਾਲੀਆ ਸਾਹਿਬ, ਖੱਟੇ ਤੋਂ ਚੇਤਾ ਆਇਆ। ਮੈਂ ਸੋਚਦਾ ਸੀ ਕਿ ਸਟਾਰਟਿੰਗ ਦੇ ਵਿੱਚ, ਸ਼ੁਰੂਆਤ ਦੇ ਵਿੱਚ ਹੀ ਪ੍ਰੋਗਰਾਮ ਦੇ ਪੁੱਛ ਲਈਏ ਕਿ ਅੱਜ ਮਹੀਨਾ ਸੁੱਖ ਨਾਲ ਇੱਕ ਰਹਿ ਗਿਆ ਜੀ। ਪਹਿਲਾਂ ਲੋਹੜੀ ਦੀ ਵਧਾਈ ਵਧੂਈ ਦੇ ਦਿਓ। ਮੈਂ ਚਲੋ ਲੋਹੜੀ ਦੀਆਂ ਵਧਾਈਆਂ ਜੀ। ਜਿੱਥੇ ਲੋਹੜੀ ਸ਼ੁਰੂ ਹੋ ਚੁੱਕੀ ਹੈ, ਜਿੱਥੇ ਅਜੇ ਹੋਣੀ ਹੈ, ਕਈਆਂ ਪਾਸਿਆਂ ਦੇ ਕਈ ਤਰ੍ਹਾਂ ਦੇ ਦਿਨ ਨੇ। ਮੈਂ ਤਾਂ ਆਖਿਆ ਵੀ ਰਲਾ ਮਿਲਾ ਕੇ ਜੇ ਮਤਲਬ ਲੋਹੜੀ ਦੀਆਂ ਵਧਾਈਆਂ, ਲੋਹੜੀ ਦੀਆਂ ਵਧਾਈਆਂ ਜੀ। ਤੇ ਲੋਹੜੀ ਦੇ ਮਤਲਬ ਅੱਜ ਉਸ ਬੱਕਰੇ ਦਾ ਜ਼ਰੂਰ ਖਿਆਲ ਰੱਖਿਓ ਜਿਹਨੇ ਕਹਿੰਦੇ ਵੀ ਛਾਲ ਮਾਰਨੀ, ਕਿਉਂਕਿ ਕਹਿੰਦੀ ਹੁੰਦੀ ਨਾ ਮਾਈਆਂ ਵੀ ਲੋਹੜੀ ਦੇ ਨਾ ਦਿਨ ਬੱਕਰੇ ਜਿੱਡੀ ਛਾਲ ਮਾਰਦਾ। ਬੱਕਰੇ ਜਿੱਡੀ ਛਾਲ, ਹਾਂ, ਮਤਲਬ ਹੁਣ ਉਹ ਬੱਕਰਾ ਤੇ ਲੱਭਣਾ ਪਊ ਨਾ ਵੀ ਜਿਹਦੀ ਜਿੱਡੀ ਛਾਲ ਮਾਰਨੀ। ਤੇ ਬਹੁਤ ਖਿਆਲ ਨਾਲ ਯਾਨੀ ਲੋਹੜੀ ਸੇਕਣੀ ਵੀ ਆ, ਧੂਣੀ ਲੱਗਣੀ ਆ, ਪਰ ਬਹੁਤ ਖਿਆਲ ਨਾਲ ਐਤਕੀ। ਕਿਉਂਕਿ ਹੋ ਸਕਦਾ ਜਦੋਂ ਲੋਹੜੀ ਦੀ ਧੂਣੀ ਲੱਗਦੀ, ਜਦੋਂ ਚੇਤਾ ਆਉਂਦਾ ਨਾ ਕਿ ਜੇ ਧੁੰਦ ਪੈ ਜਾਵੇ, ਤੇ ਬਹੁਤ ਦੂਰ ਤੱਕ ਨਹੀਂ ਦੀਦਾ ਹੁੰਦਾ। ਜਾਣੀ ਜ਼ਰੂਰੀ ਨਹੀਂ ਹੈ ਕਿ ਜਿਨ੍ਹਾਂ ਨੇ ਲੋਹੜੀ ਪਾਉਣੀ ਹੈ, ਕੁੜੀਆਂ ਦੀ ਮੁੰਡਿਆਂ ਦੀ, ਆਪਾਂ ਮੁੰਡਿਆਂ ਦੀ ਸ਼ਬਦ ਅੱਜ ਬਾਅਦ 'ਚ ਵਰਤਣਾ, ਦੋਨਾਂ ਦੀ ਪਾਉਣੀ ਆ ਕਿ ਭਾਈ ਤੁਸੀਂ ਧੂਣੀ ਲਾ ਲਈ ਹੈ, ਤੁਸੀਂ ਪਰਾਤ ਦੇ ਵਿੱਚ ਜਾਂ ਥਾਲਾਂ ਦੇ ਵਿੱਚ ਉੱਥੇ ਰਿਓੜੀਆਂ ਮੂੰਗਫਲੀਆਂ ਰੱਖੀਆਂ, ਤੇ ਜਿਹੜਾ ਵੀ ਆਇਆ ਹੁੰਦਾ ਨਾ ਕਿ ਉਹਨੂੰ ਦਿਓ। ਤੇ ਜਦੋਂ ਤੁਸੀਂ ਅੱਜ ਇੱਦਾਂ ਮੁੱਠੀ ਭਰ ਕੇ ਦੇਣਾ, ਹੋ ਸਕਦਾ ਤੁਹਾਡੇ ਹਲਕੇ ਦਾ ਉਮੀਦਵਾਰ ਹੋਵੇ ਵੋਟਾਂ ਮੰਗਣਾ, ਕਿਉਂਕਿ ਉਹਨਾਂ ਦੇ ਲਈ ਤਾਂ ਇੱਕ ਦਿਨ ਹੈ ਨਾ। ਮਤਲਬ ਇਹ ਨਾ ਹੋਵੇ ਵੀ ਅਗਲੇ ਇੱਦਾਂ ਤੁਸੀਂ ਕਰ ਲਓ। ਪਰ ਇੱਕ ਚੀਜ਼ ਆਪਾਂ ਐਡ ਕਰੀਏ, ਕਈ ਵਾਰ ਨਾ ਜ਼ਿਕਰ ਕੀਤਾ ਜਾਂਦਾ ਵੀ ਹਾਂਜੀ ਯਾਰ ਮੁੰਡਿਆਂ ਦੀ ਲੋਹੜੀ ਮਨਾਉਂਦੇ ਆ। ਇਹਨੂੰ ਥੋੜ੍ਹਾ ਜਿਹਾ ਇੱਦਾਂ ਵੀ ਘੁਮਾ ਕੇ ਵੇਖ ਲਈਏ ਵੀ ਜਿਨ੍ਹਾਂ ਦੇ ਘਰੇ ਨਵਾਂ ਵਿਆਹ ਹੋਇਆ ਹੁੰਦਾ, ਉਹ ਵੀ ਲੋਹੜੀ ਮਨਾਉਂਦੇ ਆ, ਲੋਹੜੀ ਪਾਉਂਦੇ ਆ। ਤੁਸੀਂ ਦੇਖੋ ਵੀ ਉਹਨਾਂ ਦੇ ਘਰੇ ਇੱਕ ਨਵਾਂ ਜੀ ਆਇਆ ਹੁੰਦਾ ਤੇ ਉਹ ਧੀ ਆਈ ਹੁੰਦੀ ਹੈ ਜੀ, ਉਹ ਵੀ ਤੇ ਖੁਸ਼ੀ ਹੈ ਨਾ। ਹਾਂ, ਉਹਨੂੰ ਵੇਖਣ ਦਾ ਇੱਕ ਨਜ਼ਰੀਆ, ਜਿੱਦਾਂ ਕੋਈ ਮਰਜ਼ੀ ਵੇਖ ਲਿਆ। ਅਗਲਾ ਕਹਿੰਦੇ ਫਲਾਨਿਆਂ ਦੇ ਮੁੰਡੇ ਦਾ ਵਿਆਹ ਸੀ, ਉਹ ਮੁੰਡੇ ਦਾ ਵਿਆਹ ਕੁੜੀ ਨੇ ਕੀਤਾ, ਫੇਰ ਵਿਆਹ ਇਕੱਲੇ ਦਾ ਤਾਂ ਹੋ ਨਹੀਂ ਗਿਆ, ਇਕੱਲੇ ਦਾ ਤੇ ਹੋ ਨਹੀਂ ਗਿਆ ਨਾ ਭਾਈ। ਹੁਣ ਫਰਕ ਬੜਾ ਪੈ ਗਿਆ ਸੰਧਾਲੀਆ ਸਾਹਿਬ। ਹੁਣ ਤਾਂ ਜਾਣੀ ਕਮਾਲਾਂ ਹੀ ਹੋਈਆਂ ਪਈਆਂ। ਆ ਯੂਪੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਸੀ ਕਿ 4-5 ਕੁੜੀਆਂ ਨੇ ਬਾਵਾ ਨਾ, ਪੰਜਾਬੀ ਜਿਹਨੂੰ ਜੁੱਤੀ ਫੇਰਨਾ ਕਹਿੰਦੇ ਆ, ਸ਼ਤਰੌਲ। ਹਾਂ, ਸ਼ਤਰੌਲ। ਇੱਕ ਮਸਟੰਡਾ ਜਿਹਾ ਸੀਗਾ, ਉਹਨੇ ਕਿਤੇ ਐਂ ਦੇਖਿਆ ਵੀ ਚਲੋ ਕੋਈ ਗੱਲ ਨਹੀਂ, ਸੀਟੀਆਂ ਸੂਟੀਆਂ ਮਾਰ ਕੇ ਲੰਘਦੀ, ਜਿਹਦਾ ਕਈਆਂ ਨੂੰ ਆਦਤ ਹੀ ਹੁੰਦੀ ਹੈ। ਉਹਨਾਂ ਨੇ ਸੀਟੀ ਮਾਰੀ, ਉਹਨਾਂ ਨੇ ਫਿਰ ਆਸਾ ਪਾਸਾ ਦੇਖਿਆ। ਉਹ ਕਹਿੰਦੀਆਂ ਹੁਣ ਅਸੀਂ ਟੈਲੀਫੋਨ ਦਾ ਪੁਲਿਸ ਨੂੰ ਬਾਅਦ 'ਚ ਹੀ ਕਰਨਾ, ਆਲੇ ਦੁਆਲੇ ਦੁਕਾਨ। ਹੁਣ ਉਹ ਸਮਾਂ ਨਹੀਂ ਰਹਿ ਗਿਆ ਜਦੋਂ ਕਹਿੰਦਾ ਜੀ ਅੰਕਲ ਜੀ ਆਇਓ ਦੇਖਿਓ, ਆਪ ਮੈਨੂੰ ਛੇੜਦਾ ਹੀ। ਹੁਣ ਉਹ ਕਹਿੰਦੇ ਕੋਈ ਗੱਲ ਨਹੀਂ, ਸੇਵਾ ਜਿੰਨੀ ਕਰਨੀ ਆਪ ਹੀ ਕਰ ਲੈਣੀ ਰਲ ਮਿਲ ਕੇ। ਉਹ ਅੰਕਲ ਜੀ ਦੇ ਬਾਅਦ ਮੁੰਡਾ ਛਡਾਉਣ ਆਉਂਦੇ ਹੁੰਦੇ ਬਾਅਦ, ਗੁੱਡੀ ਜਾਣਦੇ ਹੁਣ, ਕੋਈ ਨਹੀਂ ਚਲੋ ਛੱਡੋ, ਚਲੋ ਇਹ ਦਫਾ ਹੋ, ਤੂੰ ਕਿਹੜੇ ਕੰਮ 'ਚ ਪਿਆ। ਉਹ ਵੀ ਕਹਿੰਦੇ ਹੁੰਦੇ ਆ ਗੁੱਡੀ ਰਹਿਣ ਦੇ, ਕੱਲ ਵੀ ਖਾਧੀਆਂ ਇਹਨੇ ਕਿਸੇ ਤੋਂ। ਚਲੋ ਆਪਾਂ ਹੁਣ ਦੁਬਾਰਾ ਇਲੈਕਸ਼ਨ ਵਾਲੇ ਪਾਸੇ ਆ ਜਾਈਏ। ਦੇਖੋ ਇਲੈਕਸ਼ਨਾਂ ਦੀ ਗੱਲ ਆਪਾਂ ਤਾਂ ਕੀਤੀ, ਮੈਂ ਇੱਕ ਬੇਨਤੀ ਕਰਨੀ। ਤੁਸੀਂ ਦੇਖਿਆ ਨਾ ਵੀ ਜਾਨੀ ਲੀਡਰ ਬੰਦੇ ਦਾ ਆਹੀ ਕੰਮ ਹੁੰਦਾ ਕਿ ਵੋਟਰ ਨੂੰ ਉਹਦੇ ਮੁੱਦਿਆਂ ਤੋਂ ਭਟਕਾ ਕੇ ਆਪਣੇ ਮੁੱਦਿਆਂ ਦੇ, ਮੈਂ ਕਿਹਾ ਸੀ ਮੈਨੂੰ ਕੋਈ ਗੱਲ ਕਰ ਲੈਣ ਦਿਓ। ਪਹਿਲਾਂ ਵਿੱਚ ਬੰਦੇ ਨੇ ਲੋਹੜੀ ਲਿਆਂਦੀ, ਉਹਦੇ ਤੋਂ ਬਾਅਦ ਹੁਣ ਆਪਾਂ ਨਾ ਖਬਰਾਂ ਦੀ ਗੱਲ ਕਰਦੇ। ਮੇਰੀ ਤਾਂ ਆਮ ਬੰਦੇ ਦੀ ਤਾਂ ਨਹੀਂ ਸੁਣੀ ਗਈ ਨਾ ਕਦੀ। ਸੁਣਾਓ ਯਾਰ। ਮੈਂ ਸਿਰਫ ਇਹ ਕੀਤੇ ਦੇ ਹੋਏ MLA ਸਾਹਿਬ ਥੋੜਾ ਇਧਰ ਜੋ। ਮੈਂ ਸਿਰਫ ਇਹ ਬੇਨਤੀ ਕਰਨ ਲੱਗਾ ਸੀ ਕਿ ਦਿਨ ਰਹਿ ਗਿਆ 30। ਕਿਸੇ ਦੇ ਪਿੰਡ 'ਚ ਕੋਈ ਬੱਤਾ ਤੇ ਤੱਤਾ ਵਰਤਣ ਲੱਗਾ ਕਿ ਨਹੀਂ ਲੱਗਾ? ਜਾਣੀ ਦਿਨੇ ਬੀਬੀਆਂ ਨੂੰ ਇਕੱਠੇ ਕਰਕੇ ਕੋਈ ਬੱਤਾ ਬੁੱਤਾ ਬਣਾਉਂਦਾ, ਸ਼ਾਮ ਨੂੰ ਤੁਹਾਡੇ ਵਾਲੇ ਬੰਦੇ ਜਦੋਂ ਤੁਸੀਂ ਤੋਰੇ ਹੁਣ ਘਰੋਂ ਚੱਲੇ ਹੋਣ, ਉਹਨਾਂ ਦੀ ਜੇਬ 'ਚ ਤੁਹਾਨੂੰ ਪਤਾ ਕਿ 10 ਰੁਪਈਏ ਭੁਜੀਆ ਲੈਣ ਜੋਗੇ ਮਸਾਂ ਆ। ਤੇ ਜਦੋਂ ਬੰਦਾ ਆਉਂਦਾ ਤਾਂ ਫਿਰ ਕੰਧਾਂ ਨੂੰ ਫੜ ਕੇ ਆਉਂਦਾ। ਤੇ ਉਹ ਬੰਦਾ ਆਮ ਤੌਰ 'ਤੇ ਹੁੰਦਾ ਨਾ ਕਿ ਪਲਾਸਟਰ ਕੀਤੀ ਹੋਵੇ ਕੰਧ, ਉਹ ਕਹਿੰਦਾ ਯਾਰ ਪਲਾਸਟਰ ਨਾ ਕੀਤੀ ਹੋਵੇ। ਕਹਿੰਦਾ ਕਿਉਂ? ਜੇ ਟੀਪ ਵੀ ਨਾ ਕੀਤੀ ਹੋਵੇ ਪਲਾਸਟਰ ਵੀ ਨਾ, ਉਂਗਲਾਂ ਵਿੱਚ ਚੰਗੀ ਤਰ੍ਹਾਂ ਫਸ ਜਾਂਦੀਆਂ ਤੁਰਨ ਦੇ ਲਈ। ਵੀ ਕੀ ਕਿਤੇ ਪਲਾਉਣ ਪੜੂਣ ਵਾਲਾ ਕੰਮ ਸ਼ੁਰੂ ਤਾਂ ਨਹੀਂ ਹੋ ਗਿਆ? ਮਾੜੀ ਜਿਹੀਆਂ ਟਿੱਪਣੀਆਂ ਕਰਿਓ, ਫਿਰ ਅਸੀਂ ਇੱਧਰਲੇ ਪਾਸੇ ਵਾਰੀ ਥੋੜ੍ਹੀ ਜਿਹੀ ਤਿੱਖੀ ਕਰ ਲਾਂਗੇ। ਇਹ ਦੇਖੋ ਬੱਤਾ ਤੱਤਾ, ਇਹਦਾ ਇੱਕ ਤੀਸਰਾ ਭਾਗ ਹੁੰਦਾ, ਉਹਦਾ ਨਾਂ ਹੈ ਪੱਤਾ। ਅੱਛਾ। ਉਹ ਪੱਤਾ ਹਰਾ ਵੀ ਹੋ ਸਕਦਾ, ਗੁਲਾਬੀ ਵੀ ਹੋ ਸਕਦਾ। ਅੱਜ ਕੱਲ੍ਹ ਤੇ ਮੈਨੂੰ ਲੱਗਦਾ ਵੀ ਹੁਣ ਗੁਲਾਬੀ ਤੱਕ ਵੀ ਗੱਲ ਪਹੁੰਚ ਗਈ, ਕਿਉਂਕਿ ਹਰੇ ਤੇ ਬੰਦੇ ਮੰਨਦੇ ਨਹੀਂ। ਹਾਂ, ਉਹ ਕਹਿੰਦੇ ਪੱਤਾ ਲੈਣਾ ਹੀ, ਉਹ ਤੇ ਗੁਲਾਬੀ ਰੰਗ ਦਾ ਲੈਣਾ ਹੀ, ਦੇ ਉੱਤੇ ਫੋਟੋ ਫਲਾਣੇ ਬੰਦੇ ਦੀ ਹੋਵੇ, ਬਸ ਚੁੱਪ ਕਰਕੇ ਗੋਝੇ 'ਚ ਪਾ ਦਿਓ, ਫਿਰ ਵੋਟ ਤੁਹਾਡੀ। ਠੀਕ ਹੈ, ਚਲੋ ਉਹ ਸਮਾਂ ਆਊਗਾ। ਬਾਕੀ ਬਦਲਾਅ ਆ ਗਿਆ ਤੇ ਅੱਜ ਲੋਹੜੀ ਆ, ਤੇ ਅੱਜ ਫਿਰ ਸ਼ਰਤ ਨਹੀਂ ਲਾਉਣੀ। ਨਹੀਂ ਲਾਵਾਂਗੇ, ਕੱਲ੍ਹ ਲਾਵਾਂਗੇ ਨਾ। ਅੱਜ ਪਹਿਲਾਂ ਲੋਹੜੀ ਮਨਾ ਲੈਣ ਦਿਓ, ਕੱਲ੍ਹ ਲੱਗੂਗੀ ਸ਼ਰਤ ਠੋਕ ਵਜਾ ਕੇ। ਚਲੋ ਮਾਘੀ ਤੇ ਲੱਗੂਗੀ।
ਇਹ ਤੁਸੀਂ ਵੀ ਉਹੀ ਗੱਲ ਕੀਤੀ ਨਾ, ਜਿੱਦਾਂ ਲੋਹੜੀ ਵਾਲੇ ਦਿਨ ਖੀਰ ਬਣਾ ਕੇ ਨਾ ਜਾਂ ਗੁੜ ਵਾਲੇ ਚੌਲ, ਅਤੇ ਉਹਨੂੰ ਰਿੰਨ ਇੱਕ ਮਹੀਨਾ ਪਹਿਲਾਂ ਲੈਣਾ, ਅਤੇ ਮਤਲਬ ਮਾਈਆਂ ਕਹਿੰਦੀਆਂ ਰਾਤ ਨੂੰ ਰਿੰਨ ਲੈਣਾ ਅਤੇ ਸਵੇਰੇ ਖਾਣੀ। ਉਹ ਕੰਮ ਮਤਲਬ ਵੀ ਅੱਜ ਆਪਾਂ ਤੈਅ ਕਰ ਲਿਆ ਵੀ ਸ਼ਰਤ ਕੱਲ੍ਹ ਆਉਣੀ, ਤਾਂ ਮਤਲਬ ਕੱਲ੍ਹ ਆਵਾਂਗੇ। ਉਹਦਾ ਕਾਰਨ ਪਤਾ ਕੀ ਹੈ, ਤੁਸੀਂ ਹੈਗੇ ਲੀਡਰ ਬੰਦੇ, ਮੈਂ ਆਮ, ਅਸੀਂ ਪੌਣੇ 5 ਸਾਲ ਤੁਹਾਡੇ ਕੋਲ ਜਾਂਦੇ ਰਹੇ ਅਤੇ ਸਾਨੂੰ ਮੁਰੇ ਉਹੀ ਜਵਾਬ। ਅੱਜ ਉਹ ਗਏ ਚੰਡੀਗੜ੍ਹ ਨੇ, ਅੱਜ ਉਹਨਾਂ ਦਾ ਚਿੱਤ ਨਹੀਂ ਤਕੜਾ, ਅੱਜ ਕਿਤੇ ਉਦਘਾਟਨ 'ਤੇ ਗਏ ਆ, ਕੱਲ੍ਹ ਨੂੰ ਆਇਓ। ਅਸੀਂ ਕਿ ਇੱਕ ਦਿਨ ਤੁਹਾਡੇ ਨਾਲ ਵੀ ਇੱਦਾਂ ਕਰਕੇ ਦੇਖ ਲਿਓ ਕਿ ਸ਼ਰਤ ਤਾਂ ਲੱਗੂਗੀ, ਕੱਲ੍ਹ ਆਇਓ, ਕਰ ਲਓ, ਚਾਹ ਪਿਲਾਈਏ, ਨਹੀਂ ਹੁਣ ਤਾਂ ਚਾਹ ਲੈ ਲਓ। ਅੱਛਾ ਚਲੋ ਹੁਣ ਆਪਾਂ ਹੁਣ ਕਰੀਏ ਸਰ, ਆ ਜਾਓ। ਮੈਂ ਤਦੇ ਹੈਗਾ, ਮੈਂ ਹੁਣ ਵੋਟਰ ਨੂੰ ਪੁੱਛ ਲਈਏ, ਵੋਟਰ ਨੂੰ ਪੁੱਛ ਲਈਏ। ਅੱਛਾ ਗੱਲ ਇਹ ਹੈ ਵਾਟ ਸਾਹਿਬ ਕਿ ਵੀ ਜਿਹੜੀ ਗੱਲ ਮੈਂ ਸਟਾਰਟਿੰਗ 'ਚ ਕਹੀ, ਆਪਾਂ ਲੋਹੜੀ ਵਾਲੀ ਵੀ ਕਹੀ ਵੀ ਘੁਸਮੁਸਾ ਜਿਹਾ ਧੁੰਦ ਧੰਦ ਦੇ ਵਿੱਚ ਹਨੇਰੇ ਸਵੇਰੇ, ਕਿਉਂਕਿ ਹੁਣ ਕਾਰਨ ਇਹ ਆ ਵੀ ਚੋਣ ਕਮਿਸ਼ਨ ਨੇ ਵੀ ਕਹਿ ਦਿੱਤਾ ਵੀ ਬੰਦੇ ਵੀਰ 5 4 ਹੋ ਜਾਣ ਬਹੁਤ ਵਧੀਆ, 3 ਨਾਲ ਸਾਰ ਲਓ ਤੇ ਗੱਲ ਹੀ ਬਣ ਜੇ, ਵੱਧ ਤੋਂ ਵੱਧ 5। ਹੁਣ ਐਡਾ ਕੀ ਟੋਲਾ ਲੋਹੜੀ ਮੰਗਣ ਵਾਲਿਆਂ ਦਾ ਹੁੰਦਾ। ਹੁਣ ਦੇਖੋ ਵੀ ਪੰਜਾਬ ਵਾਲੇ ਤਾਂ ਜੇ ਸ਼ੁਰੂ ਹੋਏ ਨਹੀਂ, ਦਿੱਲੀ ਦੇ ਮੁੱਖ ਮੰਤਰੀ ਸਾਹਿਬ ਪੰਜਾਬ 'ਚ ਨਜ਼ਰ ਆਏ ਗਲੀ ਗਲੀ ਜੀ, ਨਾਲੇ ਦੇ ਪੈਂਫਲੇਟ ਵੰਡਦੇ, ਵੋਟ ਹੈ ਆਪਕੀ, ਕਹਿੰਦੇ ਹੈਗੀ, ਹਮੇਂ ਡਾਲਣਾ ਇਸ ਬਾਰ, ਝਾੜੂ ਚਲਾਣਾ ਹੈ। ਬੰਦੇ ਬੜੇ ਨਾ ਹੁੰਦੇ ਨੇ ਕਿਫਾਇਤੀ ਬੰਦੇ, ਬੜੇ ਕਿਫਾਇਤੀ। ਜਿੱਥੇ ਜਾਂਦੇ ਸੀ ਤਾਂ 10 ਕੁ ਬੀਬੀਆਂ ਖੜੀਆਂ, ਭਗਵੰਤ ਮਾਨ ਹੋਰੀ ਨਾਲ, ਖਰੜ ਦੇ ਵਿੱਚ ਸੀਗੇ ਅਨਮੋਲ ਗਗਨਮਾਨ ਨਾਲ, ਕਹਿੰਦੇ ਇੱਕ ਇੱਕ ਪੈਂਫਲੇਟ ਦੋ ਇਨਕੋ, ਇੱਕ ਇੱਕ ਹੀ ਕਿਹਾ, ਇਹ ਨਹੀਂ ਕਿਹਾ ਕਿ ਬੀਬੀ ਉਹ ਗਾਂ ਵੀ ਵੰਡੇ। ਉਹਨਾਂ ਨੂੰ ਪਤਾ ਸੀ ਵੀ ਪੜ੍ਹਨਾ ਤਾਂ ਇੱਕ ਹੀ ਹੁੰਦਾ, ਇਨਕੋ ਇੱਕ ਇੱਕ ਪੈਂਫਲੇਟ ਦਾ। ਹੋਰ ਦੇਖੋ ਆਮ ਤੌਰ ਦੇ ਉੱਤੇ ਲੀਡਰ ਚੌੜੇ ਹੋ ਕੇ ਖੜੇ ਹੋ ਜਾਂਦੇ ਹੁੰਦੇ ਆ ਕਿ ਭਾਈ ਦੱਸੇ ਮੇਰਾ, ਉਹ ਕਹਿੰਦੇ ਇਹ ਭਗਵੰਤ ਹੈ, ਉਹ ਬੀਬੀ ਨੂੰ ਥੋੜ੍ਹਾ ਜਿਹਾ ਉੱਚਾ ਸੁਣਦਾ ਹੋਣਾ, ਭਗਵੰਤ ਮਾਨ ਹੈ ਬੀਬੀ, ਨਾਲ ਹੀ ਭਗਵੰਤ ਨਾਲ ਥੋੜਾ ਜਿਹਾ ਮਾਸਕ ਥੱਲੇ ਕੀਤਾ ਹਲਕਾ ਜਿਹਾ ਐਂ ਕਰਕੇ, ਬੀਬੀ ਕਹਿੰਦਾ ਅੱਛਾ ਵੇ ਪੁੱਤ ਤੂੰ ਸੀ, ਲੈ ਮੈਨੂੰ ਪਹਿਲਾਂ ਸਿਆਣ ਨਹੀਂ ਆਈ। ਉਸੇ ਵੇਲੇ ਅਨਮੋਲ ਗਗਨਮਾਨ ਕੇਜਰੀਵਾਲ ਸਾਹਿਬ ਨੇ ਨਾਲ, ਅੱਛਾ ਆ ਨਹੀਂ ਚਲੋ ਇੱਕ ਗੱਲ ਤਾਂ ਹੈਗੀ ਆ ਵੀ ਕੇਜਰੀਵਾਲ ਸਾਹਿਬ ਜਿਹੜੀ ਚੀਜ਼ ਲਈ ਜਾਣੇ ਜਾਂਦੇ ਆ ਵੀ ਉਹਨਾਂ ਨੇ ਕੁਛ ਨਾ ਕੁਛ ਨਿਵੇਕਲਾ ਕਰਨਾ ਹੁੰਦਾ, ਅਤੇ ਫਿਰ ਉਹ ਹੌਲੀ ਹੌਲੀ ਬਾਕੀ ਦੇ ਵੀ ਉਹਨਾਂ ਦੇ ਮਗਰ ਲੱਗ ਜਾਂਦੇ ਆ। ਉਸ ਕੰਮ 'ਚ ਤੇ ਬੰਦਾ ਬਾਜ਼ੀ ਮਾਰ ਗਿਆ, ਕਿਉਂਕਿ ਆਹ ਚੀਜ਼ ਐਕਸਪੈਕਟਡ ਨਹੀਂ ਸੀ। ਲੋਕ ਇਹ ਸੋਚਦੇ ਵੀ ਯਾਰ ਵਾਰ-ਵਾਰ ਉਹਨੇ ਕੋਈ ਨਾ ਕੋਈ ਗਰੰਟੀ ਲਿਆਉਣੀ ਹੈ ਜੀ, ਜਿੱਦਾਂ ਆਮ ਤੌਰ 'ਤੇ ਰੋਡਵੇਜ਼ ਦੀਆਂ ਬੱਸਾਂ ਨੇ ਉਹ ਲਿਸ਼ਕਣੀਆਂ ਜਾਂ ਘੜੀਆਂ ਲੈ ਕੇ ਚੜ੍ਹਦੇ ਆ, ਗਰੰਟੀ ਵਾਲੀਆਂ ਵੀਰ ਜੀ। ਉਹ ਮੈਨੂੰ ਯਾਦ ਆ ਵੀ ਉਸ ਕੰਮ ਦੀ ਗਰੰਟੀ ਡੀਕਦੇ ਐਤਕੀ ਜਿੱਦਾਂ ਉਹਨਾਂ ਨੇ ਕੀਤਾ ਵੀ ਆਪਾਂ ਗਲੀ ਗਲੀ ਜਾਣਾ ਸੀ ਅਤੇ ਹੱਥ ਜੋੜ ਕੇ ਅਤੇ ਉੱਥੇ ਲੋਕਾਂ ਨੂੰ ਕਹਿਣਾ ਵੀ ਸਾਨੂੰ ਵੋਟ ਪਾਇਓ। ਅਤੇ ਸੁਣ 'ਚ ਤੇ ਵੀ ਆਇਆ ਵੀ ਉਹ ਖਰੜ ਜਿਹੜੇ ਹਲਕੇ ਦੀ ਗੱਲ ਉਹ ਕਰਦੇ ਨੇ, ਉੱਥੇ ਸ਼ਾਇਦ ਮੁੱਖ ਮੰਤਰੀ ਚੰਨੀ ਸਾਹਿਬ ਦੇ ਪਰਿਵਾਰ ਦੀ ਵੋਟ ਵੀ ਹੈਗੀ ਹੈ। ਨਹੀਂ ਦੇਖੋ, ਇਹ ਤਾਂ ਕਿਉਂਕਿ ਸਿੱਧਾ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਆਪ ਦੇ ਸ਼ਹਿਰ ਤੋਂ ਪ੍ਰਚਾਰ ਸ਼ੁਰੂ ਕਰਨਾ, ਤੇ ਹਲਕਾ ਵੀ ਉਹ ਹੈ ਜਿੱਥੋਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਉਹ ਜਿੱਤੇ ਸੀ, ਕੰਵਰ ਸੰਧੂ ਸਾਹਿਬ। ਐਤਕੀ ਪਾਰਟੀ ਨੇ ਟਿਕਟ ਉਹਨਾਂ ਨੂੰ ਨਹੀਂ ਦਿੱਤੀ ਕਿਉਂਕਿ ਪਾਰਟੀ ਤੋਂ ਥੋੜ੍ਹੀ ਜਿਹੀ ਮੁੱਖ ਧਾਰਾ ਤੋਂ ਲਾਂਭੇ ਚੱਲ ਰਹੇ ਸੀ। ਅਨਮੋਲ ਗਗਨਮਾਨ ਨੂੰ ਕਲਾਕਾਰ ਦੇ ਖੇਤਰ ਦੇ ਵਿੱਚੋਂ ਇੱਧਰਲੇ ਪਾਸੇ ਲਿਆਂਦਾ, ਤੇ ਫਿਰ ਭਾਈ ਇੱਕ ਤਾਂ ਸੀਟ ਬਰਕਰਾਰ ਰੱਖਣੀ ਹੈ, ਦੂਸਰਾ ਮੁੱਖ ਮੰਤਰੀ ਸਾਹਿਬ ਦੇ ਨਾਲ, ਜਾਣੀ ਤੁਹਾਡੇ ਵਰਗਾ ਬੰਦਾ ਜੇ ਮੇਰੇ ਨਾਲ ਗੱਲ ਕਰੇ ਤਾਂ ਤੁਹਾਡੀ ਥੋੜ੍ਹੀ ਚਰਚਾ ਹੋਣੀ ਹੈ, ਮੇਰੀ ਚਰਚਾ ਹੋਣੀ ਕਿ ਮੈਂ ਸੰਧਾ ਵਾਲੀ ਨਾਲ ਗੱਲ ਕੀਤੀ ਹੈ। ਇੱਦਾਂ ਹੀ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਦੇ ਹਲਕੇ ਤੋਂ ਜਾ ਕੇ ਗੱਲ ਕਰਦੇ ਹਾਂ, ਗੱਲ ਕਿਹੜੀ ਆ? ਨਹੀਂ ਇਹ ਤਾਂ ਗੱਲ ਹੈ। ਦੇਖੋ ਤਰੀਕਾ ਜਿਹੜਾ ਉਹਨਾਂ ਨੇ ਮਤਲਬ ਅਪਣਾਇਆ, ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਈਆਂ ਨੂੰ ਹੋ ਸਕਦਾ ਵੀ ਅਪਣਾਉਣਾ ਪੈ ਜਾਵੇ। ਨਹੀਂ ਕਈਆਂ ਨੂੰ ਨਹੀਂ, ਸਾਰਿਆਂ ਨੂੰ ਅਪਣਾਉਣਾ ਪੈਣਾ। ਇਹ ਤਾਂ ਹੁਣ ਗੱਲ ਕਲੀਅਰ ਹੋ ਗਈ ਨਾ। ਤੁਸੀਂ ਦੇਖੋ ਕਿ ਪਿਛਲੇ ਸਮੇਂ 'ਚ ਪੰਜਾਬ ਦੇ ਲੀਡਰ, ਤੁਸੀਂ ਮੋਟਰ 'ਤੇ ਬੈਠੇ ਤਾਸ਼ ਖੇਡਦੇ, ਕੌਲੀ 'ਚ ਚਾਹ ਪੀਂਦੇ, ਕੋਈ ਸੜਕ ਹਾਦਸੇ 'ਚ ਜ਼ਖਮੀ ਬੰਦੇ ਨੂੰ ਚੁੱਕਦੇ, ਮੁੜ ਕੇ ਟੈਲੀਫੋਨ ਕਰਦੇ, ਕੋਈ ਬੰਦਾ ਕਿਸੇ ਨੂੰ ਸ਼ਗਨ ਦਿੰਦਾ ਤੇ ਨਾਲ ਹੀ ਮਾੜਾ ਜਿਹਾ ਮਿੱਠਾ ਤਾਂ ਖਵਾਓ, ਫਿਰ ਉਹ ਸਾਰੀਆਂ ਚੀਜ਼ਾਂ ਦੇਖੀਆਂ। ਹੁਣ ਕਹਿੰਦੇ ਇੱਦਾਂ ਨਹੀਂ, ਹੁਣ ਤਾਂ ਘਰੋਂ ਘਰੀ ਜਾਣਾ ਪਊਗਾ, ਮਾਸਕ ਲਾ ਕੇ ਵੋਟਾਂ ਮੰਗਣੀਆਂ ਪੈਣਗੀਆਂ, ਤੇ ਨਾਲੇ ਇੱਕ ਇੱਕ ਪੈਂਫਲੇਟ ਦਿਓ ਇਨਕੋ। ਉਹ ਗੱਲ ਠੀਕ ਆ, ਕਰਨ ਨੂੰ ਕਰ ਲੈਣਗੇ ਸੁਧਾਰ। ਭਗਵੰਤ ਮਾਨ ਤੋਂ ਪਹਿਲਾਂ ਹਾਂ ਕਰਾਓ ਵੀ ਉਹ ਬਾਅਦ ਤਵਾ ਨਹੀਂ ਲਾਊਗਾ। ਕਿਵੇਂ? ਕਿਉਂਕਿ ਕਾਰਨ ਹੈ ਵੀ ਮਾਨ ਸਾਹਿਬ ਨੇ ਮੁੜ ਕੇ ਸ਼ੁਰੂ ਹੋ ਜਾਣਾ, ਦੇਖਿਆ ਕਿ ਨਹੀਂ ਜਿਹੜੇ ਹੈਲੀਕਾਪਟਰ ਤੋਂ ਨਹੀਂ ਉਤਰਦੇ ਫਿਰਦੇ ਕਿ ਨਹੀਂ ਗਲੀ 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 ਗਲੀ। ਇੱਕ ਗੱਲ ਹੈਗੀ ਆ ਸੰਧਾਲੀਆ ਸਾਹਿਬ, ਜਿਹੜੇ ਮਰਜ਼ੀ ਪਾਰਟੀ ਦੇ ਬੰਦੇ ਨਹੀਂ, ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿਸੇ ਸਾਂਝੀ ਥਾਂ 'ਤੇ ਇਕੱਠੇ ਹੋ ਜਾਣਾ ਕਿਸੇ ਰੈਲੀ ਦੇ ਵਿੱਚ, ਤੇ ਉਹ ਕਹਿੰਦੇ ਅਸੀਂ ਗਲੀਆਂ ਸਾਰੀਆਂ ਚੰਗੀਆਂ ਕਰਤੀਆਂ, ਵਧੀਆ ਬਣਾਤੀਆਂ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਹਿਣਾ ਸਾਡੀ ਯਾਰੀ 10 ਸਾਲਾਂ ਦੇ ਵਿੱਚ ਬਹੁਤ ਵਧੀਆ ਸੜਕਾਂ ਸੀ, ਭਾਵੇਂ ਬੰਬ ਸਿੱਟ ਕੇ ਤੋੜ ਲਾ ਟੁੱਟਣੀਆਂ ਨਹੀਂ। ਇਹਨਾਂ ਨੇ ਕਹਿਣਾ ਜੀ ਅਸੀਂ ਬਹੁਤ ਵਧੀਆ 5 ਸਾਲਾਂ 'ਚ ਕਾਂਗਰਸੀਆਂ ਨੇ ਕਹਿਣਾ ਬਣਾਈਆਂ। ਐਤਕੀ ਦੱਸਣ ਦੀ ਤਾਂ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ, ਤੇ ਉਹਨਾਂ ਨੂੰ ਦਾਅਵਾ ਕਰਨ ਦੀ ਲੋੜ ਨਹੀਂ, ਕਿਉਂਕਿ ਗਲੀਓ ਗਲੀ ਤੁਰਨਾ ਪੈਣਾ, ਆਪੇ ਹੀ ਪਤਾ ਲੱਗਣਾ ਕਿੰਨੀ ਕੁ ਬਣੀ ਆ ਤੇ ਕਿੰਨੀ ਕੁ ਨਹੀਂ। ਇਹ ਤਾਂ ਗੱਲ ਹੈਗੀ ਹੈ। ਪਰ ਚਲੋ ਇਹ ਸਾਰੇ ਕੁਛ ਦੇ ਵਿੱਚ ਇੱਕ ਗੱਲ ਤਾਂ ਹੈਗੀ ਆ ਵੀ ਕੇਜਰੀਵਾਲ ਸਾਹਿਬ ਦੀ ਜਿਹੜੀ ਫੇਰੀ ਆ, ਉਸ ਫੇਰੀ 'ਚ ਉਹਨਾਂ ਨੇ ਵਾਹਵਾ ਧੁੰਦ ਚੁੱਕਣ ਦੀ ਕੋਸ਼ਿਸ਼ ਕੀਤੀ। ਇੱਕ ਤੇ ਮੇਰੇ ਖਿਆਲ ਨਾਲ ਬੜੀ ਦੇਰ ਤੋਂ ਉਡੀਕਿਆ ਯਾਰ ਲੈ ਵੇ ਮੁੱਖ ਮੰਤਰੀ ਦਾ ਚਿਹਰਾ ਅੱਜ ਐਲਾਨ ਦੇਣਾ ਹੀ ਜੀ, ਉਹ ਹਮ ਐਲਾਨ ਕरेंगे कुछ दिनों में, अगले हफ्ते तक कर देंगे।
ਉਹ ਜਿਸ ਹਿਸਾਬ ਨਾਲ ਗੱਲ ਕਰਦੇ ਆ ਵੀ ਠੰਡੀ ਜੀ ਢਿੱਲੀ ਜੀ, ਉਹ ਜਿਹੜਾ ਬੰਦਾ ਵਿਚਾਰਾ ਆਪਣੇ ਨੂੰ ਪੁੱਛਣ ਗਿਆ ਦਾ ਸਵਾਲ ਵੀ ਯਾਰ ਦੱਸ ਤੇ ਦਿਓ ਇਹ ਕਰਾਂ ਮੈਨੂੰ, ਉਹ ਕਹਿੰਦਾ ਯਾਰ ਕੀ ਯਾਰ ਕੇਜਰੀਵਾਲ ਸਾਹਿਬ ਉਹੋ ਹੀ ਯਾਰ ਲੈ ਦਿਓ ਨਾ, ਕੀ ਫਰਕ ਪੈਂਦਾ। ਕਿ ਨਹੀਂ ਇਦਾਂ ਨਹੀਂ ਲੈਣਾ, ਉਹਨਾਂ ਨੇ 20 ਤੋਂ ਬਾਅਦ ਲੈਣਾ, ਜਦੋਂ 10 12 20 ਦਿਨ ਰਹਿ ਗਏ ਹੁਣ, ਜਦੋਂ ਫਿਰ ਕੰਮ ਉੱਪਰਲੇ ਪਾਸੇ ਨੂੰ ਜਾਵੇ, ਜਦੋਂ ਬਹੁਤੇ ਬੰਦੇ ਟੁੱਟ ਕੇ ਇੱਧਰ ਜਾਂ ਉੱਧਰ ਨਾ ਜਾ ਸਕਣ, ਉਹਨਾਂ ਥਾਂ ਹੀ ਨਹੀਂ ਛੱਡਣਾ, ਉਨੀ ਵਿੱਥ ਛੱਡਣੀ ਨਹੀਂ ਕਿ ਉੱਥੇ ਕੋਈ ਆ ਕੇ ਆਪਣਾ ਕੇਲ ਠੋਕ ਜਾਏ। ਪਰ ਅਰਵਿੰਦ ਕੇਜਰੀਵਾਲ ਹੋਰੀ ਜਦੋਂ ਚੰਡੀਗੜ੍ਹ ਆਏ, ਲੋਕਾਂ ਨੂੰ ਹੈਰਾਨੀ ਸੀ ਕਿ ਉਹ ਚੰਡੀਗੜ੍ਹ, ਜਿਸ ਚੰਡੀਗੜ੍ਹ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸਾਂ ਹੋਈਆਂ ਜੀ, ਟਿਕਟਾਂ ਵਿਕੀਆਂ ਆਮ ਆਦਮੀ ਪਾਰਟੀ ਦੀਆਂ, ਤੇ ਫਿਰ ਅਰਵਿੰਦ ਕੇਜਰੀਵਾਲ ਕਿਉਂਕਿ ਸਵਾਲਾਂ ਦੇ ਜਵਾਬ ਤਾਂ ਦਿੰਦੇ ਹੁੰਦੇ ਆ, ਫਿਰ ਪੱਤਰਕਾਰਾਂ ਨੇ ਸਵਾਲ ਪੁੱਛਿਆ, ਕਹਿੰਦੇ ਜੀ ਅਸੀਂ ਨਹੀਂ ਕਹਿੰਦੇ, ਦੁਨੀਆ ਦੇ ਵਿੱਚ ਤੁਹਾਡੇ ਬੰਦੇ ਕਹਿੰਦੇ, ਪ੍ਰੈਸ ਕਾਨਫਰੰਸਾਂ ਕਰ ਕਰਕੇ ਸਾਨੂੰ ਕਹਿੰਦੇ, ਸਾਡੇ ਕੋਲੇ ਵੀਡੀਓ ਰਿਕਾਰਡਿੰਗ ਨੇ, ਤੇ ਉਹ ਕਹਿੰਦੇ ਜੀ ਕੋਈ 2 ਕਰੋੜ ਕੋਈ ਕਰੋੜ ਕੋਈ 50 ਲੱਖ ਕੋਈ 3 ਕਰੋੜ ਦੀ ਚਰਚਾ ਚੱਲਦੀ ਹੈ। ਉਹ ਕਹਿੰਦੇ ਜੀ ਪਹਿਲੀ ਗੱਲ ਕਿ ਮੈਨੂੰ ਸਬੂਤ ਦਿਓ, ਸਾਡੀ ਪਾਰਟੀ ਜਿਹੜੀ ਇੱਕੋ ਇੱਕ ਪਾਰਟੀ ਹੈ ਜਿਹਦੇ ਵਿੱਚ ਇਮਾਨਦਾਰੀ ਹੈ, ਨਾ ਕੋਈ ਟਿਕਟ ਕਦੇ ਵਿਕੀ ਹੈ, ਨਾ ਕੋਈ ਖਰੀਦਣ ਵਾਲਾ ਤੇ ਨਾ ਕੋਈ ਵੇਚਣ ਵਾਲਾ, ਤੁਸੀਂ ਮੈਨੂੰ ਸਬੂਤ ਦੇ ਦਿਓ। 24 ਘੰਟਿਆਂ ਦੇ ਵਿੱਚ ਟਿਕਟ ਖਰੀਦਣ ਵਾਲਾ ਤੇ ਟਿਕਟ ਵੇਚਣ ਵਾਲਾ ਦੋਨੇ ਬੰਦੇ ਪਾਰਟੀ ਤੋਂ ਬਾਹਰ ਹੋਣਗੇ, ਅਪਰਾਧਿਕ ਮਾਮਲਾ ਦਰਜ ਕਰਾਉਂਗਾ ਤੇ ਨਰਕਾਂ ਤੱਕ ਪਿੱਛੇ ਨਹੀਂ ਛੱਡਦੇ ਆਪਾਂ। ਜਹੰਨਮ ਨਰਕ ਹੀ ਹੁੰਦਾ ਸ਼ਾਇਦ, ਇਦਾਂ ਹੀ ਹਨਾ, ਹੋਣਾ ਹੀ ਹੈ ਜਿੱਦਾਂ ਦੀ ਗੱਲ ਕਹੀ ਆ, ਜਾਣੀ ਕਿ ਉਹਨਾਂ ਨੇ ਕਲੀਅਰ ਕਹਿਤਾ ਕਿ ਮੈਨੂੰ ਸਬੂਤ ਦਿਓ ਕਿ ਭਾਈ ਕਿੱਥੇ ਹੈ, ਇਦਾਂ ਦੀ ਗੱਲ ਕੋਈ ਨਹੀਂ ਕਹਿੰਦੇ ਸਾਡੀ ਪਾਰਟੀ 'ਚ। ਪਰ ਜਿਹੜੀ ਨਾਲ ਉਹਨਾਂ ਨੇ ਇੱਕ ਚੇਤਾਵਨੀ ਦਿੱਤੀ, ਕਹਿੰਦੇ ਜੇ ਉਦਾਂ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਨਾ, ਤੁਹਾਡੇ ਤੇ ਵੀ ਕਾਨੂੰਨੀ। ਨਹੀਂ ਇਹ ਤੇ ਗੱਲ ਹੈਗੀ ਆ। ਦੇਖੋ ਪਿਛਲੇ ਦਿਨ ਹੀ ਰਾਜੇਵਾਲ ਸਾਹਿਬ ਨੇ ਜਦੋਂ ਗੱਲ ਕਹਿੰਦੇ ਵੀ ਮੈਂ ਪੈਨ ਡਰਾਈਵ ਦੇ ਕੇ ਆਇਆ ਜੀ, ਉਹ ਵੀ ਗੱਲ ਉਹਨਾਂ ਕਲੀਅਰ ਕਰਦੇ, ਕਹਿੰਦੇ ਵੀ ਆਏ ਸੀ। ਪਹਿਲੀ ਗੱਲ ਤੇ ਵੀ ਰਾਜੇਵਾਲ ਸਾਹਿਬ ਦਾ ਕਹਿੰਦੇ ਮੈਂ ਬਹੁਤ ਸਤਿਕਾਰ ਕਰਦਾ ਜੀ, ਭੋਲੇ ਬੰਦੇ ਆ, ਚੰਗੇ ਬੰਦੇ ਆ, ਭੋਲੇ ਬੰਦੇ ਆ, ਹੈ ਨਾ। ਰਾਜਨੀਤੀ ਦੇ ਵਿੱਚ ਉਹਨਾਂ ਨੇ ਕਿਤੇ ਗੱਲਬਾਤ ਇਹ ਹੋ ਗਈ, ਉਹ ਕਹਿੰਦੇ ਪੈਨ ਡਰਾਈਵ ਸੀਗੀ, ਉਹਦੇ 'ਚ 2 ਬੰਦੇ ਗੱਲਾਂ ਕਰਦੇ ਸੀ, ਨਾ ਉਹਨਾਂ 'ਚੋਂ ਟਿਕਟ ਵੇਚਣ ਵਾਲਾ ਸੀ ਨਾ ਖਰੀਦਣ ਵਾਲਾ ਸੀ, ਵੈਸੇ ਹੀ ਗੱਲਾਂ ਕਰੀ ਜਾਂਦੇ। ਕੋਈ ਕਹਿੰਦਾ ਯਾਰ ਇਹ ਬੜੇ ਪੈਸੇ ਲੈਂਦੇ, ਆਹੋ ਮੈਨੂੰ ਵੀ ਪਤਾ ਹੀ ਬੜੇ ਪੈਸੇ ਲੈਂਦੇ, ਉਹ ਯਾਰ ਕੇਜਰੀਵਾਲ ਕੋਲ ਕੋਈ ਕੰਮ ਕਰਾਉਣਾ ਪੈਸੇ ਬਹੁਤ ਲੈਂਦੇ, ਉਹ ਅੱਛਾ ਯਾਰ ਹੁਣ ਉਹ ਕੋਈ ਸਬੂਤ ਨਹੀਂ। ਇਹ ਕੇਜਰੀਵਾਲ ਸਾਹਿਬ ਦਾ ਕਹਿਣਾ, ਉਹ ਕਹਿੰਦੇ ਵੀ ਜੇ ਤਾਂ ਤੁਹਾਡੇ ਕੋਲੇ ਸਬੂਤ ਹੈਗਾ, ਰਾਜੇਵਾਲ ਸਾਹਿਬ ਕੀ ਕਿਸੇ ਕੋਲ ਵੀ ਹੈਗਾ, ਮੇਰੇ ਕੋਲ ਵੀ ਨਾ ਲਿਆਇਓ, ਸਿੱਧਾ ਲੋਕਾਂ ਕੋਲ ਲੈ ਜਾਓ, ਕੰਮ ਨਿਬੜੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਪਬਲਿਕ ਡੋਮੇਨ 'ਚ ਹੀ ਕਹਿੰਦੇ ਰੱਖ ਦਿਓ। ਤੇ ਉਹਨਾਂ ਇਹ ਵੀ ਕਿਹਾ ਕਿ ਜੇ ਤੁਸੀਂ ਉਹ ਵੀ ਸੁਣਨੀ ਜਿਹੜੀ ਰਾਜੇਵਾਲ ਸਾਹਿਬ ਨੇ ਸਾਨੂੰ ਦਿੱਤੀ ਸੀ, ਤਾਂ ਉਹ ਵੀ ਰਾਘਵ ਜੀ ਕੇ ਪਾਸ ਪੜੀ ਹੈ, ਰਾਘਵ ਜੀ ਸੇ ਲੈ ਲੈਣਾ ਆਪ, ਰਾਘਵ ਜੀ ਦੇ ਦੋਗੇ, ਕਹਿੰਦੇ ਦੇ ਦਿਆਂਗੇ ਜੀ। ਵੈਸੇ ਮੈਂ ਸੋਚਦਾ ਸੀਗਾ ਵੀ ਗੱਲ ਤਾਂ ਠੀਕ ਹੈ ਕੇਜਰੀਵਾਲ ਸਾਹਿਬ ਦੀ, ਮਾੜਾ ਜਿਹਾ ਜੇ ਬਟਾਲਿਓਂ ਜਾ ਕੇ ਪੁੱਛੋ, ਪੜਤਾਲ ਕਰ ਲਈਏ ਕਿ ਭਾਈ ਬਟਾਲੇ ਵਾਲੇ ਦੀ ਕੀ ਗਲਤੀ ਸੀ, ਸੁਚਾਸੂ ਛੋਟੇਪੁਰ ਦੀ, ਵੀ ਜਾਣੀ ਕੋਈ ਨਾ ਕੋਈ ਉਹਨਾਂ ਦਾ ਵੀ, ਉਹ ਵੀ ਪਬਲਿਕ ਡੋਮੇਨ 'ਚ ਯਾਰ ਮਾੜੀ ਜਿਹੀ ਰੱਖ ਦਿੰਦੇ ਗੱਲ, ਕਿਹੜੀ ਕੀ ਫਰਕ ਪੈਂਦਾ, ਹੈ ਨਾ। ਉਦੋਂ ਉਹ ਵੀ ਤਾਂ ਬੰਦਾ ਐਂ ਕੱਢ ਕੇ ਮੱਖਣ ਚੋਂ ਬਾਲਾਂ ਨੂੰ ਇੱਧਰ ਬਾਹਰਲੇ ਪਾਸੇ ਰੱਖਦਾ, ਪੁੱਤ ਇੱਧਰਲੇ ਪਾਸੇ ਬੁਰਕੀ ਨਹੀਂ ਲਾਉਣੀ। ਗੱਲ ਤਾਂ ਇਦਾਂ ਦੀ ਸੀ। ਨਹੀਂ ਹੈਗੀ। ਹੁਣ ਦੇਖੋ ਇੱਕ ਗੱਲ ਤੇ ਪੱਕੀ ਆ ਵੀ ਜਿੱਦਾਂ ਵੀ ਹੈ ਆਮ ਆਦਮੀ ਪਾਰਟੀ ਵਾਲੇ ਹੌਲੀ ਹੌਲੀ ਉਹਦੇ 'ਤੇ ਆ ਗਏ, ਇਹਨੂੰ ਖਾੜੇ 'ਚ ਕਹਿੰਦੇ ਹੁੰਦੇ ਆ ਪੂਰੇ ਹੈ ਨਾ। ਕਿਉਂਕਿ ਇੱਕ ਚੀਜ਼ ਤੁਸੀਂ ਇਹ ਦੇਖੋ ਵੀ ਜਦੋਂ ਇਹ ਸਾਰਾ ਕੁਛ ਕੇਜਰੀਵਾਲ ਸਾਹਿਬ ਕਰ ਰਹੇ ਆ, ਪ੍ਰਧਾਨ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਸਾਹਿਬ, ਉਹਨਾਂ ਨੂੰ ਟਵੀਟ ਕਰਨਾ ਪਿਆ ਕੀ ਚੇਚਾ। ਉਹ ਕਹਿੰਦੇ ਦੇਖੋ ਜੀ ਸਿਆਸੀ ਸੈਲਾਨੀ ਸਮਝਦੇ ਹੋ, ਪੋਲੀਟੀਕਲ ਟੂਰਿਸਟ, ਉਹ ਨੇ ਕਹਿੰਦੇ ਕੇਜਰੀਵਾਲ ਸਾਹਿਬ ਇਹਨਾਂ ਨੂੰ ਕੀ ਪਤਾ ਪੰਜਾਬ ਬਾਰੇ, ਦਿੱਲੀ 'ਚ ਬਹਿ ਕੇ ਭਾਵੇਂ ਤੁਸੀਂ 10 ਪੁਆਇੰਟ ਲਿਖ ਲਏ ਤੇ ਤੁਸੀਂ ਆਖੋ ਇਹ ਸਾਡਾ ਪੰਜਾਬ ਮਾਡਲ, ਇੱਦਾਂ ਕਿੱਦਾਂ ਹੋ ਗਿਆ। ਕਹਿੰਦੇ ਪੰਜਾਬ ਦੀ ਗੱਲ ਧਰਤੀ 'ਤੇ ਹੋਣੀ, ਇੱਥੇ ਆ ਕੇ ਜਿਹੜਾ ਬੰਦਾ 4.5 ਸਾਲ ਨਹੀਂ ਇੱਥੇ ਵੜਿਆ, ਉਹਨੂੰ ਪੰਜਾਬ ਬਾਰੇ ਕੀ ਪਤਾ। ਨਹੀਂ ਦੇਖੋ ਇਸ ਗੱਲ ਤੋਂ ਇਹ ਤਾਂ ਲੱਗਦਾ ਕਿ ਮੁਕਾਬਲੇ 'ਚ ਤਾਂ ਆਮ ਆਦਮੀ ਪਾਰਟੀ ਹੈਗੀ ਆ, ਹੈ ਨਾ, ਕਿਉਂਕਿ ਅਰਵਿੰਦ ਕੇਜਰੀਵਾਲ ਕੋਵਿਡ ਵਾਲੇ ਮਸਲੇ ਤੋਂ ਬਾਅਦ ਇੱਥੇ ਆਉਂਦੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਟਵੀਟ ਦਾ ਤੁਸੀਂ ਜ਼ਿਕਰ ਕਰ ਦਿੱਤਾ, ਤੇ ਉਧਰਲੇ ਪਾਸੇ ਡਾਕਟਰ ਸਾਹਿਬ ਆਪਣੇ ਵੇਰਕੇ ਵਾਲੇ ਰਾਜਕੁਮਾਰ ਹੋਰੀ, ਉਹ ਕਹਿੰਦੇ ਆਹ ਦੇਖੋ ਇਹ ਬੰਦਾ ਤਾਂ ਜਦੋਂ ਆਉਂਦਾ ਕਰੋਨਾ ਫੈਲਾ ਕੇ ਚਲ ਜਾਂਦਾ, ਪਹਿਲਾਂ ਪਟਿਆਲਾ ਸੀ, ਉੱਥੇ ਕਰੋਨਾ ਬਲਾਸਟ ਹੋ ਗਿਆ, ਤੇ ਹੁਣ ਆ ਦੇਖੋ ਤੁਸੀਂ ਗਲੀ ਬੰਦਾ ਤੁਰਿਆ ਫਿਰਦਾ ਹੀ। ਸਭ ਤੋਂ ਵੱਡੀ ਗੱਲ ਕਿ ਆਮ ਆਦਮੀ ਪਾਰਟੀ, ਸਾਨੂੰ ਨਹੀਂ ਪਤਾ ਟਿਕਟਾਂ ਵਿਕੀਆਂ ਕਿ ਨਹੀਂ ਵਿਕੀਆਂ, ਕਿਉਂਕਿ ਬਹੁਤ ਸਾਰੇ 24 ਘੰਟਿਆਂ ਦੇ ਵਿੱਚ ਹੀ ਆਮ ਆਦਮੀ ਪਾਰਟੀ 'ਚ ਮਿਹਨਤ ਕਰਕੇ ਬੰਦੇ ਟਿਕਟਾਂ ਲੈ ਗਏ, ਇਹ ਗੱਲ ਜੱਗ ਜ਼ਾਹਿਰ ਹੈ, ਕੋਈ ਲੁਕੀ ਛਿਪੀ ਤਾਂ ਹੈ ਨਹੀਂ। ਪਰ ਜਿਸ ਤਰੀਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਜਿਸ ਤਰੀਕੇ ਡਾਕਟਰ ਰਾਜਕੁਮਾਰ ਵੇਰਕਾ ਹੋਰਾਂ ਨੇ, ਤੇ ਸਭ ਤੋਂ ਵੱਡੀ ਗੱਲ ਕਿ ਅਕਾਲੀ ਦਲ ਦੇ 4 ਲੀਡਰ ਐਂ ਬੈਠੇ ਟੇਬਲ ਦੇ ਕੋਲ ਜਿੱਦਾਂ ਆਪਾਂ 2 ਬੈਠੇ ਹਾਂ, ਵੱਡੇ ਲੀਡਰ ਚੰਦੂ ਮਾਜਰਾ ਸਾਹਿਬ, ਉਹਨਾਂ ਤੋਂ ਬਾਅਦ ਮਲੂਕਾ ਸਾਹਿਬ, ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ, ਤੇ ਨਾਲ ਬੈਠੇ ਬਲਵਿੰਦਰ ਸਿੰਘ ਭੂੰਦੜ ਸਾਹਿਬ, ਤੇ ਉਹਨਾਂ 4 ਨੇ ਬੈਠ ਕੇ ਕਿਹਾ ਜੀ ਦੇਖੋ ਅਰਵਿੰਦ ਕੇਜਰੀਵਾਲ ਪੰਜਾਬੀਆਂ ਦੀ ਅਣਖ ਨੂੰ ਵੰਗਾਰ ਰਿਹਾ। ਕਹਿੰਦੇ ਜੀ ਆਹ ਗੀਤ ਆਇਆ ਇਹਨਾਂ ਦਾ ਇੱਕ ਪ੍ਰਚਾਰ ਵਾਲਾ ਗੀਤ, ਜਿੱਦਾਂ ਅਕਾਲੀ ਦਲ ਦਾ ਆਇਆ ਸੀ ਵੀਰ ਸੁਖਬੀਰ, ਇਹਦੇ ਆਇਆ ਸੀ ਕੁਛ ਨਾ, ਐਨ ਕਹਿੰਦੇ ਉਦਾਂ ਹੀ ਕੇਜਰੀਵਾਲ ਸਾਹਿਬ ਦਾ ਪ੍ਰਚਾਰ ਦਾ ਇੱਕ ਗੀਤ ਆਇਆ, ਤੇ ਉਹਦੇ ਵਿੱਚੋਂ ਐਂ ਲੱਗਦਾ ਜਿੱਦਾਂ ਕੋਈ ਧਾੜਵੀ ਪੰਜਾਬ ਤੇ ਹਮਲਾ ਕਰਨ ਆਉਂਦਿਆ ਹੋਵੇ। ਕਹਿੰਦੇ ਪੰਜਾਬ 'ਚ ਕੋਈ ਲੀਡਰ ਨਹੀਂ ਹੈ। ਤੁਸੀਂ ਇਹ ਦੇਖੋ ਕਿ ਅੱਜ ਤੱਕ ਸਾਰੇ ਕਹਿੰਦੇ ਸੀ ਕਿ ਖਹਿਰਾ ਸਾਹਿਬ ਮਾੜੇ ਨੇ, ਭਗਵੰਤ ਮਾਨ, ਕਹਿੰਦੇ ਜੀ ਇਹ ਪੰਜਾਬ ਦਾ ਕੋਈ ਨਾ ਕੋਈ ਲੀਡਰ ਨਹੀਂ,
ਭਗਵੰਤ ਮਾਨ ਨੂੰ ਇਹ ਨਹੀਂ ਅੱਗੇ ਆਉਣ ਦਿੰਦੇ, ਖਹਿਰਾ ਸਾਹਿਬ ਨੂੰ ਇਹਨਾਂ ਨੇ ਪਰੇ ਕਰਤਾ, ਫੂਲਕਾ ਸਾਹਿਬ ਨੂੰ ਇਹਨਾਂ ਨੇ ਪਰੇ ਕਰਤਾ, ਸਾਡੇ ਛੋਟੇਪੁਰ ਸਾਹਿਬ ਇਹਨਾਂ ਨੇ ਪਰੇ ਕਰ ਦਿੱਤੇ। ਜਾਣੀ ਕਿ ਆਮ ਆਦਮੀ ਪਾਰਟੀ ਦੇ ਕੱਲੇ ਲੀਡਰ ਦਾ ਨਾਂ ਗਿਣ ਕੇ ਤੇ ਚਿਣ ਕੇ ਇਹ ਸਾਬਿਤ ਕਰਨ ਦੀ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਕਿ ਭਾਈ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੀਡਰਾਂ ਨੂੰ, ਲੋਕਾਂ ਨੂੰ ਸਮਝਦਾ ਕੁਛ ਨਹੀਂ, ਪਰੇ ਰਹੋ ਇਹ ਤੋਂ। ਇਹ ਸਭ ਤੋਂ ਵੱਡਾ ਪੁਆਇੰਟ ਹੈ। ਤੁਸੀਂ ਇਹ ਦੇਖੋ ਵੀ ਜੇ ਤਾਂ ਉਹ ਬੰਦਾ ਮੰਨ ਲਓ ਵੀ ਹੈ ਨਹੀਂ ਰੇਸ 'ਚ, ਤੇ ਫਿਰ ਉਹਦੀ ਗੱਲ ਹੀ ਕਿਉਂ ਕਰਨੀ, ਲੋੜ ਹੀ ਨਹੀਂ। ਆਪਾਂ ਬਿਲਕੁਲ 2017 'ਚ ਚਲੇ ਜਾਈਏ। 2017 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਸ਼ਬਦ ਵਰਦੇ ਹੁੰਦੇ, ਉਹ ਟੋਪੀ ਵਾਲੇ ਜੀ ਇਹੀ ਵਰਦੇ ਹੁੰਦੇ ਸੀ ਪੋਲੀਟੀਕਲ ਪਾਰਟੀਆਂ ਵਾਲੇ। ਉਹ ਝਾੜੂ ਚੁੱਕੀ ਫਿਰਦੇ, ਦੱਸ ਉਹ ਜਿਹੜੀ ਚੀਜ਼ ਸਫਾਈ ਸੁਈ ਕਰਨ ਵਾਲੀ ਐਵੇਂ ਮੋਢੇ ਤੇ ਬੰਨੀ ਫਿਰਦੇ, ਕਰਦੇ ਸੀ ਇਹ ਗੱਲਾਂ, ਹੈ ਨਾ। ਕਰਦੇ ਸੀ। ਹੁਣ ਤੁਸੀਂ ਦੇਖੋ ਵੀ 5 ਸਾਲਾਂ 'ਚ ਇੰਨਾ ਕੁ ਫਰਕ ਪੈ ਗਿਆ ਵੀ ਉਹੀ ਬੰਦੇ ਉਹ ਆਪਣੀ ਗੱਲ ਕਰੀ ਜਾਂਦੇ ਆ, ਉਹ ਆਪਣੀਆਂ ਕੋਈ ਗਰੰਟੀਆਂ ਦੇ ਜਾਂਦਾ, ਕੋਈ ਕੁਛ ਕਰੀ ਜਾਂਦਾ, ਕੋਈ ਡੋਰ ਟੂ ਡੋਰ ਪ੍ਰਚਾਰ ਕਰੀ ਜਾਂਦਾ। ਤੇ ਵੱਡੇ ਲੀਡਰ, ਹੁਣ ਤੁਸੀਂ ਦੇਖੋ ਵੀ ਜਿਹੜੇ ਅਕਾਲੀ ਦਲ ਦੇ ਲੀਡਰਾਂ ਦੀ ਤੁਸੀਂ ਗੱਲ ਕੀਤੀ, ਉਹ ਛੋਟੇ ਲੀਡਰ ਨਹੀਂ ਹੈਗੇ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਮੌਜੂਦਾ ਐਮਪੀ ਨੇ, ਬਹੁਤ ਸਾਰੇ ਲੀਡਰ ਸਾਬਕਾ ਐਮਪੀ ਨੇ, ਬਹੁਤ ਸਾਰੇ ਲੀਡਰ ਸਾਬਕਾ ਕੈਬਨਿਟ ਮੰਤਰੀ ਨੇ। ਉਸ ਲੈਵਲ ਦੇ ਬੰਦੇ ਇਹ ਜ਼ਿਕਰ ਕਰਨ, ਯਾਰ ਇਹ ਬੰਦਾ ਠੀਕ ਨਹੀਂ, ਯਾਰ ਇਹਨੇ ਫਲਾਣੇ ਨੂੰ ਕਿਉਂ ਨਹੀਂ ਅੱਗੇ ਆਉਣ ਦਿੱਤਾ। ਇਹਦਾ ਮਤਲਬ ਇਹ ਹੋ ਗਿਆ ਵੀ ਕਿਤੇ ਨਾ ਕਿਤੇ ਬੰਦੇ ਨੇ ਪੀਚ ਤੇ ਫਸਾ ਲਿਆ। ਹੁਣ ਅੱਗੇ ਸਹੀ ਆ ਗਲਤ ਆ ਜੋ ਵੀ, ਉਹ ਤਾਂ ਲੋਕਾਂ ਨੇ ਫੈਸਲਾ ਕਰਨਾ, ਪਰ ਅਗਲੇ ਲੜਾਈ ਤਾਂ ਦੇਤੀ ਨਾ। ਨਹੀਂ, ਲੜਾਈ ਦੇਤੀ। ਦੇਖੋ ਸੰਧਾਲੀਆ ਸਾਹਿਬ, ਇੱਕ ਤੀਸਰੀ ਧਿਰ ਰਹਿ ਗਈ ਸੰਯੁਕਤ ਸਮਾਜ ਮੋਰਚੇ ਵਾਲੀ। ਅਰਵਿੰਦ ਕੇਜਰੀਵਾਲ ਸਾਹਿਬ ਨੇ ਖੁਦ ਹੀ ਕਲੀਅਰ ਕਰ ਦਿੱਤਾ, ਕਿਉਂਕਿ ਬਹੁਤ ਸਾਰੇ ਲੋਕ ਕਿਸਾਨਾਂ ਦੇ ਉੱਤੇ ਵੀ ਇਤਰਾਜ਼ ਕਰਦੇ ਸੀ ਕਿ ਤੁਸੀਂ ਚੋਣ ਲੜਨ ਲੱਗੇ ਹੋ, ਆਮ ਆਦਮੀ ਪਾਰਟੀ ਤੇ ਤੁਹਾਡੀਆਂ ਵੋਟਾਂ ਵੰਡੀਆਂ ਜਾਣੀਆਂ, ਰਵਾਇਤੀ ਪਾਰਟੀਆਂ ਜਿੱਤ ਜਾਣੀਆਂ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸ਼ਾਇਦ ਕਿਸਾਨ ਸਮਝੌਤਾ ਨਹੀਂ ਸੀ ਕਰਨਾ ਚਾਹੁੰਦੇ ਜਾਂ ਕਿਸਾਨ ਵੋਟਾਂ ਵੰਡਣੀਆਂ ਚਾਹੁੰਦੇ। ਕੇਜਰੀਵਾਲ ਸਾਹਿਬ ਨੇ ਜਦੋਂ ਕਿਹਾ ਨਾ ਕਿ ਰਾਜਾ ਸਾਹਿਬ ਸਤਿਕਾਰਯੋਗ ਨੇ, ਭੋਲੇ ਬੰਦੇ ਆ, ਮੇਰੇ ਘਰੇ ਆਏ ਸੀ, ਪਰ ਕਹਿੰਦੇ ਉਹ 60 ਸੀਟਾਂ ਮੰਗਦੇ ਸੀ ਤੇ 57 ਸਾਨੂੰ ਦਿੰਦੇ ਸੀ। ਹੋ ਸਕਦਾ 10 ਇੱਧਰ ਉੱਧਰ ਹੋ ਜਾਂਦੀਆਂ, ਪਰ ਇਹਦੇ ਤੋਂ ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਕਿ ਭਾਈ ਉਹ ਵੋਟਾਂ ਵੰਡਣੀਆਂ ਨਹੀਂ ਸੀ ਚਾਹੁੰਦੇ। ਇਹ ਵੀ ਗੱਲ ਕਲੀਅਰ ਹੋ ਗਈ। ਤੇ ਦੂਸਰਾ, ਇਹਨਾਂ ਨੇ ਇਹ ਵੀ ਗੱਲ ਕਲੀਅਰ ਕਰਤੀ, ਕਹਿੰਦੇ ਜੀ ਸਾਡੀਆਂ 16 ਸੀਟਾਂ ਉਦੋਂ ਤੱਕ ਬਚਦੀਆਂ ਸੀ, 90 ਉਮੀਦਵਾਰ ਅਸੀਂ, ਜਿਹੜੇ 26 ਬਚਦੀਆਂ ਸੀ, 90 ਉਮੀਦਵਾਰ ਅਸੀਂ ਐਲਾਨ ਚੁੱਕੇ ਸੀ। ਅਸੀਂ ਕਿਹਾ ਜਿਹੜੀਆਂ 10-15 ਲੈਣੀਆਂ ਲੈ ਲਓ, ਉਹਦਾ ਤਾਂ ਸਾਰੀਆਂ ਤੁਹਾਡੀਆਂ ਹੀ ਨੇ। ਉਮੀਦਵਾਰ ਬਦਲਨੇ ਜਿਹੜੇ ਆ ਉਹ ਫਿਰ ਠੀਕ ਨਹੀਂ ਹੁੰਦੇ ਚਲਦੀ ਕੰਪੇਨ ਦੇ ਵਿੱਚ। ਇੱਦਾਂ ਵੈਸੇ ਗੱਲ ਤਾਂ ਉਹਨਾਂ ਦੀ ਠੀਕ ਹੈ, ਉਹਨਾਂ ਨੇ ਕਲੀਅਰ ਕੀਤੀ, ਬਹੁਤ ਚੰਗਾ ਹੋਇਆ। ਪਰ ਮੈਨੂੰ ਯਾਦ ਆ 2017 ਦੇ ਵਿੱਚ ਨਕੋਦਰੋਂ ਵੀ ਕੈਂਡੀਡੇਟ ਬਦਲੇ ਗਏ ਸੀ। ਇੱਕ ਦੋ ਵਾਰੀ ਹੋਰ ਵੀ ਇੱਦਾਂ ਹੋਇਆ ਕਿ ਚੱਲਦੀ ਕੰਮ ਦੇ ਵਿੱਚ ਕੈਂਡੀਡੇਟ ਜਿਹੜੇ ਉਹ ਬਦਲ ਦਿੱਤੇ ਜਾਂਦੇ ਰਹੇ ਵੱਖ-ਵੱਖ ਸਿਆਸੀ ਪਾਰਟੀਆਂ। ਬਾਕੀ ਉਹਨਾਂ ਨੇ ਫੈਸਲਾ ਲੈਣਾ ਕਿ ਕਿਹਦੇ ਨਾਲ ਸਮਝੌਤਾ ਕਰਨਾ ਕਿ ਨਹੀਂ ਕਰਨਾ, ਪਰ ਇਹ ਗੱਲ ਉਹ ਸਟੇਜ ਤੇ ਮੰਨੇ ਆ, ਕਹਿੰਦੇ ਜੀ ਉਹਨਾਂ ਦੇ ਆਉਣ ਦੇ ਨਾਲ ਕੁਝ ਨੁਕਸਾਨ ਤਾਂ ਹੋਏਗਾ, ਵੋਟਾਂ ਤਾਂ ਘਟਣਗੀਆਂ। ਨਹੀਂ, ਪਰ ਦੇਖੋ ਕਾਰਨ ਇਹ ਬੜੀ ਪਹਿਲਾਂ ਦੀ ਗੱਲ ਹੈ। ਆਖਰੀ ਰਾਤ ਤੱਕ ਜਾਂ ਆਖਰੀ ਰਾਤ ਤੋਂ ਵੀ ਇੱਕ ਰਾਤ ਪਹਿਲਾਂ ਤੱਕ ਕਿਸ ਵੇਲੇ ਹਨੇਰੇ ਸਵੇਰੇ ਜੇ ਕੋਈ ਕਹਿ ਹੀ ਦਿੰਦਾ ਹੁੰਦਾ ਵੀ ਕੋਈ ਨਹੀਂ, ਆਪਣੀ ਨਹੀਂ ਗੱਲ, ਕੋਈ ਵੀ ਫਲਾਣੇ ਦੀ ਪਿੱਠ ਨਹੀਂ ਲੱਗਣ ਦੇਣੀ ਆਪਾਂ, ਹੈ ਨਾ। ਹੁਣ ਉਹ ਕੌਣ ਕਿਹਨੂੰ ਕਿਹਦੇ ਵੇਲੇ ਆਖੂਗਾ, ਇਹਦਾ ਟਾਈਮ ਦੱਸੂਗਾ। ਨਹੀਂ ਤਾਂ ਦਿੱਲੀੋਂ ਜਾ ਕੇ ਪੁੱਛਣਾ ਆਪਾਂ। ਕਿਉਂਕਿ ਇਹ ਚੀਜ਼ ਹੁੰਦੀ ਆ ਪੰਜਾਬ ਦੇ ਵਿੱਚ ਵੀ ਬੰਦਾ ਚਾਹੇ ਜਾਂ ਤਾਂ ਉਹ ਕਿਸੇ ਦੇ ਹੱਕ 'ਚ ਬਹਿ ਜਾਂਦਾ, ਤੇ ਜਾਂ ਫਿਰ ਅਗਲਾ ਨਾਮ ਹੀ ਬੈਠੇ ਦੇ ਅੰਦਰ ਖਾਤੇ ਉਹ ਸੁਨੇਹਾ ਪਹੁੰਚ ਜਾਂਦਾ ਵੀ ਤੁਸੀਂ ਫਿਰ ਫਲਾਣੇ ਦਾ ਖਿਆਲ ਰੱਖਿਓ ਜੀ। ਕਿਉਂਕਿ ਇਹ ਚੀਜ਼ ਤੇ ਜੇ ਅਜੇ ਵੀ ਕਿਸੇ ਨੂੰ ਭੁਲੇਖਾ ਹੋਵੇ ਤੇ 2017 ਦੇ ਵਿੱਚ ਕਾਂਗਰਸ ਪਾਰਟੀ ਨੂੰ ਅਜੇ ਤੱਕ ਉਹ ਕੱਦੂ ਨਹੀਂ ਲੱਭਾ ਜਿਹਦੇ 'ਚ ਉਹਨਾਂ ਦਾ ਤੀਰ ਵੱਜਾ ਸੀ। ਉਦੋਂ ਜਿੰਨੀਆਂ ਸੀਟਾਂ ਉਹਨਾਂ ਨੂੰ ਮਿਲੀਆਂ ਸੀ, ਉਹ ਤਾਂ ਬਾਅਦ ਦੇ ਵਿੱਚ ਆ ਪਿਛਲੇ ਸਾਲ ਜਾ ਕੇ ਹੌਲੀ ਜੀ ਉੱਧਰੋਂ ਦਿੱਲੀ ਵਾਲੇ ਪਾਸਿਓਂ ਅਕਾਲੀ ਦਲ ਦੇ ਇੱਕ ਲੀਡਰ ਸਾਹਿਬ ਨੇ ਗੱਲ ਕੀਤੀ ਵੀ ਨਹੀਂ ਯਾਰ ਉਹ ਤੀਰ ਤਾਂ ਕਿਤੇ ਲਾਂਬੇ ਚੱਲੇ ਸੀ, ਕੱਦੂ ਇੱਧਰ ਸੀਗਾ, ਹੱਥ ਨਾ ਫੜ ਕੇ, ਉਹ ਤਾਂ ਹੱਥ ਨਾ ਫੜ ਕੇ ਕੱਦੂ ਲਿਆ ਕੇ ਮੋੜੇ ਕੀਤਾ ਵੀ ਭਾਈ ਆ ਇਹ ਕੱਦੂ ਤੀਰ ਨੂੰ ਕਿਹਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਹੁਣ ਕਿਸਾਨਾਂ ਨੇ ਆਪਣਾ ਕੰਮ ਸ਼ੁਰੂ ਕਰਤਾ ਹੀ ਜੀ, ਕਿਉਂਕਿ ਉਹ ਸਭ ਤੋਂ ਲੇਟ ਨੇ। ਆਪਾਂ ਨੂੰ ਪਤਾ ਕਿ ਲੁਧਿਆਣੇ ਦਫ਼ਤਰ ਖੋਲ੍ਹਿਆ ਸੰਯੁਕਤ ਸਮਾਜ ਮੋਰਚੇ ਨੇ, ਫਿਰ ਮੋਹਾਲੀ ਖੋਲ੍ਹਿਆ ਤੇ 14 ਤਰੀਕ ਤੱਕ ਜਾਣੀ ਕਿ ਅਜੇ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਚੱਲਦੀ ਹੈ, ਪਰ 10 ਉਮੀਦਵਾਰ ਉਹਨਾਂ ਨੇ ਐਲਾਨ ਦਿੱਤੇ। ਤੇ ਜਿੱਦਾਂ ਤੁਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਬਲਵੀਰ ਸਿੰਘ ਰਾਜੇਵਾਲ ਸਾਹਿਬ ਸਮਰਾਲਿਓਂ ਚੋਣ ਲੜਨਗੇ, ਉਹਨਾਂ ਦਾ ਐਲਾਨ ਹੋ ਗਿਆ। ਸਹੀ ਪੈ ਗਈ। ਹਾਂ, ਪ੍ਰੇਮ ਸਿੰਘ ਭੰਗੂ ਸਾਹਿਬ ਐਡਵੋਕੇਟ, ਜਿਹੜੇ ਕਿ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਤਾਂ ਲੀਗਲ ਸੈੱਲ ਦੇ ਹੈੱਡ ਸਨ, ਉਹ ਘਨੌਰ ਤੋਂ ਚੋਣ ਲੜਨਗੇ। ਆਮ ਆਦਮੀ ਪਾਰਟੀ ਵੱਲੋਂ ਦਾਅਵੇਦਾਰ ਸੀ ਬੜੇ ਤਕੜੇ ਨਵਦੀਪ ਸਿੰਘਾ ਮੋਗਿਓਂ, ਉੱਥੋਂ ਇੱਕ ਡਾਕਟਰ ਬੀਬੀ ਜੀ ਨੂੰ ਟਿਕਟ ਦਿੱਤੀ ਗਈ, ਬੀਬੀ ਅਰੋੜਾ ਜੀ, ਤੇ ਉਹ ਗੁੱਸੇ ਹੋ ਗਿਆ, ਉਹ ਕਿਸਾਨਾਂ ਲਾ ਗਿਆ ਤੇ ਕਿਸਾਨਾਂ ਨੇ ਉਹਨਾਂ ਨੂੰ ਵੀ ਆਪਣੀ ਪਹਿਲੀ ਸੂਚੀ ਦੇ ਵਿੱਚ ਹੀ ਜਿਹੜੀ ਉਹ ਟਿਕਟ ਦੇ ਦਿੱਤੀ ਹੈ। ਸੋ ਕੁੱਲ ਮਿਲਾ ਕੇ 10 ਟਿਕਟਾਂ ਕਲੀਅਰ ਕਰਤੀਆਂ 2-4 ਦਿਨਾਂ ਦੇ ਵਿੱਚ। ਉਹ ਕਹਿੰਦੇ ਸਾਰੀਆਂ 117 ਸੀਟਾਂ ਤੇ ਉਮੀਦਵਾਰ ਐਲਾਨ ਦੇਣੇ, ਪਰ ਇੱਕ ਗੱਲ ਕਲੀਅਰ ਹੋ ਗਈ, ਕਿਉਂਕਿ ਇਹਦੇ ਵਿੱਚ ਡਾਕਟਰ ਵੀ ਆ ਜਿਹੜੇ ਹੁਣ ਐਲਾਨ ਕੀਤੇ ਆ, ਗੈਰ ਕਿਸਾਨ ਵੀ ਆ, ਤੇ ਉਹਨਾਂ ਨੇ ਇਹ ਵੀ ਐਲਾਨ ਕਰਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੇ ਵਕੀਲ, ਚੰਗੇ ਦੁਕਾਨਦਾਰ, ਚੰਗਾ ਵਪਾਰੀ, ਚੰਗੇ ਸਮਾਜ ਸੇਵਕ, ਲੋਕਾਂ ਦੇ ਵਿੱਚ ਮੱਸ ਰੱਖਦੇ ਮਜ਼ਦੂਰ ਜਿਹੜੇ ਆ, ਉਹ ਕਹਿੰਦੇ ਇਕੱਲੇ ਕਿਸਾਨ ਨਹੀਂ, ਟਿਕਟਾਂ ਸਾਰਿਆਂ ਨੂੰ ਦੇਣੀਆਂ। ਹਵਾ ਦੇਖਿਓ ਕਿੱਧਰ ਨੂੰ ਵਗਦੀ ਹੈ।
ਨਹੀਂ, ਰਾਜੇਵਾਲ ਸਾਹਿਬ ਦਾ ਤਾਂ ਦਾਅਵਾ 60 ਤੋਂ 70 ਸੀਟਾਂ ਤੱਕ ਦਾ ਕਿ ਵੀ 60 ਤੋਂ 70 ਸੀਟਾਂ ਸੰਯੁਕਤ ਸਮਾਜ ਮੋਰਚਾ ਜਿੱਤ ਸਕਦਾ ਜੀ। ਅਜੇ ਗੱਠਜੋੜ ਤੱਕ ਦੀ ਗੱਲ ਵੀ ਉਹਨਾਂ ਨੇ ਓਪਨ ਰੱਖੀ ਆ ਵੀ ਮਤਲਬ ਹੋਰ ਜਿੰਨੀਆਂ ਵੀ ਉਹ ਧਿਰਾਂ ਨੇ ਜਿਹੜੀਆਂ ਕਿ ਚਾਹੁੰਦੀਆਂ ਨੇ ਵੀ ਆਪਾਂ ਪੰਜਾਬ ਦਾ ਕੁਛ ਨਾ ਕੁਛ ਸਵਾਰਨਾ, ਉਹਨਾਂ ਦੇ ਨਾਲ ਓਪਨ ਹੈ ਕੰਮ। ਤੇ ਜਿਹੜੀ ਗੱਲ ਇਹ ਰੱਖੀ ਉਹਨਾਂ ਨੇ ਕਿ ਵੀ ਜ਼ਰੂਰੀ ਨਹੀਂ ਜਿਹੜਾ ਬੰਦਾ ਸਾਡੇ ਨਾਲ ਟਰਾਲੀ 'ਚ ਬੈਠਾ ਸਾਲ ਉਸੇ ਨੂੰ ਟਿਕਟ ਦੇਣੀ ਆ, ਵੀ ਆਪਾਂ ਸਮਾਜ ਦੀ ਗੱਲ ਕਰਨੀ, ਵੀ ਸਮਾਜ ਦੇ ਹਰੇਕ ਵਰਗ ਦੀ ਨੁਮਾਇੰਦਗੀ ਕਰਦੇ ਬੰਦੇ ਉਹਦੇ ਵਿੱਚ ਆਉਣ। ਇਹਦੇ ਵਿੱਚ ਮੇਰੇ ਖਿਆਲ ਨਾਲ ਕੁਝ ਜਿਹੜੀਆਂ ਰਿਜ਼ਰਵ ਸੀਟਾਂ ਨੇ ਉਹਨਾਂ ਦੇ ਉੱਪਰ ਵੀ ਉਹਨਾਂ ਨੇ ਮੈਂਬਰ ਐਲਾਨੇ ਆ। ਇਹ ਤਾਂ ਗੱਲ ਕਲੀਅਰ ਹੋ ਗਈ ਵੀ ਜਿਹੜਾ ਉਹਨਾਂ ਦਾ ਨਾਂ ਰੱਖਿਆ ਮੋਰਚੇ ਦਾ ਵੀ ਸੰਯੁਕਤ ਸਮਾਜ, ਵੀ ਸਮਾਜ ਸਾਰਾ ਸਾਂਝਾ ਤੇ ਉਹਨਾਂ ਦਾ ਮੋਰਚਾ, 10 ਸੀਟਾਂ ਤੋਂ ਜਾਪਦਾ ਤੇ ਹੈ ਵੀ ਉਧਰ ਨੂੰ ਤੁਰ ਪਈ। ਸੰਧਾਲੀਆ ਸਾਹਿਬ, ਬਹੁਤ ਸਾਰੇ ਲੋਕਾਂ ਦੇ ਮਨ 'ਚ ਯਾਰ ਕਾਲੀ ਕਾਹਤੋਂ ਕੀਤੀ ਅਜੇ ਤਾਂ ਅਰਜ਼ੀਆਂ ਲੈਂਦੇ ਸੀ। ਅਸਲ ਜੋ ਕਾਲੀ ਨਹੀਂ ਕੀਤੀ, ਤੁਸੀਂ ਦੇਖੋ ਕਿ ਕਈ ਵੱਡੇ ਵੱਡੇ ਕਿਸਾਨ ਲੀਡਰ, ਸਿਰਫ 2-3 ਵੱਡੇ ਨਾਂ ਨੇ ਕਿਸਾਨ ਲੀਡਰਾਂ ਦੇ ਜਿਹਨਾਂ ਵਿੱਚ ਟਿਕਟਾਂ ਨੇ, ਬਾਕੀ ਕਈ ਨਾਂ ਹਲਕੇ ਦੇ ਵਿੱਚ ਤਾਂ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ, ਪਰ ਸਾਰੇ ਪੰਜਾਬ 'ਚ ਨਹੀਂ ਪਤਾ। ਮੈਨੂੰ ਐ ਲੱਗਦਾ ਕਿ ਸੰਯੁਕਤ ਸਮਾਜ ਮੋਰਚਾ ਲੇਟ ਬਹੁਤ ਹੈ, ਪਰ 2 ਦਫ਼ਤਰ ਖੋਲ੍ਹ ਕੇ ਤੇ 10 ਉਮੀਦਵਾਰਾਂ ਦੀ ਲਿਸਟ ਜਾਰੀ ਕਰਕੇ ਉਹਨਾਂ ਨੇ ਸੰਕੇਤ ਦਿੱਤਾ ਕਿ ਇਹਨੂੰ ਕਿਸਾਨਾਂ ਦਾ ਮੋਰਚਾ ਮਤ ਸਮਝੋ। ਇਹਦੇ ਵਿੱਚ ਸਾਰੇ ਹੀ ਨੇ, ਕਿਉਂਕਿ ਹੁਣ ਤਾਂ ਕਹਿੰਦੇ 4 ਦਰਜਨ ਜਥੇਬੰਦੀਆਂ ਹੋ ਗਈਆਂ, 4 ਦਰਜਨ, ਜਿਨ੍ਹਾਂ ਨੇ ਕਿ ਉਹਨਾਂ ਨੂੰ ਸਪੋਰਟ ਕਰ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ। ਕਈਆਂ ਨੇ ਚੋਣ ਲੜਨੀ ਆ ਤੇ ਕਈਆਂ ਨੇ ਨਹੀਂ। ਉਹਦੇ ਨਾਲ ਕੀ ਹੋਊਗਾ ਕਿ ਬਹੁਤ ਸਾਰੀਆਂ ਬਾਕੀ ਜਥੇਬੰਦੀਆਂ ਨੂੰ, ਬਹੁਤ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਅਜੇ ਤੱਕ ਵੀ ਇਸ ਸ਼ੰਕੇ ਦੇ ਵਿੱਚ ਸੀ ਕਿ ਖੌਰੇ ਇਕੱਲੇ ਕਿਸਾਨ ਹੀ ਇਕੱਠੇ ਆ, ਉਹਨਾਂ ਨੇ ਚੀਜ਼ ਕਲੀਅਰ ਕਰਤੀ ਕਿ ਭਾਈ ਆ ਜਾਓ। ਹਾਂ, ਨਹੀਂ, ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੰਮ ਇਹ ਕਲੀਅਰ ਹੋਊਗਾ। ਬਾਕੀ ਹੋ ਸਕਦਾ ਵੀ 15 ਤੱਕ ਹੀ ਪਾਬੰਦੀਆਂ ਨੇ ਇਹ ਤਾਂ ਪੰਜਾਂ ਵਾਲੀਆਂ, ਜੇ ਨਾ ਵਧੀਆਂ, ਮੰਨ ਲਓ ਵੀ ਜੇ ਇਲੈਕਸ਼ਨ ਕਮਿਸ਼ਨ ਪਾਬੰਦੀਆਂ ਨਾ ਵਧਾਵੇ ਤੇ ਦੁਬਾਰਾ ਉਹੀ ਕੱਟ-ਕੁੱਠ ਵਾਲਾ ਕੰਮ ਸ਼ੁਰੂ ਹੋ ਗਿਆ ਤੇ ਹੋ ਸਕਦਾ ਫਿਰ ਉਹਨਾਂ ਇਕੱਠਾਂ ਦੇ ਵਿੱਚੋਂ ਕੁਛ ਨਾ ਕੁਛ ਹੋਰ ਤਸਵੀਰ ਸਾਹਮਣੇ ਆ ਜਾਵੇ। ਨਹੀਂ, ਆ ਜੂਗੀ। ਹੁਣ ਅੰਦਾਜ਼ਾ ਲਾਉਣਾ ਪੱਤਰਕਾਰਾਂ ਨੂੰ ਔਖਾ ਹੋ ਗਿਆ ਨਾ, ਕਿਉਂਕਿ ਵੱਡੇ ਇਕੱਠ ਹੋ ਨਹੀਂ ਰਹੇ। ਹਾਂ, ਲੋਕ ਆਪਣਾ ਅੰਦਾਜ਼ਾ ਵੈਸੇ ਦੱਸੀ ਜਾਂਦੇ ਆ। ਕਈ ਉਮੀਦਵਾਰ ਉਹ ਨੇਰ ਸਵੇਰ ਕਹਿੰਦੇ ਵੀ ਯਾਰ ਤੁਸੀਂ ਨਾ ਲੋਕਾਂ ਨੂੰ ਐਂ ਕਿਹਾ ਕਰੋ, ਸਵਾਲ ਪੁੱਛੋ। ਸਾਡੇ ਕੋਲ ਤਾਂ ਮਿੰਟ ਦਾ ਟਾਈਮ ਨਹੀਂ ਹੁੰਦਾ ਖਲੋਣ ਦਾ, ਕਿਉਂਕਿ ਇਕੱਲੇ ਕੋਈ ਜਾਣਾ ਪੈਂਦਾ ਤਾਂ ਅਗਲੇ ਸਵਾਲ ਪੁੱਛਣਾ ਪੈਂਦਾ। ਚਲੋ ਭਾਈ, ਹੁਣ 5 ਸਾਲਾਂ 'ਚ ਅਗਲੇ ਨੂੰ ਤਾਂ ਇੱਕ ਹੋਰ ਹੀ ਮੌਕਾ ਮਿਲਣਾ ਸਵਾਲਾਂ ਦਾ। ਬਾਕੀ ਸਵਾਲ SIT ਵਾਲਿਆਂ ਨੇ ਪੁੱਛੇ ਮਜੀਠੀਆ ਸਾਹਿਬ ਨੂੰ ਜੀ, ਕਿਉਂਕਿ ਤਰੀਕ ਸੀਗੀ, ਅਗਲੇ ਨੂੰ ਜਾਣਾ ਪੈਣਾ ਸੀ। ਤੇ ਤਰੀਕ ਤੇ ਪਹਿਲਾਂ ਤੇ ਉਹ ਗਏ, ਵਕੀਲ ਸਾਹਿਬ ਨਾਲ ਸੀ, ਤੇ ਜਨਾਬ ਹੋਰਾਂ ਡੱਕ ਲਿਆ, ਕਹਿੰਦੇ ਕਿੱਧਰ ਜੀ? ਉਹ ਕਹਿੰਦੇ ਮੈਂ ਵਕੀਲ ਇਹਨਾਂ ਦਾ ਮਾਰਾ, ਇੱਦਾਂ ਕਿੱਦਾਂ? ਫਿਰ ਕਹਿੰਦੇ ਆ ਵੀ ਥੋੜ੍ਹੀ ਬਹੁਤ ਉੱਪਰ ਤੱਕ ਗੱਲਬਾਤ ਕਰਾਉਣੀ ਪਈ ਤੇ ਫਿਰ ਵਕੀਲ ਸਾਹਿਬ ਨੂੰ ਲੈ ਕੇ ਤੇ ਮਜੀਠੀਆ ਸਾਹਿਬ ਉੱਥੇ ਗਏ ਆ। ਹੁਣ ਜੋ ਅੰਦਰਲੀ ਟੀਮ ਸੀਗੀ ਉਹਨਾਂ ਨੇ ਤੇ ਬਹੁਤਾ ਕੁਝ ਦੱਸਣਾ ਨਹੀਂ ਸੀ ਬਾਹਰ, ਕਿਉਂਕਿ ਉਹਨਾਂ ਨੇ ਤੇ ਕਾਗਜ਼ਾਂ 'ਤੇ ਲਿਖ ਲਿਆ ਵੀ ਆਹ ਪੁੱਛਿਆ ਗਿਆ, ਇਹਨਾਂ ਨੇ ਆਹ ਜਵਾਬ ਦਿੱਤਾ, ਅਸੀਂ ਇਹਦੇ ਤੋਂ ਇੰਨੇ ਸੈਟਿਸਫਾਈ, ਇੰਨੇ ਨਹੀਂ ਸੈਟਿਸਫਾਈ। ਪਰ ਮਜੀਠੀਆ ਸਾਹਿਬ ਨੇ ਬਾਹਰ ਆ ਕੇ ਪੱਤਰਕਾਰਾਂ ਨੂੰ ਦੱਸਤੀ ਗੱਲਬਾਤ ਸਾਰੀ ਵੀ ਵੀਰ ਆ ਹੋਇਆ ਜੀ। ਨਹੀਂ, ਦੇਖੋ ਉਹ ਤਾਂ ਜਾਣ ਲੱਗੇ ਵੀ ਉਹ ਕਹਿੰਦੇ ਜੀ ਦੇਖੋ 11 ਵਜੇ ਦਾ ਸਮਾਂ ਸੀ, ਮੈਂ ਪਹਿਲਾਂ ਆ ਗਿਆ। ਬਾਹਰ ਨਿਕਲੇ ਆ, ਗੱਡੀ 'ਚੋਂ ਮਾਸਕ ਲਾਇਆ ਤੇ ਕਹਿੰਦੇ ਮੈਂ ਅਦਾਲਤੀ ਫੈਸਲੇ ਦਾ ਸਨਮਾਨ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਆਪਣੇ ਆਪ ਨੂੰ ਇੱਥੇ ਲੈ ਕੇ ਆਇਆ। ਸਵਾਲ ਉਹਨਾਂ ਨੇ ਪੁੱਛਣੇ ਆ, ਸਭ ਕੁਝ ਦੱਸਾਂਗੇ, ਡਰ ਡੁੱਕਰ ਵਾਲੀ ਗੱਲ ਕੋਈ ਨਹੀਂ। ਕਹਿ ਕੇ ਅੰਦਰ ਚਲੇ ਗਏ। ਤੇ ਜਦੋਂ ਕਹਿ ਕੇ ਅੰਦਰ ਚਲੇ ਗਏ, ਕਹਿੰਦੇ ਆ ਕਿ 60-70 ਦੇ ਕਰੀਬ ਸਵਾਲ ਹੋਣਗੇ, ਕਿੱਦਾਂ ਜਵਾਬ ਦਿੱਤੇ ਨਹੀਂ ਦਿੱਤੇ ਉਹ ਤਾਂ ਅੰਦਰਲਿਆਂ ਨੂੰ ਪਤਾ। ਪਰ ਬਾਹਰ ਆ ਕੇ ਉਹਨਾਂ ਨੇ ਇੱਕ ਗੱਲ ਕਹੀ, ਉਹ ਕਹਿੰਦੇ ਮੈਂ SIT ਦੀ ਟੀਮ ਜਿਹੜੇ ਸਵਾਲ ਪੁੱਛਦੇ ਜਵਾਬ ਤਾਂ ਦਿੱਤੇ, ਮੈਂ ਇੱਕ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੀਆਂ ਸਟੇਟਮੈਂਟਸ ਪੜ੍ਹੋ, ਤੁਸੀਂ ਚਰਨਜੀਤ ਸਿੰਘ ਚੰਨੀ ਦੀ ਗੱਲ ਪੜ੍ਹੋ, ਤੁਸੀਂ ਚਟੋਪਾਧਿਆਏ ਜਿਹੜੇ ਆ ਉਹਨਾਂ ਦੀ ਗੱਲ ਦੇਖੋ। 20 ਦਿਨ ਦੇ DGP ਨੇ ਤੇ ਉਹਨਾਂ ਨੇ ਕੀ ਕੁਝ ਕਿਸ ਤਰੀਕੇ ਕੀਤਾ ਕਿ ਮਾੜੀ ਮੋਟੀ ਜਾਂਚ ਦਾ ਦਾਇਰਾ ਉਧਰਲੇ ਪਾਸੇ ਨੂੰ ਲੈ ਕੇ ਜਾਓ ਕਿ ਪੋਲੀਟੀਕਲੀ ਕੀਤਾ ਹੋਇਆ ਕੰਮ ਆ, ਵੈਸੇ ਕੋਈ ਗੱਲਬਾਤ ਇਹਦੇ ਵਿੱਚ ਹੈ ਨਹੀਂ। ਯਾਨੀ ਤੁਸੀਂ ਦੇਖੋ ਕਿ ਪੁੱਛਿਆ ਤਾਂ ਉਹਨਾਂ ਨੂੰ ਸੀ ਕਿ ਭਾਈ ਤੁਹਾਡੇ ਤੋਂ ਸਵਾਲ ਕਰਨੇ, ਉਹ ਕਹਿੰਦੇ ਮੈਂ ਮਾੜੀ ਜਿਹੀ ਗੱਲ ਕਹਿ ਕੇ ਆਇਆ SIT ਦੇ ਮੈਂਬਰਾਂ ਨੂੰ। ਤੇ ਹੁਣ ਅਗਲੀ ਵਾਰੀ ਕਦੋਂ ਸੱਦਦੇ ਆ ਕਦੋਂ ਨਹੀਂ ਸੱਦਦੇ ਉਹ ਤਾਂ ਹੁਣ ਭਾਈ ਆਉਣ ਵਾਲੇ ਸਮੇਂ 'ਚ ਪਤਾ ਲੱਗੂ। ਵੈਸੇ ਅਕਾਲੀ ਦਲ ਦੇ ਕਈ ਵਰਕਰ ਲੀਡਰ ਜਿਹੜੇ ਆ ਉਹ ਆਪਣੇ ਹੋਏ ਸੀ। ਇੱਥੇ ਪਹੁੰਚਣਾ ਹੀ ਆ, ਦੱਸੋ ਕਮਾਲ ਕਰਦੇ ਹੋ। ਉਹ ਤੇ ਕੀ ਪਤਾ ਉਦਣ ਦੇ ਡੀਕ ਦੇਣ ਵੀ ਯਾਰ ਛੇਤੀ ਜ਼ਮਾਨਤ ਮਿਲੇ ਤੇ ਅਸੀਂ ਜਾ ਕੇ ਇੱਕ ਵਾਰ ਫੇਰ ਨਾਰਾ ਲਾਈਏ, ਪਹਿਰਾ ਦਿਆਂਗੇ ਠੋਕ ਕੇ ਜੀ। ਹੁਣ ਚਲੋ ਅਗਲਿਆਂ ਨੇ ਪਹਿਰਾ ਦੇਣਾ ਵੀ ਆ, ਪਰ ਇਹ ਸਾਰੇ ਕੁਛ 'ਚ ਹੁਣ ਜਿਹੜਾ ਮੋੜਾ ਹੈ ਉਹ ਆਪਾਂ ਕੱਟੀਏ। ਮੈਂ ਤਦੇ ਥੋੜਾ ਟਾਈਮ ਦਿੱਤਾ, ਮੈਂ ਵੀ ਇਹ ਬੰਦੇ ਨੇ ਕੋਈ ਨਾ ਕੋਈ ਲੱਤ ਡਾਉਣੀ ਆ, ਐਵੇਂ ਮੈਂ ਡਿੱਗੂ ਉਹਨੂੰ ਚੰਗਾ ਵੀ ਰੁਕ ਜਾਈਏ। ਦੇਖੋ ਅਸੀਂ ਤੁਹਾਨੂੰ ਡਿੱਗਣ ਨਹੀਂ ਦਿੰਦੇ, ਕਿਉਂਕਿ ਤੁਹਾਨੂੰ ਵੋਟਾਂ ਤੱਕ ਹੀ ਸੁਣਾਉਣੀਆਂ। ਚਲੋ ਬਾਅਦ ਜੇ ਤੁਸੀਂ ਉਦੋਂ ਬਾਅਦ ਸੁੱਟਾਂਗੇ। ਦੇਖੋ ਚੰਡੀਗੜ੍ਹ ਦੇ ਵਿੱਚ ਇੱਕ ਦਫ਼ਤਰ ਸੀ, ਉਸ ਦਫ਼ਤਰ ਦੇ ਵਿੱਚ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਆਉਂਦੇ ਸੀ, ਕੇਂਦਰੀ ਮੰਤਰੀ ਤੇ ਭਾਜਪਾ ਦੇ ਚੋਣ ਇੰਚਾਰਜ ਪੰਜਾਬ ਦੇ। ਨਾਲ ਉਹਨਾਂ ਦੇ ਬੀਬੀ ਮੀਨਾਕਸ਼ੀ ਲੇਖੀ ਨੇ ਹੋਣਾ, ਹਰਦੀਪ ਸਿੰਘ ਪੁਰੀ ਸਾਹਿਬ ਨੇ ਹੋਣਾ, ਫਿਰ ਇੱਧਰਲੇ ਪਾਸਿਓਂ ਅਸ਼ਵਨੀ ਸ਼ਰਮਾ ਸਾਹਿਬ ਨੇ ਹੋਣਾ। ਫਿਰ 10 ਕੁ ਦਿਨ ਪਹਿਲਾਂ ਇਹ ਗੱਲਾਂ ਆਈਆਂ ਸੀ ਕਿ ਭਾਈ ਉਹ ਦਫ਼ਤਰ ਉੱਥੇ ਤਾਂ ਰਹੂਗਾ, ਨਾਲ ਜਲੰਧਰ ਦੇ ਵਿੱਚ ਵੀ 2-3 ਕੋਠੀਆਂ ਕਿਰਾਏ ਤੇ ਲਈਆਂ। ਇੱਕ ਦੇ ਵਿੱਚ IT ਵਿੰਗ ਵਾਲੇ ਬੈਠੇ ਆ, ਇੱਕ ਦੇ ਵਿੱਚ ਕੋਈ ਬੈਠੇ, ਤੇ ਹੁਣ ਉਹ ਦਫ਼ਤਰ ਜਲੰਧਰ ਵਾਲਾ ਹੋ ਗਿਆ ਤਿਆਰ। ਤੇ ਦਫ਼ਤਰ ਦੀ ਕੀਤੀ ਚੱਠ, ਤੇ ਜਿਹੜੀ ਕੀਤੀ ਹੈ ਚੱਠ ਉਹ ਕਮਾਲ ਦੀ ਕੀਤੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ।
ਪਹਿਲਾਂ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਗਜਿੰਦਰ ਸਿੰਘ ਸ਼ੇਖਾਵਤ ਖੜੇ ਆ, ਅਸ਼ਵਨੀ ਸ਼ਰਮਾ ਸਾਹਿਬ ਖੜੇ ਆ, ਨਾਲ ਉਹਨਾਂ ਦੇ ਹੰਸਰਾਜ ਹੰਸ ਜੀ ਖੜੇ ਆ, ਹੋਰ ਕਿੰਨੇ ਹੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਖੜੇ ਆ, ਤੇ ਨਾਲ ਖੜੇ ਆ ਵਾਈ ਸਿਕਿਉਰਿਟੀ ਵਾਲੇ ਪਰਮਿੰਦਰ ਸਿੰਘ ਬਰਾੜ, ਜਿਹੜੇ ਪਹਿਲਾਂ ਅਕਾਲੀ ਦਲ ਦੇ ਵਿੱਚ ਯੂਥ ਵਿੰਗ ਨੂੰ ਚਲਾਉਂਦੇ ਰਹੇ, ਉਸ ਤੋਂ ਬਾਅਦ ਥੋੜੇ ਕੁ ਦਿਨ ਉਹਨਾਂ ਨੇ ਕਾਂਗਰਸ 'ਚ ਕੰਮ ਕੀਤਾ, ਅੱਜ ਕੱਲ੍ਹ ਭਾਜਪਾ 'ਚ ਨੇ। ਨਹੀਂ, ਕਾਂਗਰਸ 'ਚ ਕੀ ਕੰਮ ਕੀਤਾ? ਨਹੀਂ, ਇਹ ਨਹੀਂ ਪਤਾ। ਥੋੜੇ ਦਿਨ ਉਹਨਾਂ ਨੇ ਕਾਂਗਰਸ 'ਚ ਕੰਮ ਕੀਤਾ। ਹੁਣ ਹੋਇਆ ਕੀ, ਤੁਸੀਂ ਦੇਖੋ ਕਿ ਚੱਠ ਕਿੱਦਾਂ ਕੀਤੀ ਆਪਣੇ ਜਲੰਧਰ ਵਾਲੇ ਦਫ਼ਤਰ ਦੀ। ਉਹ ਕਹਿੰਦੇ ਸੀ ਧੂੜਾਂ ਪੱਟ ਦਿਆਂਗੇ। ਹੁਣ ਫਤਿਹਗੜ੍ਹ ਸਾਹਿਬ ਤੋਂ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਵੱਡੇ ਲੀਡਰ ਨੇ ਵਿਧਾਇਕੀ ਦਾ ਆਨੰਦ ਮਾਣ ਚੁੱਕੇ ਆ। ਉਹਨਾਂ ਦਾ ਨਾਮ ਹੈ ਦੀਦਾਰ ਸਿੰਘ ਭੱਟੀ, ਤੇ ਉਹਨਾਂ ਨੇ ਆਪਣਾ ਜਿਹੜਾ ਉਹ ਚੱਕਿਆ ਸਮਾਨ ਜਿੰਨਾ ਕੁ ਸੀਗਾ ਅਕਾਲੀ ਦਲ ਦੇ ਵਿੱਚੋਂ, ਤੇ ਆ ਕੇ ਭਾਰਤੀ ਜਨਤਾ ਪਾਰਟੀ ਦੀ ਕੋਠੀ 'ਚ ਰੱਖਤਾ ਕਿ ਭਾਈ ਪਾਰਟੀ ਬੜੀ ਵਧੀਆ ਜੀ, ਆਪਾਂ ਤੁਹਾਡੇ ਨਾਲ। ਜਗਰਾਉਂ ਤੋਂ ਕਿਸੇ ਵੇਲੇ ਐਮਐਲਏ ਹੁੰਦੇ ਸੀ, ਕਾਂਗਰਸ ਪਾਰਟੀ ਦੇ ਵਿੱਚ ਬੜੇ ਸਰਗਰਮ ਹੁੰਦੇ ਸੀ, ਨਾ ਈਸ਼ਰ ਸਿੰਘ ਮਿਹਰਬਾਨ, ਤੇ ਮਿਹਰਬਾਨ ਸਾਹਿਬ ਦੇ ਉੱਤੇ ਭਾਰਤੀ ਜਨਤਾ ਪਾਰਟੀ ਮਿਹਰਬਾਨ ਹੋ ਗਈ। ਈਸ਼ਰ ਸਿੰਘ ਮਿਹਰਬਾਨ ਸਾਹਿਬ ਵਿਧਾਇਕ ਰਹੇ, ਉਹਦੇ ਤੋਂ ਬਾਅਦ ਅਕਾਲੀ ਦਲ 'ਚ ਆ ਗਿਆ 2014-15 ਦੇ ਵਿੱਚ, ਕੁਝ ਸਾਲ ਅਕਾਲੀ ਦਲ ਦੇ ਵਿੱਚ ਕੰਮ ਕੀਤਾ, ਤੇ ਫਿਰ ਇਹ ਦੂਸਰੇ ਸਾਬਕਾ ਵਿਧਾਇਕ ਨੇ ਜਿਹੜੇ ਜਲੰਧਰ ਵਾਲੇ ਦਫ਼ਤਰ ਦੀ ਚੱਠ ਕਰਕੇ ਉੱਥੇ ਪਾਰਟੀ ਸ਼ਾਮਲ ਹੋ ਗਏ। ਤੀਸਰੇ ਨੰਬਰ ਦੇ ਉੱਤੇ ਇੱਕ ਹੋਰ ਨੇ, ਉਧਰਲੇ ਪਾਸੇ ਨੂੰ ਵੀ ਗੱਲ ਤੋਰਨੀ ਆ, ਪਰ ਇਹਦੇ ਤੋਂ ਪਹਿਲਾਂ ਇੱਕ ਸੋਈ ਬਣੀ ਸੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਜਿਹਦੇ ਪਰਮਿੰਦਰ ਸਿੰਘ ਬਰਾੜ ਕਰਤਾ ਧਰਤਾ ਸੀ ਅਕਾਲੀ ਦਲ ਦੇ ਵਿੱਚ। ਉਹਦੇ ਦੁਆਬਾ ਜ਼ੋਨ ਦੇ ਮੁਖੀਆ ਅੰਮ੍ਰਿਤਪਾਲ ਸਿੰਘ ਡੱਲੀ ਯੂਥ ਵਿੰਗ ਦੇ ਵਿੱਚ ਵੀ ਕੰਮ ਕੀਤਾ। ਉਹ ਵੀ ਕਹਿੰਦੇ ਕਿ ਭਾਈ ਜਿੱਧਰ ਪਰਮਿੰਦਰ ਸਿੰਘ ਬਰਾੜ ਹੋਰੀ ਕਹਿਣਗੇ ਆਪਾਂ ਉਧਰਲੇ ਪਾਸੇ ਚੱਲਣਾ, ਤੇ ਉਹਨਾਂ ਨੇ ਵੀ ਕਿਹਾ ਕਿ ਆਪਾਂ ਹੁਣ ਆ ਗਏ ਹਾਂ। ਇਸੇ ਤਰੀਕੇ ਸ਼ਤਰਾਣੇ ਵਾਲੇ ਸਾਬਕਾ ਐਮਐਲਏ ਸਾਹਿਬ, ਉਹ ਵੀ ਕਹਿੰਦੇ ਗੱਲ ਕਿਹੜੀ ਹੈ, ਚੱਲਦੇ ਹਾਂ ਆਪਾਂ ਭਾਰਤੀ ਜਨਤਾ ਪਾਰਟੀ। ਜਦੋਂ ਇੱਕੋ ਵਾਰੀ 3 ਸਾਬਕਾ ਐਮਐਲਏ, ਇੱਕ ਐਸਜੀਪੀਸੀ ਦੇ ਮੈਂਬਰ ਹਰਪਾਲ ਸਿੰਘ ਹੋਰੀ, ਇੱਕ ਸੋਈ ਦੇ ਦੁਆਬਾ ਜ਼ੋਨ ਦੇ ਪ੍ਰਧਾਨ, ਕਿਉਂਕਿ 3-4 ਹੀ ਤਾਂ ਜ਼ੋਨ ਨੇ, ਉਹਨਾਂ ਨੂੰ ਜਦੋਂ ਭਾਰਤੀ ਜਨਤਾ ਪਾਰਟੀ ਵਾਲ ਇਦਾਂ ਲਿਆ ਕੇ ਉਹਨਾਂ ਨੇ ਸ਼ਾਮਲ ਕੀਤਾ ਤੇ ਕਤਾਰ ਬੰਨੀ ਆ ਪੂਰੀ, ਫਿਰ ਚੱਠ ਤਾਂ ਹੋ ਹੀ ਗਈ ਨਾ। ਨਹੀਂ ਹੋ ਗਈ, ਤੇ ਮੁੱਖ ਨਾਂ ਤੁਸੀਂ ਲੈਣਾ ਛੱਡ ਕੇ ਕੀ ਕਰ? ਵੈਸੇ ਹੀ ਪ੍ਰੋਫੈਸਰ ਸਰਚਾਂਦ ਸਿੰਘ ਹੋਰਾਂ ਦਾ ਨਾਮ ਹੀ ਲੈਣਾ ਚਾਹੀਦਾ। ਇਲਾਕਾ ਨਹੀਂ ਦੇਖੋ, ਇਲਾਕਾ ਤੇ ਹੈਗਾ, ਹੁਣ ਮਾਝੇ ਵਾਲਿਆਂ ਦਾ ਨਾਂ ਤਾਂ ਲੈਣਾ ਹੀ ਪੈਣਾ ਸਾਨੂੰ। ਦੇਖੋ ਗੱਲ ਇਹ ਆ ਵੀ ਦਮਦਮੀ ਟਕਸਾਲ ਵਾਲੇ ਪਾਸਿਓਂ ਹੈ ਤੇ ਉਹਨਾਂ ਦੇ ਬੁਲਾਰੇ ਨੇ, ਤੇ ਜਦੋਂ ਵੀ ਕਿਤੇ ਗੱਲ ਚੱਲੇ ਜਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਧਾਰਮਿਕ ਮਸਲਿਆਂ ਦੇ ਵਿੱਚ ਆਪਾਂ ਉਹਨਾਂ ਦੇ ਬਿਆਨ ਸੁਣਦੇ ਰਹੇ ਹਾਂ। ਹੁਣ ਉਹਨਾਂ ਦਾ ਬੀਜੇਪੀ ਦੇ ਵਿੱਚ ਜਾਣਾ, ਉਹ ਬਹੁਤ ਸਾਰੇ ਲੋਕਾਂ ਨੂੰ, ਖਾਸ ਕਰਕੇ ਜਿਹੜੀਆਂ ਮਤਲਬ ਸਿੱਖ ਸੰਗਤਾਂ ਨੇ, ਉਹਨਾਂ ਦੇ ਵਿੱਚ ਉਹਨਾਂ ਨੂੰ ਬੜੀ ਹੈਰਾਨੀ ਹੋਈ ਵੀ ਯਾਰ ਅਚਾਨਕ ਤੋਂ ਪ੍ਰੋਫੈਸਰ ਸਰਚਾਂਦ ਸਿੰਘ ਹੋਣੀ ਉੱਧਰ ਕਿੱਦਾਂ। ਪਰ ਕੀ ਕਹਿੰਦੇ ਹੁੰਦੇ ਵੀ ਸਮਾਂ ਬੜਾ ਸਮਰੱਥ ਹੈ, ਸਮਾਂ ਸਮਰੱਥ। ਆਹੋ, ਦੇਖੋ ਹੈਰਾਨੀ ਪ੍ਰੋਫੈਸਰ ਸਰਚਾਂਦ ਸਿੰਘ ਹੋਰਾਂ ਨੇ 2 ਵਾਰੀ ਕਰਾਈ। ਦਮਦਮੀ ਟਕਸਾਲ ਦੇ ਵਿੱਚ ਉਹ ਬੜੇ ਵੱਡੇ ਬੁਲਾਰੇ ਦੇ ਤੌਰ ਤੇ ਮੰਨੇ ਜਾਂਦੇ ਰਹੇ। ਨਹੀਂ ਮੰਨੇ ਜਾਂਦੇ ਰਹੇ ਨੇ, ਹੁਣ ਵੀ ਹੈਗੀ ਇੱਕ ਤਰ੍ਹਾਂ ਨਾਲ। ਪਹਿਲੀ ਹੈਰਾਨੀ ਉਹਨਾਂ ਨੂੰ ਹੋਈ ਕਿ ਉਦੋਂ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਮੀਡੀਆ ਸਲਾਹਕਾਰ ਬਣ ਗਿਆ ਸੀ। ਉਦੋਂ ਵੀ ਲੋਕਾਂ ਨੇ ਫਿਰ ਰੋਕੀ, ਚਲੋ ਕੋਈ ਗੱਲ ਨਹੀਂ, ਕਿਹੜੀ ਗੱਲ ਹੈ ਨਾ ਅਕਾਲੀ ਦਲ ਦੇ ਵਿੱਚ। ਤੇ ਹੁਣ ਤਾਂ ਐ ਨਹੀਂ, ਜਦੋਂ ਆਣਗੇ ਉਹਨਾਂ ਨੇ ਇੱਕ ਲੱਤ ਦਿੱਤੇ ਹੁੰਦਾ ਨਾ ਕਿ ਟਰੈਕਟਰ ਦੀ ਇੱਕ ਪਾਸੇ ਵਾਲੀ ਬ੍ਰੇਕ ਕਰਕੇ ਤਾਂ ਐ ਕੱਦੂ ਦੇ ਵਿੱਚ ਟਰੈਕਟਰ ਘੁਮਾਉਣਾ। ਹੁਣ ਉਹ ਭਾਰਤੀ ਜਨਤਾ ਹੱਕ ਹੈ ਉਹਨਾਂ ਦਾ ਜਮਹੂਰੀ ਤੌਰ ਦੇ ਉੱਤੇ, ਪਰ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਐਨ ਜਲੰਧਰ ਦੇ ਵਿੱਚ ਆ ਕੇ, ਦੇਖੋ ਇੱਕ ਗੱਲ ਪੱਕੀ ਹੈ, ਜਲੰਧਰ 'ਚ ਸਪੋਰਟਸ ਇੰਡਸਟਰੀ ਰਹੇ ਨਾ ਰਹੇ, ਜਲੰਧਰ ਦੇ ਵਿੱਚ ਲੈਦਰ ਉਦਯੋਗ ਰਹੇ ਨਾ ਰਹੇ, ਜਲੰਧਰ ਮੀਡੀਆ ਦੀ ਰਾਜਧਾਨੀ ਰਹੇ ਨਾ ਰਹੇ, ਪਰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਹੁਣ 1 ਮਹੀਨਾ ਐਨ ਪੂਰਾ ਉੱਥੇ ਜਾ ਕੇ ਜਰਾ ਝੰਡਾ ਲਹਿਰਾ ਕੇ ਰੱਖਣਾ। ਨਹੀਂ ਸਾਰੇ ਹੀ ਇੱਕ ਗੱਲ ਤੇ ਉਹਨਾਂ ਨੇ ਵੀ ਕਲੀਅਰ ਕਰਤੀ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਨੇ। ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਸਾਨੂੰ ਇਹ ਸਵਾਲ ਨਾ ਪੁੱਛਿਆ ਜਾਵੇ ਕਿ ਮੁੱਖ ਮੰਤਰੀ ਕੌਣ ਹੋਊਗਾ ਜੀ, ਜਿੱਦਣ ਕਹਿੰਦੇ ਵੀ ਇਹ ਸਾਰਾ ਕੁਝ ਹੋ ਜਾਣਾ, ਕਿਉਂਕਿ ਸਾਡੇ ਰਿਵਾਜ ਇਹੀ ਹੈ ਵੀ ਅਸੀਂ ਬਾਅਦ ਦੇ ਵਿੱਚ ਆਪਣਾ ਜਿਹੜਾ ਚਿਹਰਾ ਉਹ ਦੱਸਦੇ ਹੁੰਦੇ ਹਾਂ, ਤੇ ਹੁਣ ਵੀ ਇਲੈਕਸ਼ਨਾਂ ਤੋਂ ਬਾਅਦ ਅਸੀਂ ਆਪਣਾ ਚਿਹਰਾ ਦੱਸਣਾ। ਦੂਜੀ ਆਪਾਂ ਕੱਲ੍ਹ ਗੱਲ ਕਰਦੇ ਸੀ ਲੁਧਿਆਣੇ ਵਾਲੇ ਬੈਂਸ ਭਰਾਵਾਂ ਦੀ, ਕਿਉਂਕਿ ਚਰਚਾ ਸੀ, ਜਿਸ ਹਿਸਾਬ ਨਾਲ ਚਰਚਾ ਸੀ ਆਪਾਂ ਉੱਦਾਂ ਗੱਲ ਕਰ ਲਈ ਵੀ ਜਿਵੇਂ ਉਹ ਜਾ ਸਕਦੇ ਜੀ ਨਹੀਂ ਜਾ ਸਕਦੇ, ਪਰ ਹੁਣ ਉਹਨਾਂ ਨੇ ਕਲੀਅਰ ਕਰਤੀ ਗੱਲ। ਉਹ ਕਹਿੰਦੇ ਵੀ ਯਾਰ ਲੋਕ ਇਨਸਾਫ ਪਾਰਟੀ ਕੋਈ ਨਿੱਕੀ ਜਿਹੀ ਪਾਰਟੀ, ਕਮਾਲ ਕਰਦੇ ਤੁਸੀਂ ਵੀ ਅਸੀਂ ਆਪਣੀ ਪਾਰਟੀ ਛੱਡ ਕੇ ਬਣੀ 32 ਤੇ ਬੀਜੇਪੀ ਚੱਲ ਜਾਂਗੇ। ਹਾਂ, ਗੱਠਜੋੜ ਕਰ ਸਕਦੇ ਹਾਂ, ਗੱਠਜੋੜ ਕਰਾਂਗੇ ਉਸ ਪਾਰਟੀ ਦੇ ਨਾਲ ਜਿਹਦੇ ਕੋਲੇ ਪੰਜਾਬ ਦਾ ਵਿਜ਼ਨ ਹੋਊਗਾ, ਜਿਹੜੇ ਪੰਜਾਬ ਲਈ ਵਾਕਈ ਕੁਝ ਕਰਨਾ ਚਾਹੁੰਦੇ ਹੋਣਗੇ ਤੇ ਕਰ ਸਕਦੇ ਹੋਣਗੇ। ਵਾਹ ਜੀ ਵਾਹ। ਫਿਰ ਤਾਂ ਲਗਭਗ ਦੇਖੋ ਅਕਾਲੀ ਦਲ ਨੇ ਤਾਂ ਟਿਕਟਾਂ ਦੀਆਂ ਵੰਡ, ਇਹ 'ਚ ਤਾਂ ਕੋਈ ਦੋ ਰਾਏ ਨਹੀਂ। ਆਮ ਆਦਮੀ ਪਾਰਟੀ ਨੇ ਹਲਕਾ ਕੋ ਖਾਲੀ ਨਹੀਂ ਛੱਡਿਆ। ਨਹੀਂ ਵੈਸੇ ਵੀ ਉਹ 17 ਖਤਮ ਹੋ ਚੁੱਕਾ, ਗੱਠਜੋੜੇ ਖਤਮ ਹੋ ਚੁੱਕਾ, ਦੁਬਾਰਾ ਕਿਉਂ ਕਰਨਾ। ਤੀਸਰੇ ਪਾਸੇ ਕੋਈ 7ਵੇਂ ਬਦਲਦੀ, ਕਿਉਂਕਿ 6 ਤਾਂ ਹੈਗੇ ਆ, 7ਵੇਂ ਬਦਲਦੀ ਆਸ ਕੋਈ ਨਹੀਂ ਲੈ ਦੇ ਕੇ, ਜਾਂ ਤਾਂ ਕੱਲਿਆਂ ਕਿ ਕੋਈ ਗੱਠਜੋੜ ਦੀ ਗੱਲ ਉਹਨਾਂ ਨੇ ਮੰਨ ਲਈ। ਉਮੀਦ ਹੈ ਕਿ 15 ਜਨਵਰੀ ਤੋਂ ਬਾਅਦ ਇੱਕ ਇਕੱਠ ਹੋਏਗਾ, ਚਾਹੇ 15 ਤੋਂ ਬਾਅਦ, ਇਸ ਕਰਕੇ ਕਿ ਜੇ ਤਾਂ ਚੋਣ ਕਮਿਸ਼ਨ ਨੇ ਦੇਤੀ ਢਿੱਲ, ਫਿਰ ਤਾਂ ਲੋਕਾਂ ਦਾ ਇਕੱਠ ਹੋਏਗਾ, ਨਹੀਂ ਤਾਂ ਲੀਡਰਾਂ ਦਾ ਇਕੱਠ ਹੋਏਗਾ, ਤੇ ਉਹਦੇ ਤੋਂ ਬਾਅਦ ਪੰਜਾਬ ਦੇ ਭਲੇ ਦੇ ਲਈ, ਪੰਜਾਬ ਦੇ ਭਵਿੱਖ ਨੂੰ ਦੇਖਦਿਆਂ, ਪੰਜਾਬ ਦੇ ਲੋਕਾਂ ਦੇ ਭਵਿੱਖ ਨੂੰ ਦੇਖਦਿਆਂ ਇੱਕ ਗੱਠਜੋੜ ਹੋਏਗਾ। 2-3 ਗੱਲਾਂ ਹੋਰ ਕਰੋ ਯਾਰ, ਪੰਜਾਬ ਦੇ ਲੋਕਾਂ ਦੀ ਆਵਾਜ਼ ਆਈ ਹੈ, ਮੈਂ ਤਾਂ ਆਖਿਆ ਥੋੜੀ ਜਿਹੀ। ਤੇ ਉਹਦੇ ਤੋਂ ਬਾਅਦ ਫਿਰ ਇੱਕ ਗੱਠਜੋੜ ਹੋਏਗਾ,
ਸੀਟਾਂ 3 ਛੱਡਦੇ, ਅਗਲੇ 4 ਛੱਡਦੇ, 5 ਛੱਡਦੇ ਕਿ 6 ਛੱਡਦੇ, ਅਗਲੇ ਛੱਡ ਦੇਣਗੇ ਤਾਂ ਬਾਕੀ ਸੀਟਾਂ ਦੇ ਉੱਤੇ ਇਹ ਮਦਦ ਕਰਨਗੇ। ਹਾਂ, ਇਹ ਮਤਲਬ ਹੋ ਸਕਦੀ ਹੈ ਗੱਲ। ਜਦ ਤੱਕ ਕਲੀਅਰ ਨਹੀਂ ਹੁੰਦੀ ਉਨੀ ਦੇਰ ਤੱਕ ਆਪਾਂ ਕਾਹਨੂੰ ਨਾ ਲੈਣਾ, ਕਿਉਂਕਿ ਇਸ ਵਕਤ ਇੱਕ ਗੱਲ ਤਾਂ ਪੱਕੀ ਹੈ ਵੀ ਜਿਵੇਂ ਦਾ ਮਾਹੌਲ ਚੱਲਦਾ ਪਿਆ ਪੰਜਾਬ 'ਚ, ਕੁਛ ਪਤਾ ਲੱਗਦਾ ਕੱਲ੍ਹ ਬੰਦਾ ਚੰਗਾ ਭਲਾ ਹੁੰਦਾ ਜੀ, ਤੇ ਹੁਣ ਕਹਿੰਦੇ ਵੀ ਕਰੋਨਾ ਹੋ ਗਿਆ ਕੈਪਟਨ ਸਾਹਿਬ ਨੂੰ। ਨਹੀਂ ਦੇਖੋ, ਉਹ ਲਿਖਿਆ ਜੀ ਵੀ ਉਹਨਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ। ਹਾਂ, ਕੀਤਾ ਵੀ ਉੱਥੇ ਹੀ ਹੈ ਜਿੱਥੇ 4.5 ਸਾਲ ਰਹੇ ਹੋ। ਲੋਕਾਂ ਇਸ ਗੱਲ ਦੇ ਸੋਸ਼ਲ ਮੀਡੀਆ 'ਤੇ ਬੜੀ ਚੱਲਦੀ, ਕੈਪਟਨ ਸਾਹਿਬ ਹੁਣ ਇਕਾਂਤਵਾਸ ਹੋ ਗਿਆ। ਆਹੋ, ਇਕਾਂਤਵਾਸ ਸ਼ਬਦ ਦੇ ਉੱਪਰ ਜ਼ਿਆਦਾ ਰੌਲਾ। ਨਹੀਂ ਦੇਖੋ, ਨਹੀਂ ਤਾਂ ਹੁਣ ਜੇ 4-5 ਦਿਨ ਵੀ ਇਕਾਂਤਵਾਸ ਰਹਿੰਦੇ ਆ, ਕਿੰਨਾ ਨੁਕਸਾਨ ਹੋਏਗਾ ਨਾ। ਜਾਣੀ ਵੀ ਪਹਿਲਾਂ ਤਾਂ ਉਹ ਪੈਰ ਨਹੀਂ ਸੀ ਭੁੰਜੇ ਲਾਉਂਦੇ ਹੁੰਦੇ, ਪੈਰ ਨਹੀਂ ਸੀ ਘਰੇ, ਕਿਉਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ 3 ਮਹੀਨੇ ਹੋ ਗਏ ਕਹਿੰਦੇ ਮੈਂ ਘਰੇ ਹੀ ਨਹੀਂ ਗਿਆ। ਇੱਦਾਂ ਹੀ ਫਿਰ ਮੁਕਾਬਲਾ ਕਰਨਾ ਤੇ ਕੈਪਟਨ ਸਾਹਿਬ ਕਿਹੜਾ ਜਾਂਦੇ ਸੀ, ਤੇ ਉਹ ਹੁਣ ਇਕਾਂਤਵਾਸ ਹੋਣਾ ਪੈ ਗਿਆ। ਆਹ ਸੁਖਬੀਰ ਬਾਦਲ ਸਾਹਿਬ ਕਹਿੰਦੇ ਵੀ ਉਹ ਬਿਸਤਰਾ ਘਰੋਂ ਧੁੱਪਿਆ ਦੁਬਾਰਾ ਗੱਡੀ 'ਚ ਹੀ ਰੱਖ ਦਿੰਦੇ, ਕਿਉਂਕਿ ਉਹਨਾਂ ਨੇ ਬਹੁਤ ਦੇਰ ਪਹਿਲਾਂ, ਉਦੋਂ ਗਰਮੀਆਂ ਸੀਗੀਆਂ, ਜਦੋਂ ਉਹਨਾਂ ਕਹਿੰਦਾ ਵੀ ਆਹ ਗੱਡੀ 'ਚ ਬਿਸਤਰਾ ਲਾ ਲਿਆ ਤੇ ਹੁਣ ਮੈਂ ਨਹੀਂ ਉਹ ਘਰੇ ਜਾਣਾ ਜੀ। ਤੇ ਇੱਕ ਹੋਰ ਵੀ ਮੈਂ ਤੁਹਾਨੂੰ ਦੱਸ ਦਿਆਂ ਇੱਥੇ ਕਿ ਕਾਂਗਰਸ ਪਾਰਟੀ ਦੀ ਅੱਜ ਮੀਟਿੰਗ ਹੈ, ਬੀਬੀ ਸੋਨੀਆ ਗਾਂਧੀ ਨੇ ਉਹਦੇ ਵਿੱਚ ਸ਼ਮੂਲੀਅਤ ਕਰਨੀ ਹੈ। ਉਮੀਦ ਹੈ ਕਿ ਅੱਜ ਸ਼ਾਮ ਤੱਕ ਕਿਸੇ ਨਾ ਕਿਸੇ ਪਾਸਿਓਂ ਪਤਾ ਲੱਗ ਜਾਊਗਾ ਕਿ ਕਾਂਗਰਸ ਪਾਰਟੀ ਕਿੱਧਰ ਨੂੰ ਜਾ ਰਹੀ ਹੈ, ਕੈਂਡੀਡੇਟ ਕੌਣ ਹੈ। ਕਿਉਂਕਿ ਰੌਲਾ ਬਹੁਤ ਹੈ ਕਿ ਬਹੁਤ ਸਾਰੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ, ਬਹੁਤ ਸਾਰੀਆਂ ਟਿਕਟਾਂ। ਖੇਮ ਕਰਨ ਵਾਲੇ ਪਾਸਿਓਂ ਰੌਲਾ ਪੈਂਦਾ ਕਿ ਟਿਕਟ ਬਦਲੀ ਜਾ ਸਕਦੀ ਹੈ, ਉਧਰਲੇ ਪਾਸਿਓਂ ਸ਼੍ਰੀ ਹਰਗੋਬਿੰਦਪੁਰ ਵਾਲੇ ਹਲਕੇ ਤੋਂ ਉਮੀਦ ਹੈ ਕਿ ਭਾਈ ਟਿਕਟ ਕੱਟੀ ਜਾ ਸਕਦੀ ਹੈ। ਇਸੇ ਤਰੀਕੇ ਚਰਚਾ ਜਿਹੜੀ ਹੈ ਮਾਲਵੇ ਦੇ ਵਿੱਚ ਵੀ ਹੈਗੀ ਹੈ। ਜਲਾਲਾਬਾਦ ਵਾਲੇ ਉਮੀਦਵਾਰ ਸਾਹਿਬ ਉਹ ਹਲਕਾ ਬਦਲ ਸਕਦੇ ਆ, ਕਿਉਂਕਿ ਗੁਰੂ ਹਰਸਾਏ ਜਿਹੜਾ ਉਹ ਖਾਲੀ ਹੋ ਗਿਆ। ਹੋਰ ਵੀ ਬੜੇ ਨੇ, ਭੱਟੀ ਸਾਹਿਬ ਦੀ ਚਰਚਾ, ਬੀਬੀ ਸਤਕਾਰ ਕੌਰ ਦੀ ਚਰਚਾ। ਜਾਣੀ ਅਸੀਂ ਨਹੀਂ ਕਹਿੰਦੇ, ਪਰ ਚਰਚਾ ਬਹੁਤ ਹੈ ਕਿ ਭਾਈ ਟਿਕਟਾਂ ਕੁਝ ਉਰੇ ਤੇ ਕੁਝ ਪਰੇ ਤੇ ਕੁਝ ਇੱਧਰ ਤੇ ਉੱਧਰ ਹੋ ਸਕਦੀਆਂ। ਰੌਲਾ ਹੀ ਆ, ਬਾਕੀ ਦੇਖਦੇ ਕਿੱਧਰ ਗੱਲ ਜਾਂਦੀ ਹੈ। ਨਹੀਂ, ਰੌਲਾ ਇੱਕ ਥੋੜਾ ਕਿਤੇ ਰੌਲਾ ਤੇ ਇੱਥੋਂ ਦਾ ਕਿਹਾ ਵੀ ਤਿਵਾੜੀ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਵੀ ਇਦਾਂ ਕਿੱਦਾਂ ਯਾਰ, ਇਹ ਮਤਲਬ ਜੇ ਤੁਸੀਂ ਇਹ ਕਹੋ ਵੀ ਪੰਜਾਬ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰ ਲਵਾਂਗੇ, ਇਦਾਂ ਨਹੀਂ ਸੈੱਟ ਹੋਣਾ। ਬੰਦਾ ਚਾਹੀਦਾ ਸੰਜੀਦਾ। ਇਹ ਨਹੀਂ ਹੁਣ ਪਤਾ ਵੀ ਸੰਜੀਦਾ ਦੀ ਡੈਫੀਨੇਸ਼ਨ ਕੀ ਹੈ, ਨਾ ਉਹਨਾਂ ਕਿਸੇ ਦਾ ਲਿਆ ਨਹੀਂ, ਪਰ ਜਿਸ ਹਿਸਾਬ ਨਾਲ ਉਹਨਾਂ ਨੇ ਸ਼ਬਦ ਵਰਤੇ ਨੇ, ਬੰਦੇ ਤੇ ਇਸ ਵਕਤ ਅੱਗੇ 2 ਹੀ ਲਾਏ ਕਾਂਗਰਸ ਪਾਰਟੀ ਨੇ, ਚੰਨੀ ਸਾਹਿਬ ਤੇ ਸਿੱਧੂ ਸਾਹਿਬ। ਇਹਦਾ ਮਤਲਬ ਉਹਨਾਂ ਦੋਵਾਂ ਨੂੰ ਉਹ ਸੰਜੀਦਾ ਨਹੀਂ ਮੰਨਦੇ। ਦੇਖੋ, ਇੱਕ ਗੱਲ ਬੜੀ ਕਲੀਅਰ ਹੈ ਕਿ ਜਦੋਂ ਉਹ 23 ਬੰਦੇ ਸੀ ਕਾਂਗਰਸ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਹਾਈ ਕਮਾਂਡ ਦੇ ਖਿਲਾਫ ਸਿੱਧਾ ਮੋਰਚਾ ਖੋਲ੍ਹਿਆ ਸੀ, ਤਿਵਾੜੀ ਸਾਹਿਬ ਦਾ ਨਾਂ ਉਧਰਲੇ ਪਾਸੇ ਬੋਲਦਾ ਸੀ। ਹੈਗੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਤੋਂ, ਪੰਜਾਬ ਦੇ ਨਾਲ ਸੰਬੰਧ ਹੈਗਾ। ਹੁਣ ਇਹ ਗੱਲ ਕਦੋਂ ਕੀਤੀ ਆ ਤਿਵਾੜੀ ਸਾਹਿਬ ਨੇ? ਜਦੋਂ 24 ਘੰਟੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੰਜਾਬ ਮਾਡਲ ਦਿੱਤਾ ਤੇ ਉਹਦੇ ਵਿੱਚ ਫੋਟੋ ਹਾਈ ਕਮਾਂਡ ਦੇ 3 ਬੰਦੇ ਗਾਂਧੀ ਪਰਿਵਾਰ ਦੇ, ਇਹ ਤੋਂ ਇਲਾਵਾ ਕਿਸੇ ਚੌਥੇ ਬੰਦੇ ਦੀ ਫੋਟੋ ਨਹੀਂ। ਤੇ ਉਹਨਾਂ ਨੇ ਇਹ ਵੀ ਕਹਿਤਾ ਸੀ ਕਿ ਇਹ ਮਾਡਲ ਹੀ ਤਕਰੀਬਨ ਮੈਨੀਫੈਸਟੋ ਹੋਏਗਾ। ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਭਾਈ ਪੰਜਾਬ ਦੇ ਲੋਕ ਫੈਸਲਾ ਕਰਨਗੇ ਕਿ ਸੀ ਤੇ ਐਮ ਕੌਣ ਹੋਏਗਾ, ਜਾਨੀ ਚੀਫ ਮਿਨਿਸਟਰ ਕੌਣ ਹੋਏਗਾ। ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ, ਐਮਐਲਏ ਕੌਣ ਹੋਏਗਾ, ਹਾਈ ਕਮਾਂਡ ਨੇ ਥੋੜੀ ਪੰਜਾਬ ਦੇ ਲੋਕਾਂ ਨੇ ਬਣਾਉਣਾ। ਇਹਦੇ ਤੋਂ ਇਲਾਵਾ 2-3 ਜਗ੍ਹਾ ਦੇ ਉੱਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਕਿਹਾ ਸੀ ਕਿ ਸਮਾਂ ਥੋੜਾ ਮਿਲਿਆ, 5 ਸਾਲ ਇੱਕ ਵਾਰੀ ਹੋਰ ਦੇ ਕੇ ਦੇਖੋ। ਤਿਵਾੜੀ ਸਾਹਿਬ ਨੇ ਕਹਿ ਦਿੱਤਾ ਕਿ ਪੰਜਾਬ ਕਾਂਗਰਸ ਜਿਹੜੀ ਹੈ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇੱਕ ਚਿਹਰੇ ਦੇ ਅਨੁਸਾਰ ਨਹੀਂ ਲੜੂ, ਪਰ ਸਿੱਧੇ ਤੌਰ ਤੇ ਉਹਨਾਂ ਦੇ ਇਹ ਵੀ ਕਹਿਣਾ ਸੀ ਕਿ ਕੁਝ ਬੰਦੇ ਨੇ ਜਿਹੜੇ ਆਪੋ ਆਪਣਾ ਚਿਹਰਾ ਅੱਗੇ ਕਰਦੇ ਆ ਤੇ ਉਹ ਪੰਜਾਬ ਦੇ ਪ੍ਰਤੀ ਸੰਜੀਦਾ ਹੀ ਨਹੀਂ, ਉਹ ਆਪਣੇ ਆਪ ਦੇ ਪ੍ਰਤੀ ਸੰਜੀਦਾ ਹੈ। ਹੁਣ ਤੁਸੀਂ ਦੇਖੋ, ਜਾਖੜ ਸਾਹਿਬ ਵਿਦੇਸ਼ੋਂ ਮੁੜਿਆ ਏ ਕਿ ਮੁੜਨਾ ਹੈ, ਉਹ ਨਹੀਂ ਕਲੀਅਰ। ਕਦੋਂ ਮੁੜਨਾ ਹੈ, ਕੀ ਮਜਬੂਰੀਆਂ ਨੇ, ਕਿਉਂਕਿ ਉਹਨਾਂ ਨੇ ਕੰਪੇਨ ਚਲਾਉਣੀ ਹੈ। ਇੱਕ ਇਦਾਂ ਦੀ ਥਾਂ ਤਾਂ ਹੋਵੇ ਜਿੱਥੇ ਸਾਰੇ ਬੰਦੇ ਇਕੱਠੇ ਬੈਠਣ ਕਿਤੇ। ਦੂਸਰੇ ਪਾਸੇ ਮਨੀਸ਼ ਤਿਵਾੜੀ ਸਾਹਿਬ ਨੇ ਕਹਿਤਾ ਕਿ ਸੰਜੀਦਾ ਬੰਦੇ ਦੀ ਲੋੜ ਹੈ। ਤੁਹਾਡੀ ਸਰਕਾਰ ਹੈ ਭਾਈ ਸਾਹਿਬ, 5 ਸਾਲ ਹੋ ਗਏ, ਹਾਈ ਕਮਾਂਡ ਦੇ ਵਿੱਚ ਤੁਸੀਂ ਬੈਠੇ ਹੋ, ਐਮਪੀ ਤੁਸੀਂ ਹੋ, ਸਾਰੀਆਂ ਕਮੇਟੀਆਂ ਦੇ ਵਿੱਚ ਪੰਜਾਬ ਦੇ ਕਾਂਗਰਸੀ ਐਮਪੀ ਸ਼ਾਮਿਲ ਨੇ। ਇਹਦੇ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਮੈਨੀਫੈਸਟੋ ਬਣਾਉਂਦੇ ਆ ਕਿ ਕਾਦੀਆਂ ਦੇ ਵਿੱਚ ਪ੍ਰਚਾਰ ਕਰਦੇ ਆ, ਉਹ ਇਹ ਸਾਰੇ ਮੁੱਦੇ ਦੇ ਉੱਤੇ ਬੋਲੇ ਨਹੀਂ। ਹੁਣ ਜਦੋਂ ਇਹ ਸਾਰਾ ਕੁਝ ਚੱਲੀ ਜਾਂਦਾ, ਇਹਦਾ ਮਤਲਬ ਹੈ ਕਿ ਖੜਕਾ ਦੜਕਾ ਹੋ ਜਾਣਾ, ਕਿਉਂਕਿ ਜਿਹੜੀ ਸੀਟ ਮਾਨਸੇ ਵਾਲੀ ਹੈ ਉੱਥੇ ਯੂਥ ਕਾਂਗਰਸ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਿਹੜੇ ਚੁਸ਼ਪਿੰਦਰ ਵੀਰ ਨੇ ਨਾ, ਉਹ ਜਿਸ ਤਰੀਕੇ ਸਿੱਧੂ ਮੂਸੇਵਾਲਾ ਹੋਰਾਂ ਦੇ ਦੁਆਲੇ ਹੋਏ ਆ ਕਿ ਭਾਈ ਇਹ ਕਾਰਾਂ ਰੋਕਦੇ ਨੇ, ਇਹ ਡੋਪ ਟੈਸਟ ਕਰਾ ਲੈਣੇ, ਮੇਰੇ ਖਿਲਾਫ ਪ੍ਰਚਾਰ ਕਰਦੇ ਆ, ਮੈਂ ਐ ਨਹੀਂ ਕਰਨ ਦੇਣਾ, ਸਾਰੀਆਂ ਚੀਜ਼ਾਂ ਉਹ ਕਹਿੰਦੇ ਆ। ਉਹ ਮੋਹਰਿਓਂ ਕਹਿੰਦੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਭਾਈ ਮੈਂ ਆਹ ਕੁਛ ਕਰਦਾ ਫਿਰਾਂ, ਹਰ ਬੰਦੇ ਦੇ ਵਿੱਚ 100 ਕਮੀਆਂ ਹੋਣਗੀਆਂ, ਉਹ ਮੋਹਰਿਓਂ ਇਗਨੋਰ ਕਰਦੇ ਆ। ਪਰ ਰੌਲਾ ਕੀ ਹੈ ਕਿ ਕਿਤੇ ਨਾ ਕਿਤੇ ਸੀਟ ਦਾ ਨੁਕਸਾਨ ਤਾਂ ਹੈਗਾ। ਹੁਣ ਮੋਗੇ ਤੋਂ ਡਾਕਟਰ ਹਰਜੋਤ ਕਮਲ ਹੋਰੀ ਨੇ, ਆਪਾਂ ਬੀਤੇ ਕੱਲ ਵੀ ਗੱਲ ਕੀਤੀ ਸੀ ਕਿ ਮਾਲਵੇਕਾ ਸੂਦ ਨੂੰ ਪਾਰਟੀ 'ਚ ਲੈਣ ਦਾ, ਉਹਨਾਂ ਨੇ ਲਗਾਤਾਰ ਚੌਥੇ ਦਿਨ ਸ਼ਕਤੀ ਪ੍ਰਦਰਸ਼ਨ ਕੀਤਾ। ਇੱਕ ਦਿਨ ਆਪਣੇ ਘਰੇ ਕੀਤਾ, ਦੂਜੇ ਦਿਨ ਚੰਨੀ ਸਾਹਿਬ ਕੋ ਗਏ, ਤੀਸਰੇ ਦਿਨ ਵੀ ਘਰੇ ਕੀਤਾ, ਤੇ ਫਿਰ ਇੱਕ ਵਾਰੀ ਬੀਤੇ ਕੱਲ ਤਕਰੀਬਨ 40 ਬੰਦੇ, ਕਿਉਂਕਿ 46 ਪਿੰਡ ਹੈ ਮੋਗਾ ਵਿਧਾਨ ਸਭਾ ਹਲਕੇ 'ਚ,
ਉਹਨਾਂ ਨੇ ਕਿਹਾ ਕਿ 1-2 ਪਿੰਡਾਂ ਨੂੰ ਛੱਡ ਕੇ ਸਾਰੀਆਂ ਪੰਚਾਇਤਾਂ ਮੇਰੇ ਨਾਲ ਆ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅੱਧਿਓਂ ਵੱਧ ਜਿਹੜੇ 50 ਕੌਂਸਲਰ ਨੇ ਮੋਗੇ ਦੇ ਉਹ ਵੀ ਮੇਰੇ ਨਾਲ ਆ। ਨਗਰ ਕੌਂਸਲ ਦੇ ਪ੍ਰਧਾਨ, ਮੀਤ ਪ੍ਰਧਾਨ, ਜਿਹੜੇ ਮੇਅਰ ਤੇ ਡਿਪਟੀ ਮੇਅਰ ਨੇ ਉਹ ਵੀ ਨਾਲ ਆ। ਤੇ ਉਹ ਸਾਰਿਆਂ ਨੇ ਅਸਤੀਫੇ ਲਿਖੇ ਜਿੰਨੇ ਬੰਦੇ ਉਹਨਾਂ ਨੇ ਕਹੇ ਆ। ਜਾਣੀ ਅਸੀਂ ਇਕੱਲੇ ਦਾ ਪੜ੍ਹਿਆ ਤਾਂ ਹੈ ਨਹੀਂ, ਤੇ ਉਹਨਾਂ ਦੇ ਘਰ ਮੁਰੇ ਦਾ ਅਸਤੀਫਿਆਂ ਵਾਲੇ ਕਾਗਜ਼ ਲੈ ਕੇ ਖੜੇ ਸੀ ਕਿ ਭਾਈ ਜੇ ਟਿਕਟ ਕੱਟੀ ਤਾਂ ਅਸਤੀਫੇ ਵੱਟ ਤੇ ਪਏ ਆ। ਹੁਣ ਇਹਦਾ ਮਤਲਬ ਕਿ ਜੇ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਵੀ ਔਖਾ, ਜੇ ਕਾਦੀਆਂ ਦੇ ਵਿੱਚ ਵੀ ਔਖਾ, ਬਟਾਲੇ ਵਾਲਾ ਕੰਮ ਅਜੇ ਹੋਰ ਤਰੀਕੇ ਹੋਇਆ ਫਿਰਦਾ, ਜੇ ਮਜੀਠਾ ਤੋਂ ਪਿਛਲੀ ਵਾਰ ਦੇ ਕੈਂਡੀਡੇਟ ਪਾਰਟੀ ਛੱਡ ਕੇ ਚਲੇ ਗਏ, ਤੇ ਜੇ ਹੁਣ ਇਧਰਲੇ ਪਾਸੇ ਮੋਗੇ ਤੇ ਮਾਨਸੇ ਦੇ ਵਿੱਚ ਵੀ ਰੌਲਾ ਪੈ ਗਿਆ, ਤਾਂ ਕਹਾਣੀ ਜਾਊਗੀ ਕਿੱਧਰ ਨੂੰ? ਕਾਂਗਰਸੀਆਂ ਨੂੰ ਥੋੜਾ ਜਿਹਾ ਨਾ ਉੱਪਰ ਚੰਗਾ ਤੇ ਨਾ ਥੱਲੇ ਚੰਗਾ, ਕਹਾਣੀ ਕਿੱਧਰ ਨੂੰ ਜਾਊਗੀ? ਪਤਾ ਨਹੀਂ, ਮੈਨੂੰ ਨਾ ਐਂ ਲੱਗਦਾ, ਮੈਂ ਤੁਹਾਡੀ ਗੱਲ ਸੁਣਦਿਆਂ ਨਾ, ਜਿਹੜੀ ਇੱਕ ਤਾਂ ਉਹਦੇ ਵੱਡੇ ਬੱਸ ਅੱਡਿਆਂ ਦੇ ਉੱਪਰ ਪੰਜਾਬ ਰੋਡਵੇਜ਼ ਦੀ ਬੱਸ, ਇੱਕ ਹੁੰਦੇ ਜਿਹੜੇ ਥੋੜ੍ਹੇ ਜਿਹੇ ਕਸਬਿਆਂ ਵਾਲੇ ਬੱਸ ਅੱਡੇ ਹੁੰਦੇ ਕਿ ਨਹੀਂ, ਜਿਨ੍ਹਾਂ ਦੇ ਉੱਪਰ ਪਤਾ ਹੁੰਦਾ ਵੀ ਆ 1.5 ਘੰਟੇ ਬਾਅਦ ਆਉਣੀ ਆ, ਤੇ ਉਹਨਾਂ ਨੇ ਸਟੈਂਡ ਤੇ ਲਾ ਕੇ ਮੁੜ ਕੇ ਡੱਕ ਕੇ ਨਾ, ਤੇ ਡਰਾਈਵਰ ਸਾਹਿਬ ਨੇ ਚਾਹ ਪੀਣ ਚਲੇ ਜਾਣਾ, ਤੇ ਫੂਕ ਉਹਨੇ ਤੇ ਕੰਡਕਟਰ ਨੇ ਫੂਕ ਭਰਾਉਣੀ ਹੈ। ਆ ਮਾੜੀ ਮੋੜ ਕੋਈ ਚੈੱਕ ਕਰਨ ਵਾਲੇ ਇੱਕ ਅੱਧਾ ਕੋਈ ਮਿਸਤਰੀ ਵਰਕਸ਼ਾਪ 'ਚੋਂ ਗਰੀਸ ਵਾਲਾ ਸੱਦ ਲੈਣਾ, ਉਹਨੇ ਗਰੀਸ ਵਾਲੇ ਨੇ ਥੱਲੇ ਵੜ ਕੇ ਹੌਲੀ ਹੌਲੀ ਕੋ ਆਪਣੇ ਪੰਪ ਮਾਰ ਦੇਣਾ। ਜਿਹੜਾ ਕੋਈ ਬੱਸ ਅੱਡੇ ਵਾਲਾ ਕੰਡਕਟਰ ਹੁੰਦਾ 2 ਟਿਕਟਾਂ ਕੱਟ ਕੇ ਫਿਰ ਮੁੜ ਕੇ ਐਨਕਾਂ ਵੇਚਦੀ ਐਂ ਜੇ ਵੇਖੀ ਜਾਣਾ ਹੁੰਦਾ ਵੀ ਯਾਰ ਕਿੱਦਾਂ ਸਵਾਰੀਆਂ ਸੂਰੀਆਂ। ਉਹ ਹਾਲ ਕਾਂਗਰਸ ਪਾਰਟੀ ਦਾ ਜਾਪਦਾ, ਕਿਉਂਕਿ ਬਾਕੀ ਦੇਖੋ ਇੱਕ ਪਾਸੇ ਦਿੱਲੀ ਦਾ ਮੁੱਖ ਮੰਤਰੀ ਉਹ ਪੰਜਾਬ 'ਚ ਗਲੀ ਵੋਟਾਂ ਮੰਗਣ ਲੱਗ ਪਿਆ। ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਉਹਨਾਂ ਨੂੰ ਮੇਰੇ ਖਿਆਲ ਨਾਲ ਸਾਲ ਹੋ ਗਿਆ ਜਿਉਂ ਸਭ ਤੋਂ ਅੱਗੇ ਉਹ ਲੱਗੇ, ਭਾਵੇਂ ਰੈਲੀ ਹੋਵੇ ਭਾਵੇਂ ਉਮੀਦਵਾਰ ਐਲਾਨਣ ਦੀ ਗੱਲ ਹੋਵੇ। ਜੇ ਬੀਜੇਪੀ ਵਾਲੇ ਆ ਤੇ ਉਹਨਾਂ ਕੋਲੇ ਲੈਣ ਲੱਗੇ, ਉਹ ਕਹਿੰਦੇ ਨਹੀਂ 10 ਬੰਦੇ ਅੰਦਰ ਵਾੜ ਕੇ ਸ਼ਾਮਲ ਕਰ ਲਓ, ਬਾਕੀ ਕੱਲ੍ਹ ਨੂੰ, ਹੈ ਨਾ, ਜਿਸ ਹਿਸਾਬ ਨਾਲ ਉਹਨਾਂ ਦਾ ਕੰਮ ਚੱਲਣ ਡਿਆ। ਹੁਣ ਮੌਜੂਦਾ ਜਿਹੜੀ ਚੱਲਦੀ ਸਰਕਾਰ ਆ, 4.5 ਸਾਲ ਦਾ ਹਿਸਾਬ ਤੋਂ ਅੱਗੇ ਉਹ ਕੋਈ ਨਹੀਂ ਦਿੰਦੇ। ਉਹ ਕਹਿੰਦੇ ਸਾਡੇ ਤਾਂ ਕਾਗਜ਼ ਹੀ ਗਵਾਚ ਗਏ ਜੀ, ਸਾਡੇ ਕੋਲੋਂ ਬਸ 100 ਦਿਨ ਦਾ ਹਿਸਾਬ ਲੈ ਲਓ, ਤੇ ਸਾਨੂੰ 5 ਸਾਲਾਂ ਦਾ ਤੁਸੀਂ ਪ੍ਰਨੋਟ ਕਰ ਦਿਓ ਫਟਾਫਟ। ਹੁਣ ਇਹੋ ਜਿਹੇ ਹਾਲਾਤਾਂ 'ਚ ਜੇ ਮੰਨ ਲਓ ਪ੍ਰਧਾਨ ਜੀ ਦਾ ਕਿਤੇ ਨਹੀਂ ਪਤਾ ਲੱਗਦਾ ਚਿਹਰਾ, ਉਹ ਕਹਿੰਦੇ ਵੀ ਨਹੀਂ 3 ਹੋਣਗੇ, 4 ਵੀ ਹੋ ਸਕਦੇ ਉਦੋਂ ਤੱਕ। ਚੋਣ ਕੈਂਪੇਨ ਕਮੇਟੀ ਵਾਲੇ ਕਹਿੰਦੇ ਵੀ ਅਸੀਂ ਤਾਂ ਬਾਹਰ ਗਏ ਹਾਂ। ਜਿਨ੍ਹਾਂ ਨੇ ਮੈਨੀਫੈਸਟੋ ਬਣਾਉਣਾ ਉਹ ਐਂ ਕਰਕੇ ਪੁੱਛ ਲੈਂਦੇ ਯਾਰ ਮੈਨੂੰ ਪੁੱਛਿਆ ਨਹੀਂ, ਇਹ ਬੰਦਾ ਵੈਸੇ ਹੀ ਦੱਸੀ ਜਾਂਦਾ। ਇਹੋ ਜਿਹੇ ਰੌਲੇ ਰੱਪੇ 'ਚ ਇਹ ਨਾ ਹੋਵੇ ਵੀ ਜਿੱਦਣ ਕਿਤੇ 14 ਤਰੀਕ ਦੇ ਲਾਗੇ ਬੰਨੇ ਜਿਹੜੇ ਵੀ ਬੰਦਿਆਂ ਨੂੰ ਮਤਲਬ ਟਿਕਟਾਂ ਦਿੱਤੀਆਂ ਜਾਂਦੀਆਂ, ਉਹ ਵਿਚਾਰੇ ਡੀਕਣ ਯਾਰ ਸਾਡੇ ਵਾਲੇ ਪ੍ਰਧਾਨ ਜੀ ਆਉਂਦੇ ਨਹੀਂ, ਮਤਲਬ ਕੋਈ ਪ੍ਰਚਾਰ ਕਰ, ਕੋਈ ਸਾਡਾ ਕੀ ਹਿਸਾਬ ਕਿਤਾਬ ਹੈ ਇੱਥੇ। ਇਹ ਕਾਂਗਰਸ ਦੇ ਵਿੱਚ ਸਭ ਤੋਂ ਵੱਡਾ ਰੌਲਾ ਇਹ ਹੈ ਕਿ ਕੌਣ ਕਿਹਨੂੰ ਪ੍ਰਧਾਨ ਮੰਨਦਾ ਹੀ, ਆਹੋ ਕੌਣ ਕਿਹਨੂੰ ਮੁੱਖ ਮੰਤਰੀ ਮੰਨਦਾ ਹੀ। ਨਹੀਂ ਕਿਹਨੂੰ ਨਹੀਂ, ਉਹ ਕਹਿੰਦੇ ਵੀ ਮੇਰੇ ਤੋਂ ਬਿਨਾਂ ਵੀ ਆਏ ਕੋਈ ਪ੍ਰਧਾਨ ਦੱਸੋ ਜੀ। ਵੈਸੇ ਕਾਂਗਰਸ ਦਾ ਨਾ ਸੌਖਾ ਨਹੀਂ ਹੈ, ਕੰਮ ਬੜਾ ਔਖਾ। ਉਦਾਹਰਨ ਵਜੋਂ ਭਾਰਤ ਭੂਸ਼ਣ ਆਸ਼ੂ ਸਾਹਿਬ ਕੈਬਨਿਟ ਮਿਨਿਸਟਰ ਨੇ, ਉਹਨਾਂ ਦੇ ਹਲਕੇ ਦੇ ਵਿੱਚੋਂ ਕੌਂਸਲਰ ਸਾਹਿਬ, ਉਹਨਾਂ ਦੇ ਖਾਸ ਬੰਦੇ ਉਹ ਦੂਜੇ ਪਾਸੇ ਚਲੇ ਗਏ, ਤੇ ਪਤਾ ਲੱਗਾ ਕਿ ਭੱਟਾਂ ਤੇ ਥਾਪੀਆਂ ਮਾਰਦੇ ਫਿਰਦੇ ਆ। ਇਹਦੇ ਤੋਂ ਇਲਾਵਾ ਖੇਤੀਬਾੜੀ ਮੰਤਰੀ ਨੇ ਰਣਦੀਪ ਸਿੰਘ ਨਾਭਾ ਸਾਹਿਬ, ਉਹਨਾਂ ਦੇ ਹਲਕੇ ਦੇ ਵਿੱਚੋਂ ਕਾਂਗਰਸੀ ਬੰਦੇ ਆ, ਕੁਝ ਵੱਡੇ ਅਹੁਦਿਆਂ ਵਾਲੇ ਆ, ਉਹਨਾਂ ਨੇ ਕਿਹਾ ਕਿ ਨਹੀਂ ਭਾਈ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਣੀ। ਹੈ ਕੰਮ ਰੌਲਾ ਤਾਂ ਅੰਦਰਲਾ ਹੀ ਆ ਨਾ। ਇਹਦੇ ਤੋਂ ਇਲਾਵਾ ਜੇ ਆਪਾਂ ਥੋੜ੍ਹਾ ਜਿਹਾ ਹੋਰ ਦੇਖ ਲਈਏ, ਚਰਚਾ ਇੱਕ ਥੋੜ੍ਹੀ ਚੱਲਦੀ ਹੈ ਹੁਣ ਆਦਮਪੁਰ ਵਿਧਾਨ ਸਭਾ ਹਲਕਾ, ਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉੱਥੋਂ ਚੋਣ ਨਹੀਂ ਲੜਦੇ, ਉੱਥੋਂ ਦੇ ਸਥਾਨਕ ਕਾਂਗਰਸ ਨੇ ਇਕੱਠੇ ਹੋ ਕੇ ਕਿਹਾ ਕਿ ਬਾਹਰਲਾ ਬੰਦਾ ਸਾਨੂੰ ਕੋਈ ਪ੍ਰਵਾਨ ਨਹੀਂ, ਜੇ ਟਿਕਟ ਦੇਣੀ ਆ ਤਾਂ ਕਿਸੇ ਸਥਾਨਕ ਬੰਦੇ ਨੂੰ ਦਿਓ। ਭਲੱਥ ਤੋਂ ਸੁਖਪਾਲ ਸਿੰਘ ਖਹਿਰਾ ਹੋਰੀ ਪਿਛਲੀ ਵਾਰੀ ਪਾਰਟੀ ਛੱਡ ਕੇ ਚਲੇ ਗਏ ਸੀ ਤਾਂ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਸੀ। ਐਤਕੀ ਖਹਿਰਾ ਸਾਹਿਬ ਜਿਹੜੇ ਨੇ ਉਹ ਬਾਹਰ ਨੇ, ਅਜੇ ਉਹ ਹੈ ਜਾਣੀ ਹਲਕੇ ਤੋਂ ਬਾਹਰ ਨੇ, ਉਹਦਾ ਕੇਸ ਦੇ ਵਿੱਚ ਅੰਦਰ ਨੇ। ਹੁਣ ਉੱਥੇ ਕਿੱਦਾਂ ਹੋਊਗਾ, ਇਹ ਵੀ ਆਪਣੇ ਆਪ ਦੇ ਵਿੱਚ ਚਰਚਾ ਦਾ ਕੇਂਦਰ ਬਣਨੀ। ਜਿੰਨੇ ਕਾਂਗਰਸੀ ਛੱਡ ਕੇ ਜਾਣ ਨੂੰ ਫਿਰਦੇ ਆ ਜਾਂ ਚਲੇ ਗਏ ਆ, ਉਹਨਾਂ ਦੇ ਹਲਕਿਆਂ ਤੋਂ ਕਹਾਣੀ ਕਿੱਧਰਲੇ ਪਾਸੇ ਨੂੰ ਜਾਊਗੀ। ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੱਦਾਂ ਇੱਕ ਦੂਸਰੇ ਦੇ ਵਿੱਚ ਫਸੀਆਂ ਪਈਆਂ ਨੇ ਕਿ ਜੇ ਇਹਨਾਂ ਨੇ ਚੱਜ ਦੇ ਨਾਲ ਟਿਕਟਾਂ ਨਾ ਵੰਡੀਆਂ, ਤੇ ਕਈ ਵਾਰੀ ਹੁੰਦਾ ਨਾ ਕਿ ਮਾੜਾ ਜਿਹਾ ਬੇੜੀ ਆ, ਤੁਸੀਂ ਮਾੜੀ ਜਿਹੀ ਛਾਲ ਮਾਰ ਕੇ ਪਿਛਲੇ ਪਾਸੇ ਨੂੰ ਸ਼ੇਕ ਕਰਕੇ ਆਇਓ ਥੋੜ੍ਹਾ ਜਿਹਾ। ਹਾਂਜੀ ਹੋਣਾ, ਦੇਖੋ ਇੱਕ ਗੱਲ ਆਪਾਂ ਹੋਰ ਕਲੀਅਰ ਕਰ ਦਈਏ ਵੀ ਇੱਕ ਗੱਲ ਤੇ ਪੱਕੀ ਹੋ ਗਈ ਵੀ ਉਹ ਕਹਿੰਦੇ ਵੀ ਤੁਸੀਂ ਨਾ ਅੰਦਰਲੇ ਹਾਲ ਦੇ ਵਿੱਚ ਵੜ ਜਾਣਾ, ਵੱਡਾ ਹਾਲ ਆ, ਤੇ ਜੇ ਉੱਥੇ ਕੁਰਸੀਆਂ ਨਾ ਹੋਈਆਂ ਤੇ ਹਲਕਾ ਜਿਹਾ ਉਹਦੇ ਨਾਲ ਇੱਕ ਛੋਟਾ ਗੇਟ ਆ, ਕੁਰਸੀਆਂ ਥੋੜ੍ਹੀਆਂ ਖਾਸ ਪ੍ਰਾਹੁਣਿਆਂ ਲਈ ਉੱਧਰ ਲੱਗੀਆਂ। ਇਹ ਹੁਣ ਖਾਸ ਪ੍ਰਾਹੁਣਿਆਂ ਵਾਲੀਆਂ ਕੁਰਸੀਆਂ ਦਾ ਜ਼ਿਕਰ ਆਪਾਂ ਕਰਦੇ ਵੀ ਪਿਛਲੇ ਸਮੇਂ 'ਚ ਕਮੇਟੀ ਬਣੀ ਸੀ, 2 ਬੰਦਿਆਂ ਦੀ ਬਣੀ ਸੀ, ਜਿਹਦੇ 'ਚ ਉਹਨਾਂ ਨੇ ਕਲੀਅਰ ਕਰਨਾ ਸੀ ਵੀ ਬੀਜੇਪੀ ਨਾਲ ਜਿਹੜਾ ਗੱਠਜੋੜ ਹੈ ਬੀਜੇਪੀ ਦਾ, ਉਸ ਤੋਂ ਬਾਅਦ ਸੰਯੁਕਤ ਅਕਾਲੀ ਦਲ ਦਾ, ਫਿਰ ਨਾਲ ਕੈਪਟਨ ਸਾਹਿਬ ਦੀ ਪਾਰਟੀ ਹੈ ਨਾ ਪੰਜਾਬ ਲੋਕ ਕਾਂਗਰਸ, ਉਹਨਾਂ ਦਾ ਜਿੰਨਾ ਕੁ ਮੋਟਾ ਜਾਂ ਹੁਣ ਤੱਕ ਆਵਾਜ਼ ਆਉਂਦੀ ਕਲੀਅਰ ਤਾਂ ਉੱਥੇ ਹੋ ਜੂਗੀ ਗੱਲ ਵੀ 70 35 15 ਕੁਛ ਇੱਥੇ ਜੇ ਜਾ ਕੇ ਸੈਟਿੰਗ ਬਹਿ ਜਾਣੀ। ਮੈਂ ਨਾ ਵੀ ਚਲੋ 15 ਵਾਲਿਆਂ ਨੂੰ ਵੀ ਛੱਡ ਦਿੰਦੇ, 17 ਵਾਲਿਆਂ ਨੂੰ ਵੀ ਛੱਡ ਦਿੰਦੇ ਆ, 30 ਤੋਂ 35 ਸੀਟਾਂ ਦਾ ਕੈਪਟਨ ਸਾਹਿਬ ਨੂੰ ਅਗਲੇ ਮੰਨਦੇ ਆ ਨਾ। ਤੇ ਹੁਣ ਤੱਕ ਜਿੰਨੇ ਵੀ ਮਤਲਬ ਪ੍ਰੋਗਰਾਮ ਕੈਪਟਨ ਸਾਹਿਬ ਨੇ ਕੀਤੇ, ਬੰਦੇ 2 ਨਹੀਂ ਤੇ 3 ਨਹੀਂ ਤੇ 4 ਹੋਏ ਹੋਣਗੇ ਕਲੀਅਰ। ਇਹਦਾ ਮਤਲਬ 30 ਕੁਰਸੀਆਂ ਜੇ ਖਾਲੀ ਨੇ ਤੇ ਟੇਬਲ ਗੋਲ ਲੱਗਾ ਏ। ਇੱਧਰੋਂ ਜੇ ਨਾ ਕਿਸੇ ਨੂੰ ਗੱਲ ਬਣੀ ਤੇ ਇਹ ਨਾ ਹੋਵੇ ਵੀ ਅਗਲੇ ਦਿਨ ਆਪਾਂ ਵੀ ਖਬਰ 'ਚ ਹੀ ਪੜ੍ਹੀਏ, ਅੱਛਾ ਯਾਰ ਉਹ ਉੱਧਰ ਚਲ ਗਏ, ਉਹ ਤੇ ਰਾਤੀ ਆ ਗਏ, ਖਬਰ ਹੀ ਸਵੇਰੇ ਆਈ। ਸੰਧਾਲੀਆ ਸਾਹਿਬ ਸਤਿਕਾਰ ਅਸੀਂ ਸਾਰਿਆਂ ਦਾ ਬਹੁਤ ਜ਼ਿਆਦਾ ਕਰਦੇ ਹਾਂ, ਜਾਣੀ ਇੰਨਾ ਕਰਦੇ ਹਾਂ ਵੀ ਸਤਿਕਾਰ ਉਹਨਾਂ ਹੁੰਦਾ ਹੀ ਨਹੀਂ ਦੁਨੀਆ ਤੇ ਜਿੰਨਾ ਅਸੀਂ ਸਤਿਕਾਰ ਕਰਦੇ ਸਾਰੇ ਲੀਡਰਾਂ ਹੀ ਕਰ ਦਿੰਦੇ।
ਹੁਣ ਰੌਲਾ ਕੀ ਹੈ, ਕਈ ਵਾਰੀ ਤੁਸੀਂ ਦੇਖਿਓ ਨਾ, ਬਹੁਤ ਸਾਰੇ ਪੰਜਾਬ ਰੋਡਵੇਜ਼ ਦੇ ਕਰਮਚਾਰੀ ਬੜੇ ਇਮਾਨਦਾਰ ਨੇ, ਵਿੱਚ ਵਿਚਾਲੇ ਕੋਈ ਨਾ ਕੋਈ ਮਾੜਾ ਹੁੰਦਾ ਹੀ, ਹਰ ਪ੍ਰੋਫੈਸ਼ਨ 'ਚ ਹੁੰਦੇ ਆ। ਉਹ ਸਵਾਰੀਆਂ ਨੂੰ ਬਾਜ਼ ਮਾਰਦੇ ਹੁੰਦੇ, ਆ ਜਾਓ, ਤੇ ਚੜ੍ਹਾਈ ਮੂਹਰੇ ਪ੍ਰਾਈਵੇਟ 'ਚ ਜਾਂਦੇ ਹੁੰਦੇ ਆ, ਉੱਥੇ ਠੀਕ ਹੈ ਨਾ। ਚਲੋ ਕੋਈ ਗੱਲ ਨਹੀਂ, ਸਾਨੂੰ ਨਹੀਂ ਪਤਾ ਕਿਉਂ। ਤੁਹਾਨੂੰ ਲੱਗਦਾ ਹੈ ਕਿ ਕਹਾਣੀ ਇਦਾਂ ਕਿ ਭਾਈ ਉਹਨਾਂ ਨੂੰ 30 ਜਾਂ 35 ਸੀਟਾਂ ਮਿਲਣੀਆਂ ਤੇ ਉਹਨਾਂ ਦੀਆਂ ਸੀਟਾਂ ਖਾਲੀ? ਮੈਨੂੰ ਇਦਾਂ ਨਹੀਂ ਲੱਗਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਦੇ ਬਹੁਤ ਨੇੜਲੇ ਅਹੁਦੇਦਾਰਾਂ ਦੇ ਵਿੱਚੋਂ ਬੀਬੀ ਲਖਵਿੰਦਰ ਕੌਰ ਗਰਚਾ ਸਨ, ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਟਿਕਟਾਂ ਵੀ ਇੱਕ ਦੋ ਵਾਰੀ ਮੰਗੀਆਂ, ਉਹ ਭਾਰਤੀ ਜਨਤਾ ਪਾਰਟੀ 'ਚ ਗਏ। ਰਾਣਾ ਸੋਢੀ ਸਾਹਿਬ ਕਿੰਨੇ ਖਾਸ ਮੁਖਾਸ ਕੈਪਟਨ ਸਾਹਿਬ ਦੇ, ਉਹ ਵੀ ਸਿੱਧੇ ਭਾਜਪਾ ਚਲੇ ਗਏ, ਜਿਨ੍ਹਾਂ ਦਾ ਕੈਪਟਨ ਸਾਹਿਬ ਨਾਲ ਗੱਠਜੋੜ ਹੈ। ਇੱਧਰਲੇ ਪਾਸਿਓਂ ਜੇ ਦੇਖੀਏ ਤਾਂ ਫਤਿਹ ਬਾਜਵਾ ਸਾਹਿਬ ਉੱਧਰਲੇ ਪਾਸੇ ਚਲੇ ਗਏ। ਕਿੰਨੇ ਬੰਦੇ ਨੇ ਜਿਹੜੇ ਕੈਪਟਨ ਸਾਹਿਬ ਦੇ ਬੇਹੱਦ ਕਰੀਬੀ, ਬੇਹੱਦ ਖਾਸਮ ਖਾਸ, ਉਹ ਕਦੇ ਕਦੇ ਐਂ ਲੱਗਦਾ ਹੁੰਦਾ ਕਿ ਭਾਈ ਇਹ ਬੰਦੇ ਆਪੇ ਹੀ ਚਲੇ ਗਏ ਜਾਂ ਚੜਾਏ ਆ। ਹਾਂ, ਜਾਣੀ ਮੈਨੂੰ ਹੈ। ਹਾਂਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ। ਇਹਨੂੰ ਇੱਕ ਹੋਰ ਐਂਗਲ ਵੀ ਹੈਗਾ ਨਾ। ਕਿਵੇਂ ਦਾ? ਵੀ ਯਾਰ 30 ਕੁਰਸੀਆਂ ਤੇ ਆਪਾਂ ਨੂੰ ਮਿਲ ਹੀ ਜਾਣੀਆਂ ਹੀ, ਤੁਸੀਂ ਉਧਰੋਂ ਵੀ ਮੱਲੋ ਪੰਜ ਚਾਰ, ਕੀ ਕਰਦੇ ਯਾਰ? ਨਹੀਂ, ਮੈਨੂੰ ਹੋਰ ਲੱਗਦਾ ਤੁਸੀਂ ਜਿਹੜੀਆਂ 35 ਦਿੰਦੇ ਹੋ ਨਾ, ਮੈਨੂੰ ਐਂ ਲੱਗਦਾ ਕਿ ਬੜੀ ਹੱਦ 20-22 ਉਹਨਾਂ ਦਾ ਕੰਮ ਇੱਥੇ ਤੱਕ ਰਹਿਣਾ ਹੈ, ਤੇ 20 ਜੇ ਇੱਧਰ ਮਿਲ ਜਾਂਦੀਆਂ ਤੇ ਢੀਂਡਸਾ ਸਾਹਿਬ ਦੇ ਕੋਲ ਜਿੰਨੇ ਕ ਬੰਦੇ ਉਹਨਾਂ ਨੇ ਸਾਰੇ ਅਹੁਦੇਦਾਰ ਐਲਾਨ ਦਿੱਤੇ ਪਰਸੋਂ। ਕੋਈ ਸ਼ਾਇਦ ਕੋਈ ਇੱਕ ਅੱਧਾ ਲੀਡਰ ਬਚਿਆ ਹੋਵੇ, ਉਹਨਾਂ ਦੇ ਹਿੱਸੇ 7 ਆਉਣੀਆਂ ਬੜੀ ਹੱਦ, ਜਾਣੀ ਉਹ ਵੀ ਮੈਂ ਸਿਰਾ ਹੀ ਐਂ ਕਰਕੇ ਸਿਰਾ ਲਾਤਾ ਜੀ। ਕੋਈ ਗੱਲ ਨਹੀਂ, ਫਿਰ ਕੀ ਫਰਕ ਪੈਂਦਾ? ਅੱਜ ਦੇਖੋ ਆਪਣੇ 'ਚ ਉੱਧਰ ਇੰਡੀਆ 'ਚ ਤੇ ਹਾਲ ਵੱਖੋ ਵੱਖ ਹੁੰਦੇ, ਇੱਧਰ ਆਪਾਂ ਵੇਖ ਲਿਆ ਵੀ ਹਾਲ ਦੇ ਵਿੱਚ ਪੜਦਾ ਹੁੰਦਾ ਤੇ ਪੜਦਾ ਐਂ ਖੋਲ ਦਿੱਤਾ ਜਾਂਦਾ। ਜਦੋਂ ਜਾਪਿਆ ਮਾਹੌਲ ਜਿਹਾ ਵੀ ਦਗੜ ਹੋ ਗਈ, ਕੁਛ ਨਹੀਂ ਪਤਾ ਲੱਗਦਾ ਕੌਣ ਲੈ ਗਿਆ ਤੇ ਕੌਣ ਰਹਿ ਗਏ, ਤੇ ਫਿਰ ਉਹ ਇੱਧਰਲੀਆਂ 30 ਵੀ ਇਹਨਾਂ 17 'ਚ ਰਲਾ ਲਵਾਂਗੇ ਤੇ ਉੱਧਰਲੀਆਂ 15। ਮੈਂ ਕੋਈ ਨਹੀਂ, ਇੱਥੇ ਹੀ ਡਾਲੋ ਮਗਰਲੇ ਬੰਨੇ, ਕੀ ਫਰਕ ਪੈਂਦਾ? ਕਿਹੜੀ ਗੱਲ ਹੈ, ਕਿਹੜਾ ਕੋਈ ਪੁੱਛਦਾ? ਇਕੱਠੇ ਹੀ ਆ। ਸੰਧਾਲੀਆ ਸਾਹਿਬ, ਇਹਦੇ ਤੋਂ ਪਹਿਲਾਂ ਕਿ ਆਪਾਂ ਗੱਲ ਕਰੀਏ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਾਰਚ ਹੋਇਆ, ਕੁਝ ਹੋਰ ਮੁੱਦੇ ਜਿਹੜੇ ਪੰਜਾਬ ਦੇ ਚਰਚਾ 'ਚ ਆਏ ਆ, ਆਪਾਂ ਥੋੜਾ ਜਿਹਾ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ, ਕਿਉਂਕਿ ਉਸ ਗੱਲ ਨੇ ਬਹੁਤ ਵੱਡਾ ਇੱਕ ਪੰਜਾਬ ਦੇ ਵਿੱਚ ਬਖੇੜਾ ਖੜਾ ਕਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਆਏ, ਫਿਰੋਜ਼ਪੁਰ ਜਾਣਾ ਸੀ, ਉਹਨਾਂ ਨੂੰ ਵਾਪਸ ਜਾਣਾ ਪੈ ਗਿਆ। ਮਜੀਠੀਆ ਸਾਹਿਬ ਨੇ ਇੱਕ ਨਵਾਂ ਤਰਕ ਦਿੱਤਾ ਸੀ, ਕਾਂਗਰਸ ਪਾਰਟੀ ਵਾਲੇ ਡਰਾਮਾ ਕਹਿੰਦੇ ਸੀ, ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ ਸਿਕਿਉਰਿਟੀ ਬ੍ਰੀਚ ਹੋਈ ਹੈ। ਮੀਡੀਆ ਦੇ ਵਿੱਚ ਹਲਾ ਲਲਾ ਬੜੀ ਹੋਈ। ਕੇਂਦਰ ਵਾਲਿਆਂ ਨੇ ਕਮੇਟੀ ਬਣਾਤੀ, ਪੰਜਾਬ ਵਾਲਿਆਂ ਨੇ ਆਪਣੀ ਬਣਾਤੀ ਸੀ, ਦੋਨੋਂ ਜਾਂਚ ਕਰਨ ਲੱਗ ਪਏ। ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪੈ ਗਈ, ਸੁਪਰੀਮ ਕੋਰਟ ਨੇ ਕਿਹਾ ਠਹਿਰ ਜਾਓ, ਬ੍ਰੇਕ ਲਾਈ, ਸਾਹ ਲੈ ਲਓ, ਮਾੜਾ ਜਿਹਾ ਸਾਹ ਤਾਂ ਲਓ। ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਹੋਏਗਾ। ਹੁਣ ਸੇਵਾ ਮੁਕਤ ਜਸਟਿਸ ਇੰਦੂ ਮਲਹੋਤਰਾ ਜੀ ਨੂੰ ਕਮਾਂਡ ਸੌਂਪੀ ਗਈ ਹੈ। NIA ਦੇ ਅਧਿਕਾਰੀ ਇੱਕ ਵਿੱਚ ਹੋਣਗੇ, ਚੰਡੀਗੜ੍ਹ ਦੇ DGP ਸਾਹਿਬ ਹੋਣਗੇ, ADGP ਜਿਹੜੇ ਸਿਕਿਉਰਿਟੀ ਪੰਜਾਬ ਦੇ ਉਹ ਵਿੱਚ ਹੋਣਗੇ, ਤੇ ਇੱਕ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜਿਹੜੀ ਵੱਡੀ ਪੋਜੀਸ਼ਨ ਹੈ, ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਸਾਰਾ ਰਿਕਾਰਡ ਕੇਂਦਰ ਤੇ ਪੰਜਾਬ ਤੋਂ ਲੈ ਲਓ, ਉਹਨਾਂ ਨੂੰ ਆਖ ਦਿੱਤਾ ਗਿਆ ਕਿ ਇਹਨਾਂ ਨੂੰ ਰਿਕਾਰਡ ਜਿਹੜਾ ਸਪੁਰਦ ਕਰ ਦਿਓ। ਤੇ ਮਾਣਯੋਗ ਸੁਪਰੀਮ ਕੋਰਟ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਮਸਲਾ ਛੋਟਾ ਨਹੀਂ, ਇੱਕ ਪਾਸੜ ਜਾਂਚ ਦੇ ਨਾਲ ਕੰਮ ਨਹੀਂ ਚੱਲ ਸਕਦਾ। ਕੇਂਦਰ ਤੇ ਸੂਬਾ ਦੋਨਾਂ ਦੀ ਸਰਕਾਰਾਂ ਕਹਿੰਦੀਆਂ ਕਿ ਨਿਰਪੱਖ ਜਾਂਚ ਹੋਵੇ, ਇਸ ਕਰਕੇ ਸੰਵਿਧਾਨਕ ਨਜ਼ਰਸਾਨੀ ਜਿਹੜੀ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਸੁਰੱਖਿਆ ਦੇ ਵਿੱਚ ਅਣਗਹਿਲੀ ਹੋਈ ਹੈ, ਜੇ ਹੋਈ ਹੈ ਤਾਂ ਕਿੱਥੋਂ ਹੋਈ ਹੈ, ਉਹਦਾ ਪਤਾ ਕਰਨ ਦੇ ਲਈ ਸੰਵਿਧਾਨਕ ਨਜ਼ਰਸਾਨੀ ਜ਼ਰੂਰੀ ਸੀ। ਇਸ ਕਰਕੇ ਅਸੀਂ ਸੇਵਾ ਮੁਕਤ ਜਸਟਿਸ ਇੰਦੂ ਮਲਹੋਤਰਾ ਜੀ ਦੀ ਡਿਊਟੀ ਜਿਹੜੀ ਉਹ ਲਾਤੀ ਹੈ, ਤੇ ਹੁਣ ਕੰਮ ਸ਼ੁਰੂ ਹੋ ਜਾਊਗਾ। ਬਿਲਕੁਲ ਸਹੀ। ਸੋ ਇਹਦੇ 'ਚ ਮੇਰਾ ਖਿਆਲ ਹੋ ਸਕਦਾ ਕਿਸੇ ਵੇਲੇ ਬੰਦਾ ਸੋਚਦਾ ਵੀ ਯਾਰ ਇਹ ਵਾਰ-ਵਾਰ ਇਦਾਂ ਸ਼ਫਲ ਕਿਉਂ ਹੋ ਰਿਹਾ? ਸ਼ਫਲ ਕੁਝ ਨਹੀਂ ਹੋ ਰਿਹਾ, ਸਿਰਫ ਉਹ ਉਦੋਂ ਦੀ ਜਿਹੜੀ ਕਮੇਟੀ ਬਣੀ ਸੀ ਕੁੱਲ ਮਿਲਾ ਕੇ ਫਾਈਨਲ ਹੋਈ, ਚਿਹਰਾ ਸਾਹਮਣੇ ਆ ਗਿਆ ਜੀ। ਤੇ ਹੁਣ ਉਸ ਚਿਹਰੇ ਦੇ ਵਿੱਚ ਬੰਦਾ ਸੋਚਦਾ ਵੀ ਯਾਰ ਸੇਵਾ ਮੁਕਤ ਜਸਟਿਸ ਹੋਰਾਂ ਦਾ ਕੰਮ ਕੀ? ਜੋ ਸੁਪਰੀਮ ਕੋਰਟ ਵੱਲੋਂ ਗਾਈਡਲਾਈਨਸ ਇਹੀ ਨੇ ਕਿ ਵੀ ਕਿਸੇ ਵੇਲੇ ਹੁੰਦਾ ਨਾ ਵੀ ਅਸੀਂ ਜੀ ਆਹ ਕਾਗਜ਼ ਇਕੱਠੇ ਕਰਤੇ, ਤੇ ਕਿਉਂਕਿ ਜੱਜ ਸਾਹਿਬ ਇੰਨੇ ਕੇਸ ਉਹਨਾਂ ਨੇ ਦੇਖੇ, ਉਹਨਾਂ ਨੂੰ ਪਤਾ ਹੁੰਦਾ ਵੀ ਉਹ ਦੁਬਾਰਾ ਪੁੱਛ ਸਕਦੇ ਵੀ ਓਕੇ ਇਹਦੇ 'ਚ ਫਲਾਨੀ ਬਰੀਕੀ ਕਿੱਥੇ ਆਵੇ, ਉਹ ਵੀ ਪੇਸ਼ ਕਰੋ। ਕੇਂਦਰ ਵਾਲੇ ਆਪਣੇ ਵੱਲੋਂ ਕਰਨਗੇ, ਪੰਜਾਬ ਸਰਕਾਰ ਆਪਣੇ ਵੱਲੋਂ ਕਰੂਗੀ। ਫਿਰ ਹੋ ਸਕਦਾ ਵੀ ਜਦੋਂ ਤਰਤੀਬਵਾਰ ਸਾਰੇ ਕਾਗਜ਼ ਜੋੜ ਕੇ ਵੇਖੇ ਜਾਣ ਤੇ ਫਿਰ ਇਹ ਕਲੀਅਰ ਹੋ ਜਾਵੇ ਵੀ ਕੇਂਦਰ ਵਾਲੇ ਪਾਸਿਓਂ ਕਿਹਦਾ ਕਸੂਰ ਹੈ, ਪੰਜਾਬ ਵਾਲੇ ਪਾਸਿਓਂ ਕਿਹਦਾ ਕਸੂਰ ਹੈ, ਇਹ ਵਾਕਿਆ ਕੋਈ ਸਾਜ਼ਿਸ਼ ਸੀਗੀ ਜਾਂ ਫਿਰ ਇਹ ਕਿਤੇ ਨਾ ਕਿਤੇ ਮਿਸਕਮਿਊਨੀਕੇਸ਼ਨ ਸੀ। ਸੰਧਾਲੀਆ ਸਾਹਿਬ, ਸਾਨੂੰ ਲੱਗਦਾ ਹੈ ਕਿ ਬਹੁਤ ਚੰਗਾ ਹੋਇਆ ਕਿ ਮਾਣਯੋਗ ਸੁਪਰੀਮ ਕੋਰਟ ਨੇ ਕੇਸ ਹੱਥ 'ਚ ਲਿਆ। ਉਹਦਾ ਕਾਰਨ ਹੈ ਕਿਉਂਕਿ ਸੂਬਾ ਪੰਜਾਬ ਦੇ ਤੇ ਕੇਂਦਰ ਦੇ ਇਸ ਮੁੱਦੇ ਤੇ ਸੰਬੰਧ ਆਪਸ 'ਚ ਠੀਕ ਨਹੀਂ ਸੀ। ਕਿਉਂਕਿ ਜੋ ਤੁਸੀਂ ਡਰਾਮਾ ਕਹਿ ਦੋ ਸੂਬੇ ਵਾਲੇ, ਤੇ ਉਹ ਕਹਿ ਦੇਣ ਕਿ ਭਾਈ ਤੁਹਾਡੇ ਬੰਦਿਆਂ ਨੇ ਕੀਤਾ ਬਿਨਾਂ ਜਾਂਚ ਤੋਂ ਹੀ, ਦੋਨੇ ਹੀ ਤਰ੍ਹਾਂ ਉਹ ਆਦਤ ਪਈ ਹੁੰਦੀ ਨਾ ਲੀਡਰਾਂ ਨੂੰ ਕਲੀਨ ਚਿੱਟ ਜੇਬ 'ਚ ਰੱਖਣ ਦੀ। ਹੁਣ ਮਾਣਯੋਗ ਸੁਪਰੀਮ ਕੋਰਟ ਜਦੋਂ ਆਪਣੇ ਪੱਧਰ ਦੇ ਉੱਤੇ ਅਗਵਾਈ ਕਰੂ ਤਾਂ ਫਿਰ ਕੱਲ੍ਹ ਨੂੰ ਸੂਬੇ ਦੀ ਸਰਕਾਰ ਵੀ ਨਹੀਂ ਕਹਿ ਸਕਦੀ ਨਹੀਂ ਜੀ ਉਹਨਾਂ ਨੇ ਇੱਕ ਪਾਸੜ ਕੀਤੀ ਹੈ, ਕੱਲ੍ਹ ਨੂੰ ਕੇਂਦਰ ਦੀ ਸਰਕਾਰ ਵੀ ਨਹੀਂ ਕਹਿ ਸਕਦੀ ਜਾਂਚ ਇੱਕ ਪਾਸੜ ਹੋਈ, ਕਿਉਂਕਿ ਮਾਣਯੋਗ ਸੁਪਰੀਮ ਕੋਰਟ ਤੋਂ ਵੱਡਾ ਤਾਂ ਕੋਈ ਵੀ ਨਹੀਂ। ਤੇ ਜੇ ਇਸ ਗੱਲ ਨੂੰ ਸਮਝਣਾ ਹੋਵੇ, ਲਖੀਮਪੁਰ ਖੀਰੀ ਵਾਲੇ ਮਸਲੇ 'ਚ SIT ਤਾਂ ਸੂਬਾ ਸਰਕਾਰ ਨੇ ਬਣਾਈ ਸੀ ਨਾ,
ਪਰ ਬਾਅਦ ਵਿੱਚ ਜਦੋਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਨਜ਼ਰਸਾਨੀ ਲਗਾਤਾਰ ਹੋਈ, ਪਟੀਸ਼ਨ ਪਈ, ਉਹਨਾਂ ਨੇ ਰੋਜ਼ ਦੇਖਿਆ, ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਸਾਹਿਬ ਦੀ ਡਿਊਟੀ ਲਾਈ ਸੀ ਨਾ ਕਿ ਤੁਸੀਂ ਨਜ਼ਰਸਾਨੀ ਕਰੋ, ਤੇ ਫਿਰ ਆਪਾਂ ਨੂੰ ਪਤਾ ਹੀ ਆ ਕਿ ਭਾਈ ਰੱਬ ਉੱਪਰਲੇ ਪਾਸੇ ਚਲੇ ਗਈ ਸੀ। ਮਤਲਬ ਉਹੀ ਗੱਲ ਪੰਜਾਬੀ ਦਾ ਜਿਹੜਾ ਉਹ ਹਾਥੀ ਦੇ ਸਿਰ ਤੇ ਕੁੰਡੇ ਵਾਲੀ ਗੱਲ ਆ, ਉਹ ਇੱਕ ਤਰ੍ਹਾਂ ਦਾ ਕੁੰਡਾ ਆ ਵੀ ਜਿਹੜਾ ਹੁਣ ਉਹਨੂੰ ਸਹੀ ਕਰੂਗਾ। ਬਾਕੀ ਇਹ ਮਸਲੇ 'ਚ ਦੇਖੋ ਗੱਲਾਂ ਦੋ ਨੇ, ਕੁਝ ਲੋਕ ਅਜੇ ਵੀ ਆਖੀ ਜਾਂਦੇ ਵੀ ਨਹੀਂ ਉਹ ਤਾਂ ਕੁਰਸੀਆਂ ਖਾਲੀ ਸੀਗੀਆਂ, ਪਰ ਦੇਖੋ ਨਾ ਹਰੇਕ ਦੇ ਆਪਣੇ ਆਪਣੇ ਤਰਕ ਨੇ। ਜਿਹੜੇ ਕੁਰਸੀਆਂ ਖਾਲੀ ਦੱਸਦੇ ਨੇ ਉਹ ਆਪਣੀ ਥਾਂ ਤੇ ਸਹੀ ਹੋ ਸਕਦੇ ਆ, ਦੂਸਰੇ ਪਾਸੇ ਅਗਲੇ ਬੰਦੇ ਦੂਸਰੇ ਇਹ ਤਰਕ ਦਿੰਦੇ ਆ ਵੀ ਯਾਰ ਜੇ ਪ੍ਰਧਾਨ ਮੰਤਰੀ ਸਾਹਿਬ ਉੱਥੋਂ ਆ ਗਏ ਤੇ ਇਹ ਖਬਰ ਤੇ ਉਹਨਾਂ ਨੂੰ ਬਠਿੰਡੇ ਵੀ ਮਿਲ ਗਈ ਸੀ, ਅੱਗੇ ਮੌਸਮ ਖਰਾਬ ਸੀ ਉੱਥੋਂ ਮੁੜ ਜਾਂਦੇ। ਉਹ ਬੰਦਾ ਜੇ 2 ਘੰਟੇ ਯਾਰ ਸੜਕੀ ਰਸਤੇ ਤੁਹਾਡੇ ਤੱਕ ਪਹੁੰਚਿਆ ਜਾਂ ਆਪੜਿਆ ਤੇ ਕੋਈ ਕਾਰਨ ਤੇ ਹੋਊਗਾ ਵੀ ਅਗਲੇ ਆਉਣਾ ਚਾਹੁੰਦੇ ਸੀ। ਹੁਣ ਇੱਕ ਬਿਆਨ ਮੈਂ ਹੋਰ ਪੜ੍ਹ ਰਿਹਾ ਸੀ, ਬੀਜੇਪੀ ਵਾਲੇ ਪਾਸਿਓਂ ਆਇਆ ਸੀ, ਉਹ ਕਹਿੰਦੇ ਜੀ ਪਾਕਿਸਤਾਨ ਦੇ ਤੋਪਖਾਨੇ ਦੀ ਰੇਂਜ ਵਿੱਚ ਆ ਗਏ ਸੀ ਪ੍ਰਧਾਨ ਮੰਤਰੀ ਸਾਹਿਬ। ਹੁਣ ਇਹ ਵੀ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਵਿਚਾਰਨ ਵਾਲੀ ਗੱਲ ਹੈ ਵੀ ਇਸ ਲੈਵਲ ਦੇ ਲੀਡਰ ਸਾਹਿਬ ਇੱਦਾਂ ਦੀ ਗੱਲ ਕਰ ਸਕਦੇ ਵੀ ਪਾਕਿਸਤਾਨ ਵਾਲਿਆਂ ਨੇ ਤੋਪਾਂ ਇੱਥੇ ਹੀ ਬੀੜੀਆਂ ਵੀ ਫਟਾਫਟ ਉਹ ਆ ਗਏ ਪ੍ਰਧਾਨ ਮੰਤਰੀ ਸਾਹਿਬ ਚਲਾ ਦਿਓ। ਸੰਧਾਲੀਆ ਸਾਹਿਬ, ਨਵਾਂ ਸਾਲ ਹੋਵੇ, ਦੀਵਾਲੀ ਹੋਵੇ, ਬਹੁਤ ਸਾਰੇ ਸਾਡੇ ਜਿਹੜੇ ਕੇਂਦਰ ਸਰਕਾਰ ਦੇ ਮਿਨਿਸਟਰ ਹੁੰਦੇ, ਪ੍ਰਧਾਨ ਮੰਤਰੀ ਸਾਹਿਬ ਖੁਦ ਬਾਰਡਰ ਦੇ ਉੱਤੇ ਪੋਸਟਾਂ ਤੇ ਜਾਏ ਆਉਂਦੇ ਕਈ ਵਾਰੀ। ਬਿਲਕੁਲ ਜਾਂਦੇ, ਚਾਈਨਾ ਵਾਲਾ ਜਦੋਂ ਕੰਮ ਹੋਇਆ ਸੀ ਉੱਥੇ ਗਏ। ਚਲੋ 15-20 ਮਿੰਟ ਉਹ ਕਾਫਲਾ ਨਹੀਂ ਸੀ ਰੁਕਣਾ ਚਾਹੀਦਾ, ਅਸੀਂ ਮੰਨਦੇ ਹਾਂ, ਬਿਲਕੁਲ ਨਹੀਂ ਰੁਕਣਾ ਚਾਹੀਦਾ ਸੀ, ਜੇ ਅਣਗਹਿਲੀ ਕਰਕੇ ਰੁਕਿਆ। ਹੁਣ ਮੈਨੂੰ ਲੱਗਦਾ ਕਿ ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਜਾਂਚ ਹੋਏਗੀ ਤੇ ਸ਼ਾਇਦ ਸਾਰੀਆਂ ਚੀਜ਼ਾਂ ਦਾਇਰੇ 'ਚ ਆਉਣਗੀਆਂ ਕਿ ਪ੍ਰਧਾਨ ਮੰਤਰੀ ਸਾਹਿਬ ਉੱਥੇ ਉਤਰੇ, ਕਿ ਉਹਦੇ ਤੋਂ ਬਾਅਦ ਹੈਲੀਕਾਪਟਰ ਚੱਲ ਸਕਦਾ ਸੀ ਕਿ ਨਹੀਂ ਚੱਲ ਸਕਦਾ ਸੀ, ਕਿ ਸੜਕੀ ਰਸਤਾ ਹੀ ਕਿਉਂ ਲਿਆ ਗਿਆ, ਉਹ ਵੀ ਜਾਂਚ ਦੇ ਦਾਇਰੇ 'ਚ ਹੋਣਾ। ਜੇ ਸੜਕੀ ਰਸਤਾ ਲਿਆ ਗਿਆ ਤਾਂ ਕੀ ਪੰਜਾਬ ਸਰਕਾਰ ਵੱਲੋਂ ਕਿਸੇ ਅਧਿਕਾਰੀ ਨੇ ਕਲੀਨ ਚਿੱਟ ਦਿੱਤੀ ਕਿ ਠੀਕ ਹੈ, ਉਹਦੇ ਉੱਪਰੋਂ ਕੇਂਦਰੀ, ਕਿਉਂਕਿ ਸੂਬਾ ਸਰਕਾਰ ਦੇ ਉੱਤੇ ਨਿਰਭਰਤਾ ਸਾਰੀ ਨਹੀਂ ਹੋਣੀ। ਉਹਦੇ ਤੋਂ ਬਾਅਦ ਕੀ ਜਿਹੜੇ ਉਹ ਸਪੈਸ਼ਲ ਗਾਰਡ ਨੇ ਕਿ ਉਹਨਾਂ ਨੇ ਵੀ ਮੰਨ ਲਿਆ, ਏਜੰਸੀਆਂ ਸਾਡੀਆਂ, ਕਿਉਂਕਿ ਜਿੱਥੇ ਜਾਣਾ ਹੋਵੇ ਨਾ ਪ੍ਰਧਾਨ ਮੰਤਰੀ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ, ਕਈ ਦਿਨ ਪਹਿਲਾਂ ਹੀ ਛਾਉਣੀਆਂ ਪੈ ਜਾਂਦੀਆਂ ਹੁੰਦੀਆਂ ਵੀ ਯਾਨੀ ਕਹਾਣੀ ਕਿੱਥੇ ਘਾਟ ਰਹੀ ਉਹ ਪਤਾ ਲੱਗਣੀ ਚਾਹੀਦੀ। ਇਹਨੂੰ ਸਿਆਸਤ ਦੇ ਮੁੱਦੇ ਦੇ ਉੱਤੇ ਨਾ ਰੋਲਿਆ ਜਾਵੇ, ਨਾ ਕਿਸੇ ਸੂਬੇ ਦੀ ਸ਼ਾਨ ਖਰਾਬ ਹੋਵੇ, ਨਾ ਦੇਸ਼ ਦੀ ਖਰਾਬ ਹੋਵੇ, ਨਾ ਕਿਸੇ ਏਜੰਸੀ ਦੀ ਸ਼ਾਨ ਖਰਾਬ ਹੋਵੇ। ਹਾਂ, ਅਣਗਹਿਲੀ ਜਿਹਨੇ ਕੀਤੀ ਹੈ ਉਹਨੂੰ ਉਹਦੀ ਬਣਦੀ ਸਰਦੀ ਸਜ਼ਾ ਦੇ ਦਿਓ। ਇਹ ਤਾਂ ਹੈ। ਹੁਣ ਦੇਖੋ ਸਮ੍ਰਿਤੀ ਇਰਾਨੀ ਹੋਰਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਗੱਲ ਉਹਨਾਂ ਗਈ ਉਹਦੇ 'ਚ ਵੀ ਕਿਤੇ ਨਾ ਕਿਤੇ ਤੇ ਹੁਣ ਸਿਆਸਤ ਹੈ ਹੀ ਹੈ ਨਾ। ਉਹ ਕਹਿੰਦੇ ਵੀ ਦੇਖੋ ਜੇ ਆਪਾਂ ਪ੍ਰਿਯੰਕਾ ਗਾਂਧੀ ਹੋਰਾਂ ਦੀ ਗੱਲ ਕਰੀਏ ਤੇ ਉਹ ਦੇਸ਼ ਦੇ ਸਿਰਫ ਇੱਕ ਨਾਗਰਿਕ ਨੇ ਜੀ, ਉਹਨਾਂ ਕੋਲੇ ਕੋਈ ਅਹੁਦਾ ਨਹੀਂ ਹੈਗਾ ਸੰਵਿਧਾਨਕ, ਐਂਡ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਸਿਕਿਉਰਿਟੀ ਦੀ ਡਿਟੇਲ ਇੱਕ ਚੁਣੇ ਹੋਏ ਸਟੇਟ ਦੇ ਮੁੱਖ ਮੰਤਰੀ ਚੰਨੀ ਸਾਹਿਬ ਦੇ ਰਹੇ ਨੇ। ਉਹ ਕਿਹੜੇ ਹਿਸਾਬ 'ਚ ਦੇ ਰਹੇ ਨੇ? ਉਹਨਾਂ ਨੇ ਇਤਰਾਜ਼ ਪ੍ਰਗਟ ਕਰ। ਦੇਖੋ ਹੈ ਤਾਂ ਲੌਜਿਕ ਤਾਂ ਬਣਦਾ ਹੀ ਹੈ, ਕਿਉਂਕਿ ਚੰਨੀ ਸਾਹਿਬ ਨੂੰ ਲੱਗਦਾ ਉਹ ਵੀ ਸਾਡੀ ਹਾਈ ਕਮਾਂਡ ਹੈ, ਪਰ ਜੇ ਟੈਕਨੀਕਲੀ ਦੇਖਿਆ ਜਾਵੇ ਤਾਂ ਹਾਈ ਕਮਾਂਡ ਕੋਲੇ ਵਾਕਈ ਉਹਦਾ ਕੋਈ ਨਹੀਂ ਹਾਈ ਕਮਾਂਡ ਕੋਲ ਉਹਦਾ ਕੋਈ ਨਹੀਂ ਹੁੰਦਾ, ਪਰ ਹਾਈ ਕਮਾਂਡ ਬਹੁਤ ਕੁਝ ਹੁੰਦੀ, ਹਰ ਪਾਰਟੀ 'ਚ ਇਦਾਂ ਹੁੰਦੀ ਹੈ। ਇਹ ਤਾਂ ਚੰਨੀ ਸਾਹਿਬ ਹੀ ਦੱਸ ਸਕਦੇ ਨੇ ਵੀ ਉਹਨਾਂ ਕੋਲੇ ਹੈਗਾ ਕਿ ਨਹੀਂ ਹੈਗਾ ਉਹਦਾ। ਚਲੋ ਸੰਧਾਲੀਆ ਸਾਹਿਬ, ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਉਧਰਲੇ ਪਾਸੇ ਨੂੰ ਆਪਾਂ ਚੱਲਦੇ ਹਾਂ। ਦੇਖੋ 2-3 ਚੀਜ਼ਾਂ ਨੇ ਜਿਹੜੀਆਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਚੱਲ ਰਹੀਆਂ ਨੇ, ਚਰਚਾ ਬਹੁਤੀ ਨਹੀਂ ਹੁੰਦੀ। ਇੱਕ ਬਰਗਾੜੀ ਮੋਰਚਾ ਲੱਗਿਆ, ਆਪਾਂ ਨੂੰ ਪਤਾ ਹੈ ਕਿ ਜਦੋਂ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ ਦੋਨਾਂ ਦੀ ਮੌਤ ਹੋਈ ਸੀ ਨਾ ਉਸ ਲਾਠੀ ਚਾਰਜ ਦੇ ਵਿੱਚ, ਗੋਲੀ ਕਾਂਡ ਦੇ ਵਿੱਚ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਹੋਇਆ ਸੀ, ਉਸੇ ਪਰਿਵਾਰ ਦੇ ਮੈਂਬਰ ਬਹਿ ਗਿਆ ਸੀ ਆਪਣੇ ਸਮਰਥਕਾਂ ਦੇ ਨਾਲ ਕਿ ਭਾਈ ਇਨਸਾਫ ਹੀ ਨਹੀਂ ਮਿਲਿਆ, 2 ਸਰਕਾਰਾਂ ਬਦਲ ਗਈਆਂ, 3 ਮੁੱਖ ਮੰਤਰੀ ਬਦਲ ਗਏ, ਕੀ ਬੇਅਦਬੀ ਤੇ ਉਹਦੇ ਤੋਂ ਬਾਅਦ ਹੋਏ ਗੋਲੀ ਕਾਂਡ ਦਾ ਮੁੱਦਾ ਇਦਾਂ ਹੀ ਤੁਸੀਂ ਘੱਟੇ 'ਚ ਰੋਲਣਾ ਹੈ? ਨਵਜੋਤ ਸਿੰਘ ਸਿੱਧੂ ਉੱਥੇ ਗਏ ਸੀ, ਬਾਕੀ ਸਿਆਸੀ ਪਾਰਟੀਆਂ ਧੜਾ-ਧੜ ਪ੍ਰਚਾਰ ਕਰਦੀਆਂ ਫਿਰਦੀਆਂ, ਪਰ ਨਾ ਮੀਡੀਆ ਦੇ ਵਿੱਚ ਕੋਈ ਖਬਰ ਹੈ ਤੇ ਨਾ ਸਿਆਸੀ ਤੌਰ ਦੇ ਉੱਤੇ ਕੋਈ ਖਬਰ ਹੈ। ਉਹ ਮੁੱਦਾ ਹੀ ਨਹੀਂ ਬਣ ਰਿਹਾ, ਮੁੱਦਾ ਅਗਲੇ ਪਾਸੇ ਨੂੰ ਜਾ ਹੀ ਨਹੀਂ ਰਿਹਾ, ਕੋਈ ਉਧਰਲੇ ਪਾਸੇ ਨੂੰ ਤੁਰ ਹੀ ਨਹੀਂ ਰਿਹਾ। ਇਸੇ ਤਰੀਕੇ ਬੰਦੀ ਸਿੰਘਾਂ ਦੀ ਰਿਹਾਈ ਸਾਲ ਦੇ ਵਿੱਚ ਕਈ ਵਾਰ ਮੰਗ ਉੱਠਦੀ ਹੈ, ਕਦੇ ਮਾਰਚ ਹੁੰਦੇ ਆ, ਕਦੇ ਮੰਗ ਪੱਤਰ ਦਿੱਤੇ ਜਾਂਦੇ ਆ, ਕਦੇ ਧਰਨੇ ਦਿੱਤੇ ਜਾਂਦੇ ਆ ਕਿ ਭਾਈ ਜਿਹੜੇ ਬੰਦੇ ਕਾਨੂੰਨੀ ਤੌਰ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਕੀਤੀ ਜਾਵੇ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਆਉਣਾ ਸੀ, ਜਿੱਥੇ ਚੰਡੀਗੜ੍ਹ ਦਾ ਵਿਸ਼ਾ ਚੱਲਦਾ ਸੀ ਕਿ ਪੰਜਾਬ ਨੂੰ ਮਿਲ ਜਾਣਾ, ਜਿੱਥੇ ਪੈਕੇਜ ਦੀ ਗੱਲ ਚੱਲਦੀ ਸੀ, ਉੱਥੇ ਵਿੱਚ ਵਿਚਾਲੇ ਇਹ ਵੀ ਚਰਚਾ ਚੱਲਦੀ ਸੀ ਕਿ ਹੋ ਸਕਦਾ ਕੁਝ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਏ। ਹੁਣ ਉਹਦੇ ਲਈ ਮਾਰਚ ਕੱਢਿਆ ਗਿਆ। ਨਹੀਂ, ਮਾਰਚ ਕੱਢਿਆ ਗਿਆ, ਵੱਡਾ ਇਕੱਠ ਸੀਗਾ ਉਹਦੇ 'ਚ। ਮੇਰੇ ਖਿਆਲ ਨਾਲ ਇਹਨੂੰ ਵੀ ਥੋੜ੍ਹਾ ਜਿਹਾ ਜੇ ਇਨਸਾਨੀ ਗਰਾਊਂਡ 'ਤੇ ਸੋਚਿਆ ਜਾਵੇ। ਹੁਣ ਤੁਸੀਂ ਇਹ ਦੇਖੋ ਨਾ ਵੀ ਜੇ ਕਿਸੇ ਨੂੰ ਤੁਸੀਂ ਅੰਦਰ ਰੱਖਦੇ ਹੋ ਤੇ ਅਗਲੇ ਨੂੰ ਮੰਨ ਲਓ ਕੋਈ ਵੀ ABC ਸਜ਼ਾ ਮਿਲੀ ਹੈ, ਉਹਦੇ ਤੋਂ ਬਾਅਦ ਬੰਦਾ ਉਡੀਕ ਰਿਹਾ ਵੀ ਮੈਂ ਸਜ਼ਾ ਆਪਣੀ ਪੂਰੀ ਕਰ ਲਈ, ਉਹ ਸਹੀ ਹੈ ਗਲਤ ਆਪਾਂ ਉਸ ਵਿਸ਼ੇ 'ਚ ਨਹੀਂ ਜਾਂਦੇ, ਨੋਰਮਲ ਗੱਲ ਕਰ ਲਈਏ। ਉਸ ਤੋਂ ਬਾਅਦ ਸਾਲ 2 ਸਾਲ 3 ਸਾਲ ਹੁਣ ਦਹਾਕਿਆਂ ਬੱਧੀ ਬੰਦੇ ਅੰਦਰ ਹੋਣ ਤੇ ਉਹਨਾਂ ਦੀ ਕੋਈ ਗੱਲ ਹੀ ਨਾ ਕਰੇ। ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਇਨਸਾਨੀ ਗਰਾਊਂਡ 'ਤੇ ਸੋਚ ਲੈਣਾ ਚਾਹੀਦਾ ਜੇ ਆਪਾਂ ਰਾਜਨੀਤੀ ਨੂੰ ਲਾਂਭੇ ਕਰ ਦਈਏ ਤਾਂ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਜੇ ਤਾਂ ਇਸ ਗਰਾਊਂਡ ਦੇ ਉੱਤੇ ਹਰ ਇੱਕ ਦਾ ਹੀ ਸੋਚਿਆ ਜਾਵੇ, ਇਨਸਾਨੀ ਗਰਾਊਂਡ ਦੇ ਉੱਤੇ ਸੋਚਿਆ ਜਾਵੇ ਕਿ ਭਾਈ ਉਹ ਰਿਹਾਈ ਦਾ ਮਸਲਾ, ਇਨਸਾਨੀ ਗਰਾਊਂਡ ਦੇ ਉੱਤੇ ਸੋਚਿਆ ਜਾਵੇ ਕਿ ਭਾਈ ਸਿਹਤ ਸਹੂਲਤਾਂ ਵੀ ਚਾਹੀਦੀਆਂ, ਸਾਰਾ ਕੁਝ ਚਾਹੀਦਾ ਆ ਦੁਨੀਆ ਦੇ ਵਿੱਚ। ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗਦਾ ਸੀ ਕਿ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਿਸ ਰਹਿੰਦੀ ਹੈ, ਉਹ ਹੈਗੀ ਹੈ ਸਮਾਂਬੱਧ ਇਨਸਾਫ ਦੀ ਗੱਲ।
20 30 40 ਸਾਲ ਕੇਸ ਅਦਾਲਤਾਂ 'ਚ ਰੁਲਦੇ ਰਹਿੰਦੇ ਆ। ਕਿਤੇ ਨਾ ਕਿਤੇ ਕੋਈ ਸਿਆਸੀ ਧਿਰ ਇਦਾਂ ਦੀ ਹੋਵੇ, ਕੋਈ ਪਾਰਟੀ ਇਦਾਂ ਦੀ ਹੋਵੇ, ਕੋਈ ਲੀਡਰ ਇਦਾਂ ਦਾ ਉੱਠੇ ਜਿਹੜਾ ਕਹੇ ਕਿ ਭਾਈ ਪਾਰਲੀਮੈਂਟ ਦੇ ਵਿੱਚ ਅਸੀਂ ਗੱਲ ਚੱਕਾਂਗੇ ਕਿ ਭਾਰਤ ਦੀ ਆਬਾਦੀ ਵੱਧ ਚੁੱਕੀ ਹੈ, ਕਿ ਸਾਨੂੰ ਵੱਧ ਗਿਣਤੀ ਦੇ ਵਿੱਚ ਜੱਜ ਸਾਹਿਬਾਨਾਂ ਦੀ ਲੋੜ ਤਾਂ ਨਹੀਂ, ਕਿ ਸਾਨੂੰ ਅਦਾਲਤਾਂ ਉਹ ਹੋਰ ਖੁੱਲੀਆਂ ਦਾਇਰੇ ਖੁੱਲੇ ਤਾਂ ਨਹੀਂ ਕਰਨੇ ਚਾਹੀਦੇ, ਕਿਉਂਕਿ ਦੁਨੀਆ ਆਬਾਦੀ ਤਾਂ ਬੜੀ ਵੱਧ ਗਈ। ਕੇਸਾਂ ਦੀ ਗਿਣਤੀ ਦੇ ਮੁਤਾਬਕ ਲੋਕਾਂ ਨੂੰ ਸਮਾਂਬੱਧ ਇਨਸਾਫ ਮਿਲੇ, ਸਾਨੂੰ ਕਿਤੇ ਪ੍ਰੋਸੈਸਿੰਗ ਤੇਜ਼ ਕਰਨ ਦੇ ਲਈ ਵੱਧ ਜੱਜ ਸਾਹਿਬਾਨ, ਉਹਨਾਂ ਦਾ ਅਮਲਾ ਫੈਲਾ, ਜਿੱਥੇ ਜੱਜ ਸਾਹਿਬਾਨਾਂ ਨੇ ਬੈਠਣਾ, ਅਦਾਲਤਾਂ ਦੀਆਂ ਇਮਾਰਤਾਂ, ਕਿਤੇ ਉਹਨਾਂ ਦੀ ਲੋੜ ਤਾਂ ਨਹੀਂ। ਏਡੀ ਦੂਰ ਤਾਂ ਇੱਕ ਕੀ ਜਾਣਾ, ਇਸ ਮੁੱਦੇ ਤੇ ਵੀ ਚਰਚਾ ਨਹੀਂ ਕੀਤੀ ਜਾਂਦੀ ਕਿ ਭਾਈ ਮਾਣਯੋਗ ਜੱਜ ਸਾਹਿਬਾਨਾਂ ਦੀਆਂ ਅਸਾਮੀਆਂ ਕਿਉਂ ਖਾਲੀ ਹੋਣ ਨਾ, ਯਾਨੀ ਵਧਾਉਣੀਆਂ ਤਾਂ ਕੀ ਹੈ, ਜਨਸੰਖਿਆ ਤੇ ਕੇਸਾਂ ਦੀ ਗਿਣਤੀ ਦੇ ਮੁਤਾਬਕ ਜਿਹੜੀਆਂ ਹੈਗੀਆਂ ਅਸਾਮੀਆਂ ਸਿਰਜੀਆਂ ਹੋਈਆਂ, ਪ੍ਰਵਾਨ ਕੀਤੀਆਂ ਹੋਈਆਂ, ਉਹ ਵੀ ਨਹੀਂ ਭਰੀਆਂ ਜਾਂਦੀਆਂ। ਲੋਕ ਧੱਕੇ ਖਾਂਦੇ ਨੇ ਅਦਾਲਤਾਂ 'ਚ। ਮੁਸ਼ਕਲ ਇਹ ਹੈ ਨਾ ਬਾਠ ਸਾਹਿਬ ਕਿ ਵੀ 5 ਸਾਲੀ ਚੇਤਾ ਆਉਂਦਾ, ਉਹ ਵੀ 5 ਮਹੀਨਿਆਂ ਲਈ, ਇਹ 5 ਤੋਂ 4 3 2 1 ਆਖਰੀ 5 ਦਿਨਾਂ ਤੱਕ ਜ਼ੋਰ ਲੱਗਦਾ ਤੇ ਮੁੜ ਕੇ ਠੀਕ ਰਿਜ਼ਲਟ ਆਉਣ ਤੋਂ 5 ਦਿਨ ਬਾਅਦ ਸਾਰਾ ਕੁਝ ਭੁੱਲ ਭੁਲਾ ਲਿਆ ਜਾਂਦਾ ਜੀ। ਨਹੀਂ ਇੱਦਾਂ ਹੀ ਆ ਸੰਧਾਲੀਆ ਸਾਹਿਬ, ਤੇ ਮਿੰਟ ਇੱਕ ਰਹਿ ਗਿਆ। ਆਪਾਂ ਬੇਨਤੀ ਜਿਹੜੀ ਕਰਦੀ ਹੈ, ਹਰ ਵਾਰੀ ਕਰੀਦੀ ਆ ਕਿ ਭਾਈ ਤੁਸੀਂ ਪਿੰਡਾਂ ਦੇ ਵਿੱਚ ਸਿਆਸੀ ਤੌਰ ਤੇ ਨਹੀਂ ਝਗੜਨਾ, ਪੋਲਿੰਗ ਬੂਥ ਇੱਕ ਲਾਇਓ, ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਣਾ, ਸਵਾਲ ਠੋਕ ਕੇ ਪੁੱਛੋ, ਤੇ ਬਿਲਕੁਲ ਆਪਸ ਦੇ ਵਿੱਚ ਵੰਡੀਆਂ ਨਹੀਂ ਪਾਉਣੀਆਂ ਕਿ ਤੂੰ ਫਲਾਨੀ ਪਾਰਟੀ ਨਾਲ ਹੋਊਗੇ, ਫਲਾਨੀ ਪਾਰਟੀ ਨਾਲ, ਸਾਰੇ ਇਕੱਠੇ ਹੋ ਜਾ ਕਰੋ। ਕੋਈ ਕੈਂਡੀਡੇਟ ਆਉਂਦਾ ਤਾਂ ਪੁੱਛ ਲਿਆ ਕਰੋ ਸਵਾਲ, ਕੋਈ ਗੱਲ ਨਹੀਂ, ਗੁੱਸਾ ਨਹੀਂ ਕਰਨਾ ਜੇ ਕਿਸੇ ਪਾਰਟੀ ਦੇ ਨਾਲ ਤੁਸੀਂ ਜੁੜੇ ਹੋ ਆ, ਕਿਉਂਕਿ ਤੁਹਾਡੇ ਕੋਲ 1 ਮਹੀਨਾ ਪੰਜਾਬ ਬਚਾਉਣ ਦਾ, ਤੇ ਅਗਲਿਆਂ ਕੋਲ 5 ਸਾਲ ਹੁੰਦੇ ਆ, ਉਹਨਾਂ ਨੇ ਕੀ ਕਰਨਾ, ਬਚਾਉਣਾ, ਗਵਾਉਣਾ, ਰਲਾਉਣਾ, ਉਹ ਉਹਨਾਂ ਦੀ ਮਰਜ਼ੀ ਹੈ ਜੀ। ਇਹ ਨਾਲੇ ਇਹ ਵੀ ਹੈ ਵੀ ਜਦੋਂ ਹੁਣ ਵੋਟ ਪਾਉਣੀ ਆ ਤੇ ਵੋਟ ਇਹ ਨਾ ਸਮਝ ਕੇ ਪਾਈ ਜਾਵੇ ਕਿ ਵੀ ਯਾਰ ਵੋਟ ਹੀ ਪਾਉਣੀ ਆ। ਇਹ ਸਮਝਿਆ ਜਾਵੇ ਵੀ ਇਹ ਅੱਜ ਜੇ ਮੈਂ ਪਾਉਣ ਲੱਗਿਆ ਤੇ ਅੱਜ ਤੋਂ ਬਾਅਦ ਮੈਨੂੰ 5 ਸਾਲ ਬਾਅਦ ਮੌਕਾ ਮਿਲਣਾ। 5 ਸਾਲਾਂ 'ਚ ਮੈਂ ਵੀ ਜਿਉਣਾ, ਪਰਿਵਾਰ ਨੇ ਵੀ ਜਿਉਣਾ ਗਾ, ਨਿਆਣੇ ਵੀ ਵੱਡੇ ਹੋਣੇ ਆ, ਨਿਆਣਿਆਂ ਨੇ ਵੀ ਕੋਈ ਨਾ ਕੋਈ ਰੋਟੀ ਪਾਣੀ ਦੇ ਲਈ ਇੱਧਰ ਉੱਧਰ ਰੋਜ਼ਗਾਰ ਭਾਲਣਾ, ਤੇ ਉਹ 5 ਸਾਲਾਂ ਦਾ ਫੈਸਲਾ ਮੈਂ ਹੁਣ ਕਰਨ ਲੱਗਿਆ ਜੀ, ਹੈ ਨਾ। ਉਹ ਮੇਰੇ ਖਿਆਲ ਨਾਲ ਦਿਮਾਗ 'ਚ ਰੱਖਿਆ ਜਾਵੇ ਤੇ ਮਸਲਾ ਹੱਲ ਹੋ ਜੀ। ਟੈਂਕੀ ਤੇ ਚੜੇ ਨੌਜਵਾਨ ਮੁੰਡੇ ਕੁੜੀਆਂ ਚੇਤੇ ਰੱਖਿਓ, ਆਪਦੇ ਨਿਆਣੇ ਦਾ ਬਸਤਾ ਚੇਤੇ ਰੱਖਿਓ, ਬੇਬੇ ਦੀ ਦਵਾਈ ਚੇਤੇ ਰੱਖਿਓ, ਜਿਹੜਾ ਪਾਣੀ ਪੀਣ ਲੱਗੇ ਹੋ ਜਾਂ ਜਿਹੜੀਆਂ ਚੀਜ਼ਾਂ ਖਾਣ ਲੱਗੇ ਹੋ ਕਿਤੇ ਜ਼ਹਿਰੀਲੀਆਂ ਤਾਂ ਨਹੀਂ। ਜੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਚੇਤੇ ਰੱਖੋਗੇ, ਮੁੱਦਿਆਂ ਦੇ ਉੱਤੇ ਰਹੋਗੇ, ਤਾਂ ਤੁਹਾਡੀ ਜਿੱਤ ਹੈ, ਨਹੀਂ ਤਾਂ ਲੀਡਰ ਤਾਂ ਜਿੱਤ ਜਾਂਦੇ ਹੁੰਦੇ ਆ ਤੁਹਾਡੇ ਵਰਗੇ। ਉਹ ਤੇ ਅਸੀਂ ਜਿੱਤ ਜਾਣਾ, ਕੱਲ ਨੂੰ ਸ਼ਰਤ ਲਾਉਣੀ ਆ ਬਾਠ, ਲਾ ਲਾਂਗੇ, ਕੱਲ ਲਾਉਣੀ ਉਹ ਸ਼ਰਤ। ਫਿਰ ਤੁਹਾਡਾ ਹੱਕ ਹੈ ਕਿ ਤੁਸੀਂ ਕਹਿਣਾ ਸ਼ਰਤ ਕਿੱਦਣ ਲਾਉਣੀ, ਕਿੰਨੇ ਦੀ ਲਾਉਣੀ, ਉਹ ਸਾਡਾ ਅਧਿਕਾਰ ਹੈ। ਅਸੀਂ ਰੌਲਾ ਪਾਣਾ ਕਿਹੜਾ ਪੁੱਛਦਾ ਦਾ, ਪਾ ਲਿਓ ਤੁਸੀਂ। ਚੱਲੀਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਦੱਸ ਦਿਓ ਯਾਰ ਕਿਹੜੀ ਸ਼ਰਤ ਕਿੰਨੇ ਦੀ ਲਾਉਣੀ ਚਾਹੀਦੀ ਹੈ, ਤੁਸੀਂ ਟਿੱਪਣੀ ਕਰ ਦਿਓ। ਹੁਣ ਦਿਓ ਇਜਾਜ਼ਤ, ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।